हेलो एवरीवन वेलकम टू विक्टर्स नॉलेज दिस इज शीनू शर्मा सो ਅੱਜ ਆਪਾਂ ਕਵਰ ਕਰਨ ਜਾ ਰਹੇ ਹਾਂ ਆਪਣਾ ਲਾਸਟ ਲੈਕਚਰ ਯੂਨਿਟ 2 ਦਾ ਸੋ ਜਿਹੜਾ ਸਿਲੇਬਸ ਹੈ ਨੈਕਸਟ 10 ਡੇਜ਼ ਦੇ ਵਿੱਚ ਕੰਪਲੀਟ ਹੋ ਜਾਊਗਾ ਸੋ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਕੋਲ ਇਨਫ ਟਾਈਮ ਹੋਊਗਾ ਐਮਸੀਕਿਊਜ਼ ਦੀ ਟੈਸਟ ਸੀਰੀਜ਼ ਦੀ ਪ੍ਰੈਕਟਿਸ ਕਰਨ ਦੇ ਲਈ ਸੋ 20-25 ਡੇਜ਼ ਤੁਹਾਡੇ ਕੋਲ ਹੋਣਗੇ ਐਗਜ਼ਾਮ ਤੋਂ ਪਹਿਲਾਂ ਕਿ ਤੁਸੀਂ ਐਮਸੀਕਿਊਜ਼ ਨੂੰ ਟੈਸਟ ਸੀਰੀਜ਼ ਜਿਹਦੇ ਵਿੱਚ ਟੋਟਲ 750 ਐਮਸੀਕਿਊਜ਼ ਨੇ ਸਿਰਫ ਇਹ ਸਾਰੇ ਸਿਲੇਬਸ ਉੱਤੇ ਉਹਦੀ ਚੰਗੀ ਤਰੀਕੇ ਨਾਲ ਪ੍ਰੈਕਟਿਸ ਕਰ ਸਕੋ ਈਵਨ ਆਈ ਵੁੱਡ ਸੁਜੈਸਟ ਕਿ ਤੁਸੀਂ ਘੱਟੋ ਘੱਟ ਇਹ ਲੈਕਚਰਸ ਨੂੰ ਵੀ 2 ਵਾਰ ਦੇਖੋ ਤੇ ਜਿਹੜੇ ਐਮਸੀਕਿਊਜ਼ ਨੇ ਉਹਨਾਂ ਨੂੰ ਵੀ 2 ਵਾਰੀ ਗੋ ਥਰੂ ਕਰੋ ਸੋ ਅੱਜ ਦਾ ਜਿਹੜਾ ਟੌਪਿਕ ਹੈ ਇਹ ਹੈ ਲੈਜਿਸਲੇਸ਼ਨ ਐਂਡ ਪ੍ਰੋਗਰਾਮਸ ਪਰਟੇਨਿੰਗ ਟੂ ਚਾਈਲਡ ਹੈਲਥ ਐਂਡ ਨਿਊਟ੍ਰੀਸ਼ਨ ਇਨ ਇੰਡੀਆ ਯੂਨਿਟ 2 ਸੋ ਟੈਸਟ ਸੀਰੀਜ਼ ਮੈਂ ਲਾਸਟ ਲੈਕਚਰ ਦੇ ਵਿੱਚ ਸਾਰੇ ਡਿਟੇਲਸ ਸ਼ੇਅਰ ਕੀਤੀਆਂ ਸੀਗੀਆਂ ਸੋ ਆਮ ਗੈਟਿੰਗ ਅਮੇਜ਼ਿੰਗ ਰਿਸਪੌਂਸ ਫॉर ਯੂ ਆਲ ਬਾਕੀ ਜੇ ਤੁਹਾਨੂੰ ਕੋਈ ਵੀ ਹੋਰ ਡਾਊਟ ਹੈ ਕੋਈ ਕੁਇਰੀ ਹੈ ਤੁਸੀਂ ਕਦੇ ਵੀ ਮੈਨੂੰ ਈਮੇਲ ਕਰ ਸਕਦੇ ਹੋ ਔਨ legalvictor028996@gmail.com ਜਾਂ ਤੁਸੀਂ ਡਾਇਰੈਕਟ ਮੈਸੇਜ ਭੇਜ ਸਕਦੇ ਹੋ ਇੰਸਟਾਗ੍ਰਾਮ ਉੱਤੇ ਸੋ ਟੈਸਟ ਸੀਰੀਜ਼ 5 ਮੌਕ ਟੈਸਟ ਮਿਲ ਰਹੇ ਨੇ ਕੰਪਲੀਟ ਤੁਹਾਨੂੰ 120 ਕੁਐਸਚਨ ਸੋ ਟੋਟਲ ਤੁਹਾਨੂੰ 480 ਨੰਬਰਾਂ ਦਾ ਜਿਹੜਾ ਪਾਰਟ A to D ਹੈ ਪੂਰਾ ਮਿਲ ਰਿਹਾ 300 ਅਲੱਗ ਤੋਂ ਕੁਐਸਚਨ ਮਿਲ ਰਹੇ ਨੇ ਸਿਰਫ ਪਾਰਟ A ਉੱਤੇ ਸੋ ਪਾਰਟ A ਦਾ ਜਿਹੜਾ ਆਪਾਂ ਸਿਲੇਬਸ ਕਵਰ ਕਰ ਰਹੇ ਹਾਂ ਸਾਰੇ ਫ੍ਰੀ ਕੋਰਸ ਲੈਕਚਰਸ ਦੇ ਅੰਦਰ ਉਹਦੇ ਤੁਹਾਨੂੰ 750 MCQ ਮਿਲ ਰਹੇ ਨੇ ਸੋ ਨੋਟਸ ਦੇ ਵਿੱਚ ਤੁਹਾਨੂੰ ਇਹ 10th ਟੌਪਿਕ ਮਿਲੂਗਾ ਲੈਜਿਸਲੇਸ਼ਨਸ ਤੇ ਜੁਡੀਸ਼ਰੀ ਆਪਾਂ ਦੋਨਾਂ ਦੀ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਲਾਅ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸੰਵਿਧਾਨ ਦੀਆਂ ਪ੍ਰੋਵੀਜ਼ਨਸ ਵੀ ਆਉਂਦੀਆਂ ਨੇ ਜਿੱਥੇ ਚਾਈਲਡ ਹੈਲਥ ਨਿਊਟ੍ਰੀਸ਼ਨ ਨੂੰ ਲੈ ਕੇ ਗੱਲ ਕੀਤੀ ਹੋਈ ਹੈ ਸੋ ਆਰਟੀਕਲ 14 ਕਹਿੰਦਾ ਹੈ ਕਿ ਕਿਸੇ ਨੂੰ ਵੀ ਚਾਹੇ ਕੋਈ ਬੱਚਾ ਹੈ ਕੋਈ ਮਹਿਲਾ ਹੈ ਆਪਾਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਹਰ ਕੋਈ ਲਾਅ ਦੇ ਅੱਗੇ ਇਕੁਅਲ ਆ ਬਰਾਬਰ ਆ ਸੋ ਆਰਟੀਕਲ 14 ਦੈਨ ਹਰ ਕਿਸੇ ਦੀ ਲਾਈਫ ਤੇ ਪਰਸਨਲ ਲਿਬਰਟੀ ਪ੍ਰੋਟੈਕਟ ਕਰਕੇ ਰੱਖਣੀ ਹੈ ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਸਾਰੇ ਜਿਹੜੇ ਲਾਅ ਨੇ ਉਹ ਬਣੇ ਨੇ ਸੋ ਜਦੋਂ ਵੀ ਆਪਾਂ ਲੈਜਿਸਲੇਸ਼ਨ ਦੀ ਗੱਲ ਕਰਦੇ ਹਾਂ ਪ੍ਰੋਗਰਾਮਸ ਦੀ ਗੱਲ ਕਰਦੇ ਹਾਂ ਇਹ ਇੰਨਾ ਹੀ ਸਿਧਾਂਤਾਂ ਦੇ ਆਧਾਰ ਉੱਤੇ ਬਣਾਏ ਜਾਂਦੇ ਨੇ ਸੋ ਕਿਸੇ ਨਾ ਕਿਸੇ ਸੰਵਿਧਾਨ ਦੀ ਪ੍ਰੋਵੀਜ਼ਨ ਜਾਂ ਕਿਸੇ ਨਾ ਕਿਸੇ ਜੁਡੀਸ਼ਰੀ ਦੇ ਡਿਸੀਜਨ ਨੂੰ ਇੰਪਲੀਮੈਂਟ ਕਰਨ ਦੇ ਲਈ ਲਾਗੂ ਕਰਨ ਦੇ ਲਈ ਇਨਫੋਰਸ ਕਰਨ ਦੇ ਲਈ ਆਪਾਂ ਪ੍ਰੋਗਰਾਮਸ ਲੈ ਕੇ ਆਉਂਦੇ ਹਾਂ ਸੋ ਜਿਵੇਂ ਆਰਟੀਕਲ 39 ਵੀ ਹੈ ਇਹਦੇ ਵਿੱਚ ਸਟੇਟ ਨੂੰ ਇਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ ਸਟੇਟ ਨੂੰ ਇੱਕ ਪਾਵਰ ਦਿੱਤੀ ਗਈ ਹੋਈ ਹੈ ਕਿ ਕੋਈ ਵੀ ਸਿਟੀਜ਼ਨ ਹੈ ਦੇਸ਼ ਦੇ ਬੱਚੇ ਹੈ ਮਹਿਲਾਵਾਂ ਹੈ ਹਰ ਕੋਈ ਬਰਾਬਰ ਹੈ ਹਰ ਕਿਸੇ ਨੂੰ ਹੱਕ ਹੈ ਕਿ ਉਹ ਬਰਾਬਰ ਦਾ ਲਾਈਵਲੀਹੁੱਡ ਉਹਨਾਂ ਨੂੰ ਮਿਲ ਸਕੇ ਦੈਨ ਆਰਟੀਕਲ 47 ਕਹਿੰਦਾ ਹੈ ਸਟੇਟ ਦੀ ਡਿਊਟੀ ਹੈ ਨਿਊਟ੍ਰੀਸ਼ਨ ਦਾ ਲੈਵਲ ਹਰ ਸਟੇਟ ਦੇ ਵਿੱਚ ਇੱਕ ਸਹੀ ਰਹੇ ਸਟੈਂਡਰਡ ਮੇਨਟੇਨ ਰਹੇ ਲੋਕਾਂ ਦੀ ਪਬਲਿਕ ਹੈਲਥ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਰੇਜ਼ ਹੋਵੇ ਸੋ ਇਹਦੇ ਵਿੱਚ ਕੀ ਹੁੰਦਾ ਆਰਟੀਕਲ 47 ਨੂੰ ਧਿਆਨ 'ਚ ਰੱਖਦੇ ਹੋਏ ਸਟੇਟ ਅਲੱਗ-ਅਲੱਗ ਪ੍ਰੋਗਰਾਮਸ ਵਗੈਰਾ ਬਣਾਉਂਦੇ ਨੇ ਜਿਹਦੇ ਵਿੱਚ ਕਈ ਵਾਰੀ ਭਾਰਤ ਸਰਕਾਰ ਦੀ ਵੀ ਫੰਡਿੰਗ ਹੁੰਦੀ ਹੈ ਕੋਈ ਸਟੇਟ ਗਾਈਡਲਾਈਨਸ ਜਾਰੀ ਕਰਦੀ ਹੈ ਆਂਗਨਵਾੜੀਜ਼ ਨੂੰ ਕਿਵੇਂ ਕੰਡਕਟ ਕਰਨਾ ਮਿਡ ਡੇ ਮੀਲ ਦੇ ਵਿੱਚ ਸਹੀ ਰਾਸ਼ਨ ਜਾ ਰਿਹਾ ਹੈ ਬੱਚਿਆਂ ਨੂੰ ਪੌਸ਼ਟਿਕ ਖਾਣਾ ਮਿਲ ਰਿਹਾ ਨਹੀਂ ਮਿਲ ਰਿਹਾ ਸੋ ਸਾਰਾ ਕੁਝ ਸਟੇਟ ਇਸੇ ਡੀਪੀਐਸਪੀ ਦੀ ਡਿਊਟੀ ਨੂੰ ਪੂਰਾ ਕਰਦੇ ਹੋਏ ਨਿਭਾਉਂਦੀ ਹੈ So the state shall regard the raising of level of nutrition, standard of living of its people, improvement of public health as among its primary duties. So state ਦੀਆਂ primary duties ਨੇ important ਹੈ ਆਰਟੀਕਲ ਪੇਪਰ ਲਈ ਸੋ ਹੁਣ ਜੇ ਆਪਾਂ ਗੱਲ ਕਰੀਏ ਸਟੈਚੂਟਸ ਦੀ ਐਕਟ ਦੀ ਕਿੱਥੇ ਕਿੱਥੇ ਲਾਅ ਦੇ ਅੰਦਰ ਨਿਊਟ੍ਰੀਸ਼ਨ ਦੀ ਗੱਲ ਕੀਤੀ ਹੋਈ ਹੈ ਸੋ ਇਹਦੇ ਲਈ ਸਭ ਤੋਂ ਪਹਿਲਾਂ FSSAI ਅਥਾਰਟੀ ਨੇ 2006 ਵਿੱਚ ਐਕਟ ਕੱਢਿਆ ਸੀ ਫੂਡ ਸੇਫਟੀ ਐਂਡ ਸਟੈਂਡਰਡ FSSAI ਹੈ ਕੀ ਹੁਣ ਇਹ ਮੈਂ ਤੁਹਾਨੂੰ ਜਾਣਕਾਰੀ ਤਾਂ ਦੇ ਰਹੀ ਹਾਂ ਕਿਉਂਕਿ ਤੁਹਾਨੂੰ ਮੈਂ PPSC ਲੈਵਲ ਦੇ ਪੇਪਰ ਲਈ ਤਿਆਰੀ ਕਰਵਾ ਰਹੀ ਹਾਂ ਸੋ ਉੱਥੇ ਕਦੇ ਵੀ ਤੁਸੀਂ ਦੇਖਿਆ ਹੋਊਗਾ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਇੱਕ ਤਾਂ ਮੇਨ ਸਿੰਪਲ ਹੁੰਦਾ ਜਿਹੜੀ ਪ੍ਰੋਗਰਾਮ ਦੇ ਵਿੱਚ ਕੀ ਹੈ ਉਹਦੇ ਬਾਰੇ ਇੱਕ ਹਮੇਸ਼ਾ ਸਟੇਟਮੈਂਟ ਹੁੰਦੀ ਹੈ ਜਿਹੜੀ ਕਨਫਿਊਜ਼ਿੰਗ ਹੁੰਦੀ ਹੈ ਜਾਂ ਤਾਂ ਅਥਾਰਟੀ ਬਾਰੇ ਮਿਨਿਸਟਰੀ ਬਾਰੇ ਸੋ ਤੁਹਾਨੂੰ ਅਥਾਰਟੀ ਬਾਰੇ ਵੀ ਇਕੁਅਲ ਜਾਣਕਾਰੀ ਹੋਣੀ ਜ਼ਰੂਰੀ ਹੈ ਸੋ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹਨੂੰ ਆਪਾਂ FSSAI ਕਹਿ ਦਿੰਦੇ ਹਾਂ ਇੱਕ ਆਟੋਨਮਸ ਸਟੈਚੂਟਰੀ ਬਾਡੀ ਹੈ ਕੱਲੀ ਇਹ ਜਿਹੀ ਬਾਡੀ ਹੈ ਜਿਹੜੀ ਮੇਨਲੀ ਫੂਡ ਖਾਣਾ ਪੂਰੇ ਦੇਸ਼ ਵਿੱਚ ਸੇਫਟੀ ਤੇ ਜਿਹੜੀ ਸਟੈਂਡਰਡਸ ਨੇ ਉਹਨਾਂ ਦੇ ਅਕੋਰਡਿੰਗ ਜਾ ਰਿਹਾ ਲੋਕਾਂ ਤੱਕ ਉਹਨਾਂ ਦੇ ਅਕੋਰਡਿੰਗ ਤਿਆਰ ਕੀਤਾ ਹੋਇਆ ਕਿਤੇ ਕੋਈ ਐਡਲਟ੍ਰੇਸ਼ਨ ਕੋਈ ਮਿਲਾਵਟ ਨਹੀਂ ਹੋ ਰਹੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਇਨਸ਼ੋਰ ਕਰਦੇ ਆ ਮਿਨਿਸਟਰੀ ਆਫ ਹੈਲਥ ਤੇ ਫੈਮਿਲੀ ਵੈਲਫੇਅਰ ਜਿਹੜੀ ਭਾਰਤ ਸਰਕਾਰ ਦੀ ਉਹ ਇਸ ਐਕਟ ਦੀ
ਮੇਨ ਐਡਮਿਨਿਸਟ੍ਰੇਟਿਵ ਮਿਨਿਸਟਰੀ ਹੈ, ਹੈੱਡਕੁਆਰਟਰਸ ਨੇ ਦਿੱਲੀ ਦੇ ਵਿੱਚ। ਜਿਹੜਾ FSSAI ਐਕਟ ਹੈ 2006 ਦਾ, ਬਹੁਤ ਸਾਰੇ ਪੁਰਾਣੇ ਐਕਟ ਤੇ ਆਰਡਰ ਨੂੰ ਮਿਲਾ ਕੇ ਇੱਕ ਐਕਟ ਬਣਾਇਆ ਤੇ ਜਿਹੜੇ ਇਹ 6 ਐਕਟ ਨੇ ਜਿਨ੍ਹਾਂ ਨੂੰ ਮਿਲ ਕੇ FSSAI ਬਣਿਆ। ਸੋ ਇਹ ਵੀ ਪੇਪਰ ਦੇ ਲਈ ਇੰਪੋਰਟੈਂਟ ਹੈ। ਇਸ ਟਾਈਪ ਦੇ ਕੁਐਸਚਨ ਪਹਿਲਾਂ PPSC ਵਿੱਚ ਆ ਚੁੱਕੇ ਨੇ ਕਿ ਵਿਚ ਆਫ ਦ ਫੋਲੋਇੰਗ ਵਰ ਇਨਕਲੂਡਡ ਇਨ FSSAI। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ 1954 ਦਾ ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਐਕਟ ਹੋ ਗਿਆ, ਫਰੂਟ ਪ੍ਰੋਡਕਟ ਆਰਡਰ 1955 ਦਾ, ਮੀਟ ਫੂਡ ਪ੍ਰੋਡਕਟ ਆਰਡਰ 1973 ਦਾ, ਵੈਜੀਟੇਬਲ ਆਇਲ ਪ੍ਰੋਡਕਟ ਕੰਟਰੋਲ ਆਰਡਰ 1947 ਦਾ, ਐਡੀਬਲ ਆਇਲ ਪੈਕੇਜਿੰਗ ਰੈਗੂਲੇਸ਼ਨ ਆਰਡਰ 1988 ਦਾ, ਮਿਲਕ ਐਂਡ ਮਿਲਕ ਪ੍ਰੋਡਕਟ ਆਰਡਰ 1992 ਦਾ। ਸੋ ਇਹਨਾਂ ਸਾਰਿਆਂ ਨੂੰ ਰੱਦ ਕਰਕੇ FSS ਐਕਟ ਆ ਗਿਆ 2006 ਦਾ। ਸੋ ਜਿਹੜੀ ਅਥਾਰਟੀ ਸੀ ਐਕਟ ਤੋਂ 2 ਸਾਲ ਬਾਅਦ ਬਣਾਈ ਗਈ, ਪਰ ਜਿਹੜਾ ਦਾ ਅਸਲੀ ਕੰਮ ਸਟਾਰਟ ਹੋਇਆ 2011 ਦੇ ਵਿੱਚ, ਜਦੋਂ ਇਹਦੀ ਰੂਲ ਤੇ ਰੈਗੂਲੇਸ਼ਨ ਪ੍ਰੋਪਰ ਤੈਅ ਹੋ ਗਈਆਂ ਸੀਗੀਆਂ। ਸੋ 7 ਮੇਨ ਕੰਮ ਨੇ FSSAI ਦੇ। ਹੁਣ ਇਹ ਇੰਪੋਰਟੈਂਟ ਆ ਗਿਆ। ਸਭ ਤੋਂ ਪਹਿਲਾਂ ਤਾਂ ਦੇਸ਼ ਵਿੱਚ ਜੋ ਵੀ ਫੂਡ ਪ੍ਰੋਡਕਟ ਤਿਆਰ ਹੁੰਦਾ ਉਹਦੇ ਸਟੈਂਡਰਡ ਕੀ ਹੋਣੇ ਚਾਹੀਦੇ ਨੇ ਉਹ ਸੈੱਟ ਕਰਦੀ ਹੈ। ਸੇਫਟੀ ਫੂਡ ਪ੍ਰੈਕਟਿਸ ਤਿਆਰ ਕਰਦੀ ਹੈ। ਲਾਇਸੈਂਸ ਫੂਡ ਬਿਜ਼ਨਸ FSSAI ਲਾਇਸੈਂਸ ਲਈ ਤੋਂ ਬਿਨਾਂ ਫੂਡ ਤਿਆਰ ਨਹੀਂ ਕਰ ਸਕਦੇ। ਇਨਸ਼ੋਰ ਕੰਪਲਾਇੰਸ ਥਰੂ ਇਨਸਪੈਕਸ਼ਨ। ਆਪਾਂ ਨੂੰ ਬਹੁਤ ਵਾਰੀ ਦੇਖਿਆ ਹੈ, ਸਪੈਸ਼ਲੀ ਦੀਵਾਲੀ ਦੇ ਨੇੜੇ ਕਈ ਵਾਰੀ ਰੇਡ ਪੈਂਦੀਆਂ ਹੁੰਦੀਆਂ ਨੇ ਮਿਠਾਈ ਦੀਆਂ ਦੁਕਾਨਾਂ ਤੇ, ਉਹ ਆ ਕੇ ਚੈੱਕ ਕਰਦੇ ਹੁੰਦੇ ਨੇ ਫੂਡ ਸੇਫਟੀ ਆਫਿਸਰ। ਦੈਨ ਟੈਸਟ ਫੂਡ ਫॉर ਸਟੈਂਡਰਡ, ਟ੍ਰੇਨ ਕਰਦੇ ਆ, ਬਿਲਡ ਕਰਦੇ ਆ ਕਪੈਸਿਟੀ, ਸਿਟੀਜ਼ਨ ਆਊਟਰੀਚ। ਸੋ ਇਹ ਸਾਰੇ ਨੇ ਫੰਕਸ਼ਨਸ, ਮੇਨ ਕੰਮ ਹੋ ਗਿਆ। ਫਰੇਮਿੰਗ ਆਫ ਰੈਗੂਲੇਸ਼ਨ ਟੂ ਲੇ ਡਾਊਨ ਸਟੈਂਡਰਡ ਤਿਆਰ ਕਰਦੇ ਨੇ। FSSAI ਫੂਡ ਸੇਫਟੀ ਲਾਇਸੈਂਸ ਸਰਟੀਫਿਕੇਸ਼ਨ ਦਿੱਤੇ ਜਾਂਦੇ ਨੇ ਫੂਡ ਬਿਜ਼ਨਸਿਸ ਨੂੰ। ਪ੍ਰੋਸੀਜਰ ਤੇ ਗਾਈਡਲਾਈਨਸ ਲੈਬੋਰਟਰੀਜ਼ ਆ ਜਿੱਥੇ ਫੂਡ ਤਿਆਰ ਹੁੰਦਾ ਹੈ। ਸੁਜੈਸ਼ਨ ਦਿੱਤੇ ਜਾਂਦੇ ਨੇ ਸਰਕਾਰ ਨੂੰ ਕਿ ਉਹ ਪਾਲਿਸੀਆਂ ਕਿਵੇਂ ਤਿਆਰ ਕਰਨ। ਟੂ ਕਲੈਕਟ ਡੇਟਾ ਰਿਗਾਰਡਿੰਗ ਕੰਟੈਮੀਨੈਂਟਸ ਇਨ ਫੂਡ ਪ੍ਰੋਡਕਟ, ਆਈਡੈਂਟੀਫਿਕੇਸ਼ਨ ਆਫ ਐਮਰਜਿੰਗ ਰਿਸਕ। ਜੇ ਕੋਈ ਰੈਪਿਡ ਅਲਰਟ ਹੈ, ਜਿਵੇਂ ਉਹਨਾਂ ਨੂੰ ਲੱਗਦਾ ਕਿ ਇਹ ਪ੍ਰੋਡਕਟ ਖਾ ਕੇ ਲੋਕ ਜ਼ਿਆਦਾ ਬਿਮਾਰ ਹੋ ਰਹੇ ਨੇ, ਤਾਂ ਫਿਰ ਉਹ ਸਰਕਾਰ ਨੂੰ ਵੀ ਦੱਸਦੇ ਨੇ, ਲੋਕਾਂ ਨੂੰ ਵੀ, ਫੂਡ ਬਿਜ਼ਨਸ ਨੂੰ ਵੀ, ਕਿ ਇਹ ਚੀਜ਼ ਹੁਣ ਅੱਗੇ ਇੰਨੀ ਮਾਤਰਾ 'ਚ ਹੋਣੀ ਚਾਹੀਦੀ ਹੈ, ਘਟਾ ਦਿਓ ਜਾਂ ਨਹੀਂ ਹੋਣੀ ਚਾਹੀਦੀ। ਸੋ ਜਨਰਲ ਅਵੇਅਰਨੈਸ, ਜਾਗਰੂਕਤਾ ਵੀ ਪੈਦਾ ਕਰਦੀ ਹੈ ਅਥਾਰਟੀ ਫੂਡ ਸੇਫਟੀ ਦੇ ਸਟੈਂਡਰਡ ਨੂੰ ਲੈ ਕੇ। ਸੋ 2006 ਦਾ ਐਕਟ ਹੈ। ਮੇਨ ਇਸ ਐਕਟ ਦਾ ਮਕਸਦ ਕੀ ਹੈ? ਇਸਟੈਬਲਿਸ਼ ਕਰਨੀ ਇੱਕ ਸਿੰਗਲ ਰੈਫਰੈਂਸ ਪੁਆਇੰਟ ਹਰ ਮੈਟਰ ਦੇ ਲਈ, ਚਾਹੇ ਕੋਈ ਮਲਟੀ ਲੈਵਲ ਮਲਟੀ ਡਿਪਾਰਟਮੈਂਟਲ ਕੰਟਰੋਲ ਹੈ, ਸਾਰਿਆਂ ਦੀ ਕਮਾਂਡ ਇਸ ਮੇਨ ਅਥਾਰਟੀ ਕੋਲ ਜਾਊਗੀ ਜਿਹਦੇ ਹੈੱਡਕੁਆਰਟਰਸ ਦਿੱਲੀ 'ਚ ਨੇ। ਐਕਟ ਨੇ ਇਸਟੈਬਲਿਸ਼ ਕੀਤੀ FSSAI ਤੇ ਨਾਲ ਹੀ ਇਹ ਤਾਂ ਹੋ ਗਈ ਇੰਡੀਆ ਲੈਵਲ ਦੀ। ਹੁਣ ਮੇਨ ਗਰਾਊਂਡ ਲੈਵਲ ਤੇ, ਸਟੇਟ ਲੈਵਲ ਤੇ ਅਲੱਗ ਤੋਂ ਇਹਨਾਂ ਦੀਆਂ ਸਬ ਅਥਾਰਟੀਜ਼ ਨੇ। ਸਟੇਟ ਫੂਡ ਲੈਵਲ ਅਥਾਰਟੀ ਹਰ ਸਟੇਟ ਦੀ, ਜਿਹੜੀ ਆਪਣੀ ਆਪਣੀ ਸਟੇਟ ਦੇ ਵਿੱਚ ਧਿਆਨ ਰੱਖਦੀ ਹੈ ਕਿ ਜਿਹੜੀ ਇੰਡੀਆ ਲੈਵਲ ਦੀ ਅਥਾਰਟੀ ਨੇ ਜੋ ਰੂਲਸ ਬਣਾਤੇ, ਹੁਣ ਉਹ ਗਰਾਊਂਡ ਲੈਵਲ ਤੇ ਫੋਲੋ ਹੋ ਰਹੇ ਨੇ, ਨਹੀਂ ਹੋ ਰਹੇ। ਫਿਰ 2011 ਦੇ ਕੁਝ ਰੂਲ ਸੀ ਜਿਹਦੇ ਵਿੱਚ ਇੱਕ ਟ੍ਰਾਈਬਿਊਨਲ ਵੀ ਬਣਾਇਆ ਗਿਆ ਜਿੱਥੇ ਕੇਸਿਸ ਸੁਣੇ ਜਾਂਦੇ ਨੇ, ਐਡਜੂਡੀਕੇਸ਼ਨ ਹੁੰਦੀ ਹੈ ਫੂਡ ਸੇਫਟੀ ਕੇਸਿਸ ਦੀ। ਦੈਨ ਰੈਗੂਲੇਸ਼ਨ ਸੀ ਜਿਹੜੇ 2011 ਦੀਆਂ, ਉਹਦੇ ਵਿੱਚ ਪੈਕੇਜਿੰਗ ਤੇ ਲੇਬਲ ਕਿਵੇਂ ਦੇ ਹੋਣਗੇ, ਫੂਡ ਦੇ ਵਿੱਚ ਕੀ ਕੀ ਐਡ ਕਰ ਸਕਦੇ ਨੇ, ਕਿੰਨੀ ਮਾਤਰਾ ਵਿੱਚ ਆਪਾਂ ਪ੍ਰੈਜ਼ਰਵੇਟਿਵ ਜਾਂ ਕੋਈ ਕਲਰ ਵਗੈਰਾ ਨੇ ਉਹ ਐਡ ਕਰ ਸਕਦੇ ਹਾਂ, ਫੂਡ ਕਲਰ। ਦੈਨ ਨॉन ਸਪੈਸੀਫਾਈਡ ਫੂਡ ਤੇ ਫੂਡ ਇਨਗਰੀਡੀਐਂਟ ਜਿਨ੍ਹਾਂ ਦੇ ਕਿ ਹਾਨੀਕਾਰਕ ਨੇ ਹਿਊਮਨ ਹੈਲਥ ਦੇ ਲਈ, ਉਹਨਾਂ ਨੂੰ ਪ੍ਰੋਹਿਬਿਟ ਕੀਤਾ ਜਾਂਦਾ ਹੈ, ਰਿਸਟ੍ਰਿਕਟ ਕੀਤਾ ਜਾਂਦਾ, ਉਹਨਾਂ ਦੀ ਸੇਲ ਤੇ ਅਪਰੂਵਲ ਚਾਹੀਦੀ ਹੈ। ਫੂਡ ਐਡਵਰਟਾਈਜ਼ਿੰਗ ਕਿਵੇਂ ਦੀ ਹੋ ਸਕਦੀ ਹੈ, ਆਰਗੈਨਿਕ ਫੂਡ ਦੇ ਕੀ ਸੇਫਟੀ ਸਟੈਂਡਰਡਸ ਨੇ। ਸੋ ਸਾਰਾ ਕੁਝ ਇਹ ਧਿਆਨ 'ਚ ਰੱਖਦੇ ਆ। ਹੁਣ ਸਟਰਕਚਰ ਕੀ ਹੈ, ਕਿਵੇਂ ਉੱਥੇ ਕੰਮ ਹੁੰਦਾ ਹੈ, ਕੌਣ ਹੈਡ ਕਰਦਾ ਹੈ। ਸੋ ਜਿਹੜਾ FSSAI ਹੈ, ਚੇਅਰਪਰਸਨ ਹੁੰਦਾ ਇੱਕ ਤੇ 22 ਹੋਰ ਮੈਂਬਰਸ ਨੇ ਜਿਹਦੇ ਵਿੱਚੋਂ ਕਿ 1/3 ਮਹਿਲਾਵਾਂ ਨੇ। ਸੋ ਚੇਅਰਪਰਸਨ ਸੈਂਟਰ ਦੀ ਸਰਕਾਰ ਅਪਾਇੰਟ ਕਰਦੀ ਹੈ। ਸੋ ਇਸ ਟਾਈਪ ਦੇ ਕੁਐਸਚਨ ਅਗੇਨ ਆਈ ਐਮ ਰਿਪੀਟਿੰਗ PPSC ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫੂਡ ਅਥਾਰਟੀ ਦੀ ਮਦਦ ਕਰਦੀ ਹੈ ਸਾਇੰਟੀਫਿਕ ਕਮੇਟੀ ਤੇ ਪੈਨਲ, ਜਿਹੜੇ ਕਿ ਸੈਂਟਰਲ ਐਡਵਾਈਜ਼ਰੀ ਕਮੇਟੀ ਵੀ ਨਾਲ ਮਿਲ ਕੇ ਸਟੈਂਡਰਡ ਵਗੈਰਾ ਜੋ ਸੈੱਟ ਕਰਨੇ ਹੁੰਦੇ ਨੇ ਤਾਂ ਹੈਲਪ ਕਰਦੇ ਆ, ਆਪਣੀ ਐਡਵਾਈਸ ਦਿੰਦੇ ਨੇ। ਪ੍ਰਾਇਮਰੀ ਮਕਸਦ ਹੈ ਐਨਫੋਰਸਮੈਂਟ ਕਰਵਾਉਣੀ ਸਟੇਟ ਫੂਡ ਸੇਫਟੀ ਕਮਿਸ਼ਨਰ ਦੀ, ਮਤਲਬ ਕਿ ਲੋਕਲ ਲੈਵਲ ਤੇ ਹਰ ਸਟੇਟ ਦੇ ਵਿੱਚ ਜਿਹੜੇ ਕਮਿਸ਼ਨਰ ਕੰਮ ਕਰਦੇ ਨੇ, ਚੈਕਿੰਗ ਕਰਦੇ ਨੇ, ਰੇਟਸ ਪਾਉਂਦੇ ਨੇ ਐਡਲਟ੍ਰੇਸ਼ਨ ਵਗੈਰਾ ਦੇਖਣ ਦੇ ਲਈ, ਮਿਲਾਵਟ ਦੇਖਣ ਦੇ ਲਈ। ਸੋ ਉਹਨਾਂ ਨੂੰ ਪੂਰਾ ਦਾ ਪੂਰਾ ਇਨਫੋਰਸਮੈਂਟ, ਉਹਨਾਂ ਦੀ ਐਗਜ਼ੀਕਿਊਸ਼ਨ ਕਿ ਉਹ ਸਹੀ ਕੰਮ ਕਰ ਰਹੇ ਨੇ, ਉਹਨਾਂ ਦਾ ਸਭ ਕੁਝ, ਉਹਨਾਂ ਦੀ ਪੇਮੈਂਟ, ਸੈਲਰੀ, ਐਵਰੀਥਿੰਗ। ਸੋ ਇਹ ਡਰਾਬੈਕਸ ਤੁਹਾਨੂੰ ਇੰਨਾ ਪੜ੍ਹਨ ਦੀ ਜ਼ਰੂਰਤ ਨਹੀਂ ਹੈ।
ਸੋ ਕੁਝ ਲੈਂਡਮਾਰਕ ਕੇਸਿਸ ਨੇ ਜਿਹੜੇ FSSAI ਦੇ ਨਾਲ ਰਿਲੇਟਡ ਨੇ। ਸੋ ਮੈਗੀ ਨੂਡਲਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਲੈਡ ਦੀ ਮਾਤਰਾ ਜ਼ਿਆਦਾ ਪਾਈ ਗਈ ਸੀ। ਸੋ ਨੈਸਲੇ ਇੰਡੀਆ ਲਿਮਿਟਿਡ ਮੈਗੀ ਕੇਸ ਆਇਆ ਸੀ। FSSAI ਨੇ ਹਿਊਮਨ ਕੰਜ਼ੰਪਸ਼ਨ ਦੇ ਲਈ, ਇਨਸਾਨਾਂ ਦੇ ਖਾਣ ਲਈ ਮੈਗੀ ਨੂੰ ਬੈਨ ਕਰਵਾਇਆ ਸੀ ਕੁਝ ਸਮੇਂ ਲਈ। ਸੋ ਨਵੀਂ ਮੈਗੀ ਕੁਝ ਸਮੇਂ ਲਈ ਮੈਨੂਫੈਕਚਰ ਨਹੀਂ ਸੀ ਹੋਈ, ਫਿਰ ਜਦੋਂ ਹੋਈ ਤਾਂ ਉਹਨਾਂ ਨੇ ਉਹਦੇ ਵਿੱਚੋਂ ਜਿਹੜੀ ਲੈਡ ਦੀ ਮਾਤਰਾ ਪਾਈ ਗਈ ਸੀ ਪੂਰੇ ਤਰੀਕੇ ਨਾਲ ਬੈਨ ਕਰਕੇ FSSAI ਤੋਂ ਪੂਰਾ ਅਪਰੂਵ ਕਰਵਾ ਕੇ ਫਿਰ ਦੁਬਾਰਾ ਮਾਰਕੀਟ ਵਿੱਚ ਰਿਲੀਜ਼ ਕੀਤੀ। ਸੋ ਪੇਪਰਸ ਤੁਹਾਨੂੰ ਆ ਸਕਦਾ ਕਿ ਮੈਗੀ ਦੇ ਵਿੱਚ ਕੀ ਪਾਇਆ ਗਿਆ ਸੀ, ਕੈਡਮੀਅਮ, ਕਾਪਰ, ਲੈਡ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਪਾਰਟਿਕੂਲਰਲੀ ਲੈਡ। ਅਗੇਨ ਦਿਸ ਇਜ਼ ਵੈਰੀ ਇੰਪੋਰਟੈਂਟ। ਕੈਡਬਰੀ ਇੰਡੀਆ, ਸੋ ਰਿਪੋਰਟ ਕੀਤਾ ਗਿਆ ਸੀ ਕੁਝ ਕੀੜੇ, ਕੁਝ ਵਰਮਸ ਪਾਏ ਗਏ ਨੇ ਕੈਡਬਰੀ ਡੇਰੀ ਮਿਲਕ ਦੇ ਵਿੱਚ। ਸੋ FSSAI ਨੇ ਕਿਹਾ ਸੀ ਜਿਹੜੀ ਪੈਕੇਜਿੰਗ ਹੈ ਉਹ ਪ੍ਰੋਪਰ ਨਹੀਂ ਹੈ, ਏਅਰ ਟਾਈਟ ਨਹੀਂ ਹੈ। ਸੋ ਪੈਕੇਜਿੰਗ ਨੂੰ ਚੇਂਜ ਕਰਨ ਲਈ ਕਿਹਾ ਸੀ, ਟੂ ਮੈਂਡੇਟਰੀ ਕਿ ਕੰਪਲਸਰੀ ਨਵੀਂ ਪੈਕੇਜਿੰਗ ਆਵੇ, ਪੈਕੇਜਿੰਗ ਚੇਂਜ ਕੀਤੇ ਬਿਨਾ ਪੁਰਾਣੀ ਪੈਕੇਜਿੰਗ ਵਾਲੇ ਮਾਰਕੀਟ ਵਿੱਚ ਕੈਡਬਰੀ ਡੇਰੀ ਮਿਲਕ ਨਾ ਜਾਣ। ਸੋ ਅਲੱਗ-ਅਲੱਗ ਇਨੀਸ਼ੀਏਟਿਵਸ ਲਏ ਨੇ, ਕਦਮ ਚੱਕੇ ਨੇ FSSAI ਨੇ ਫੂਡ ਸੇਫਟੀ ਸਿਕਿਉਰਿਟੀ ਲਈ ਇੰਡੀਆ ਦੇ ਅੰਦਰ, ਜਿਹਦੇ ਵਿੱਚੋਂ ਕੁਝ ਇੰਪੋਰਟੈਂਟ ਦੇਖ ਲੈਂਦੇ ਆਪਾਂ। ਸੋ ਪੇਪਰਸ ਤੁਹਾਨੂੰ ਆ ਸਕਦਾ ਹੈ ਕਿ ਵਿਚ ਆਫ ਦ ਫੋਲੋਇੰਗ ਇਜ਼ ਐਨ ਇਨੀਸ਼ੀਏਟਿਵ ਆਫ FSSAI। ਸੋ ਤੁਹਾਨੂੰ ਨਾਮ ਪਤਾ ਹੋਣੇ ਚਾਹੀਦੇ ਨੇ ਸਿੰਪਲੀ। ਪਹਿਲਾ ਮਾਸ ਮੀਡੀਆ ਕੈਂਪੇਨ ਹਾਰਟ ਅਟੈਕ ਰਿਵਾਈਂਡ, ਦੈਨ FSSAI ਚਿਪਸ, ਇਹਦੇ ਵਿੱਚ CII ਤੇ HUL ਨੇ ਮਿਲ ਕੇ ਕੋਲੈਬੋਰੇਟ ਕੀਤਾ ਸੀ, ਫੂਡ ਸੇਫਟੀ ਸਾਇੰਸ ਦੇ ਉੱਤੇ ਕੋਲੈਬੋਰੇਟ ਕੀਤਾ ਸੀ ਇੰਡਸਟਰੀ, ਦੈਨ ਫੂਡ ਸੇਫਟੀ ਅਕੈਡਮੀਆ, ਸਾਇੰਟਿਫਿਕ ਕਮਿਊਨਿਟੀ, ਸਾਰਿਆਂ ਨੇ ਮਿਲ ਕੇ ਲੋਕਾਂ ਨੂੰ ਜਾਗਰੂਕਤਾ ਪੈਦਾ ਕੀਤੀ ਸੀ ਕਿ ਕਿਵੇਂ ਸਾਇੰਸ ਨੂੰ ਮਿਲ ਕੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਐਜੂਕੇਸ਼ਨ ਦੇ ਥਰੂ ਇੰਡਸਟਰੀ ਨੂੰ ਵੀ ਨਾਲ ਆ ਕੇ ਕਦਮ ਚੁੱਕਣਾ ਚਾਹੀਦਾ ਹੈ ਕਿ ਜਿਹੜਾ ਇੰਡਸਟਰੀ ਵਿੱਚ ਖਾਣਾ ਪਹੁੰਚ ਰਿਹਾ ਉਹ ਸੇਫ ਹੈ। ਦੈਨ ਸਟੇਟ ਫੂਡ ਸੇਫਟੀ ਇੰਡੈਕਸ ਰਿਲੀਜ਼ ਕੀਤੇ ਜਾਂਦੇ ਨੇ ਜਿਹਦੇ 'ਚ ਪਰਫਾਰਮੈਂਸ ਮੈਜਰ ਕੀਤੀ ਜਾਂਦੀ ਹੈ ਅਲੱਗ-ਅਲੱਗ ਪੈਰਾਮੀਟਰਸ ਦੇ ਆਧਾਰ ਉੱਤੇ। ਸੋ ਪੈਰਾਮੀਟਰਸ ਇਹ ਦਿੱਤੇ ਹੋਏ ਨੇ, ਹਿਊਮਨ ਰਿਸੋਰਸ ਇੰਸਟੀਟਿਊਸ਼ਨਲ ਡੇਟਾ, ਕੰਪਲਾਇੰਸ ਕਿ ਹਰ ਕੋਈ ਫੋਲੋ ਕਰ ਰਿਹਾ ਰੂਲਸ ਜਾਂ ਨਹੀਂ, ਫੂਡ ਟੈਸਟਿੰਗ। ਸੋ ਸਟੇਟਸ ਨੂੰ ਰੈਂਕ ਦਿੱਤਾ ਜਾਂਦਾ ਹੈ ਕਿ ਕਿਹੜੀ ਸਟੇਟ ਵਿੱਚ ਫੂਡ ਸਭ ਤੋਂ ਜ਼ਿਆਦਾ ਸੇਫ ਹੈ। ਸੋ ਪਹਿਲਾ ਸਟੇਟ ਫੂਡ ਸੇਫਟੀ ਇੰਡੈਕਸ ਆਇਆ ਸੀ 2018-19 ਦਾ, ਤੇ ਇਹ ਅਨਾਊਂਸ ਕੀਤਾ ਗਿਆ ਸੀ ਵਰਲਡ ਫੂਡ ਸੇਫਟੀ ਡੇ ਦੇ ਉੱਤੇ 7 ਜੂਨ 2019 ਨੂੰ। ਹੁਣ ਇਹਦੇ ਨਾਲ ਹੀ ਥੋੜਾ ਇੱਕ ਹੋਰ ਉਰੇ ਕੁਐਸਚਨ ਤਿਆਰ ਹੋ ਗਿਆ ਸਟੈਟਿਕ ਨੌਲੇਜ ਦਾ ਕਿ ਵਰਲਡ ਫੂਡ ਸੇਫਟੀ ਡੇ ਕਿਸ ਦਿਨ ਹੁੰਦਾ ਹੈ। ਦੈਨ ਈਟ ਰਾਈਟ ਇੰਡੀਆ ਮੂਵਮੈਂਟ, ਇਹ ਤਾਂ ਬਹੁਤ ਫੇਮਸ ਹੋਇਆ ਸੀ। ਸੋ ਬਾਅਦ ਵਿੱਚ ਇਹਨੂੰ ਨੈਸ਼ਨਲ ਹੈਲਥ ਪਾਲਿਸੀ 2017 ਦੇ ਅੰਦਰ ਇੰਟੀਗ੍ਰੇਟ ਕਰਤਾ। ਈਟ ਰਾਈਟ ਸਟੇਸ਼ਨ ਸਰਟੀਫਿਕੇਟ, ਸੋ ਜਿਹੜਾ ਸਰਟੀਫਿਕੇਟ ਹੈ FSSAI ਦਿੰਦੀ ਹੈ ਰੇਲਵੇ ਸਟੇਸ਼ਨ ਨੂੰ ਜਿਹੜੇ ਕਿ ਫੂਡ ਸਟੈਂਡਰਡਸ ਦੇ ਅਕੋਰਡਿੰਗ ਪੈਸੇਂਜਰਸ ਤੱਕ ਖਾਣਾ ਪਹੁੰਚਾਉਂਦੇ ਨੇ। ਸੋ ਦਿਸ ਇਜ਼ ਆਲਸੋ ਇੰਪੋਰਟੈਂਟ। ਸੋ FSSAI ਵਾਲਾ ਐਕਟ ਨੂੰ ਆਪਾਂ ਨੇ ਦੇਖ ਲਿਆ 2006 ਦਾ। ਨੈਕਸਟ ਆਪਾਂ ਗੱਲ ਕਰਾਂਗੇ 1992 ਦੀ ਇਨਫੈਂਟ ਮਿਲਕ ਸਬਸਟੀਟਿਊਟ ਫੀਡਿੰਗ ਬੋਟਲ ਇਨਫੈਂਟ ਫੂਡ ਰੈਗੂਲੇਸ਼ਨ ਆਫ ਪ੍ਰੋਡਕਸ਼ਨ ਐਂਡ ਸਪਲਾਈ ਡਿਸਟ੍ਰੀਬਿਊਸ਼ਨ ਐਕਟ। ਸੋ 1992 ਵਿੱਚ ਭਾਰਤ ਨੇ ਅਡਾਪਟ ਕੀਤਾ ਸੀ ਇਹ ਐਕਟ। ਕੁਝ ਇਹਦੇ ਵਿੱਚ ਚੇਂਜਸ ਲਿਆਂਦੀਆਂ ਗਈਆਂ 2003 ਦੇ ਵਿੱਚ, ਸੋ ਦੈਟ ਜੋ ਪਹਿਲਾਂ ਕਮੀਆਂ ਸੀ 1992 ਦੇ ਐਕਟ ਵਿੱਚ, ਕੁਝ ਲੂਪ ਹੋਲ ਸੀ, ਉਹਨਾਂ ਨੂੰ ਚੇਂਜ ਕਰਕੇ ਦੁਬਾਰਾ ਤੋਂ ਇੱਕ ਵਧੀਆ ਸਟਰੋਂਗ ਐਕਟ ਲਿਆਂਦਾ ਜਾਵੇ। ਸੋ ਇਸ ਐਕਟ ਦੇ ਅੰਦਰ ਫਾਰਮੂਲਾ ਮਿਲਕ ਦੀ ਕੀ ਕੰਪੋਜੀਸ਼ਨ ਹੋਊਗੀ ਉਹ ਦੱਸਿਆ ਗਿਆ। ਉਸ ਤੋਂ ਬਾਅਦ 2 ਸਾਲ ਦੇ ਬੱਚਿਆਂ ਦੇ ਲਈ ਕਿਸੇ ਵੀ ਤਰੀਕੇ ਦਾ ਫੂਡ ਹੈ ਜਿਹੜਾ ਬਾਹਰਲਾ ਪੈਕੇਜਿੰਗ ਵਾਲਾ ਉਹ ਪ੍ਰਮੋਟ ਨਹੀਂ ਕਰਨਾ, ਉਹਦੇ ਉੱਤੇ ਬੈਨ ਲਗਾਇਆ ਗਿਆ। ਸੋ ਇਹ ਵੀ ਇੰਪੋਰਟੈਂਟ ਚੀਜ਼ ਹੈ। ਇਹਦੇ ਅੰਦਰ ਇਹ ਵੀ ਕਿਹਾ ਗਿਆ ਕਿ ਜੇ ਕੋਈ IMS ਇਸ ਐਕਟ ਦੇ ਰੂਲਸ ਨੂੰ ਫੋਲੋ ਨਹੀਂ ਕਰੂਗਾ ਤਾਂ ਉਹਦੇ ਉੱਤੇ ਇੱਕ ਕ੍ਰਿਮੀਨਲ ਅਪਰਾਧ ਮੰਨਿਆ ਜਾਊਗਾ, ਅਫੈਂਸ ਹੋਊਗਾ ਇੱਕ, ਤੇ ਫਾਈਨ ਵੀ ਲੱਗੂਗਾ ਤੇ ਨਾਲ ਜੇਲ੍ਹ 'ਚ ਵੀ ਜਾਊਗਾ। ਸੋ ਇਹ ਜਿਹੜਾ ਐਕਟ ਹੈ ਸਹੀ ਤਰੀਕੇ ਨਾਲ ਲਾਗੂ ਹੋ ਰਿਹਾ ਨਹੀਂ ਹੋ ਰਿਹਾ ਦੀ ਮੋਨੀਟਰਿੰਗ ਕਰਦੀਆਂ ਨੇ 4 NGOs, ਫੂਡ ਸੇਫਟੀ ਆਫੀਸ਼ੀਅਲ ਤੇ ਹੋਰ ਗਵਰਨਮੈਂਟ ਆਫੀਸ਼ੀਅਲ, ਜਿਹੜੇ ਕਿ ਇਸੇ ਐਕਟ ਦੇ ਸੈਕਸ਼ਨ 21(1) ਦੇ ਅੰਦਰ ਦੱਸੀਆਂ ਹੋਈਆਂ ਨੇ ਅਥਾਰਟੀਜ਼। ਜਿਹੜੀ ਪਾਰਟਿਕੂਲਰ NGO ਹੈ ਜਿਹੜੀ ਮੇਨ ਇਹਦੀ ਮੋਨੀਟਰਿੰਗ ਦੇਖਦੀ ਹੈ ਤੇ ਜਿਹੜੀ ਬਹੁਤ ਸਕਸੈਸਫੁਲ ਰਹੀ ਹੈ ਭਾਰਤ ਦੇ ਅੰਦਰ, ਉਹਦਾ ਨਾਮ ਹੈ BPNI, ਬ੍ਰੈਸਟ ਫੀਡਿੰਗ ਪ੍ਰਮੋਸ਼ਨ ਨੈਟਵਰਕ ਆਫ ਇੰਡੀਆ। ਸੋ ਇਹ ਨਾਮ ਵੀ ਤੁਸੀਂ ਯਾਦ ਰੱਖਣਾ ਹੈ। ਤੇ ਟਾਈਮ ਟੂ ਟਾਈਮ ਜਿਹੜੀ ਰਿਪੋਰਟਸ ਇਹਦੇ ਅੰਦਰ ਦਿੱਤੀਆਂ ਜਾਂਦੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਮਿਨਿਸਟਰੀ ਆਫ ਵਿਮਨ ਤੇ ਚਾਈਲਡ ਡਿਵੈਲਪਮੈਂਟ ਨੂੰ। ਸੋ ਜਿਹੜਾ ਐਕਟ ਹੈ ਪੂਰੇ ਭਾਰਤ ਉੱਤੇ ਲਾਗੂ ਹੁੰਦਾ ਹੈ। ਕੋਈ ਵੀ ਪਰਸਨ ਐਡਵਰਟਾਈਜ਼ ਨਹੀਂ ਕਰ ਸਕਦਾ ਡਿਸਟ੍ਰੀਬਿਊਸ਼ਨ, ਸੇਲ, ਸਪਲਾਈ ਆਫ ਇਨਫੈਂਟ ਮਿਲਕ ਸਬਸਟੀਟਿਊਟ ਫੀਡਿੰਗ ਬੋਟਲ ਔਰ ਇਨਫੈਂਟ ਫੂਡ। ਕਦੇ ਵੀ ਕਿਸੇ ਐਡਵਰਟਾਈਜ਼ਮੈਂਟ ਦੇ ਵਿੱਚ ਇਹ ਇੰਪ੍ਰੈਸ਼ਨ ਨਹੀਂ ਕ੍ਰੀਏਟ ਕੀਤਾ ਜਾ ਸਕਦਾ ਕਿ ਜਿਹੜਾ ਪੈਕੇਜਿੰਗ ਵਾਲਾ ਮਿਲਕ ਹੈ ਉਹ ਮਦਰ ਦੇ ਮਿਲਕ ਤੋਂ ਬੈਟਰ ਹੈ।
ਸੋ ਕਿੱਥੇ ਕਿੱਥੇ ਪ੍ਰਮੋਟ ਕਰ ਸਕਦੇ ਆ, ਕਿੱਥੇ ਨਹੀਂ ਕਰ ਸਕਦੇ, ਸਾਰਾ ਕੁਝ ਦੱਸਿਆ ਹੋਇਆ ਹੈ। ਸਪਲਾਈ ਕਿਵੇਂ ਹੋਊਗੀ, ਪ੍ਰੈਗਨੈਂਟ ਵੂਮਨ ਨੂੰ ਕੋਈ ਕੰਟੈਕਟ ਹੈ, ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਹੋਈਆਂ ਨੇ ਐਕਟ ਦੇ ਅੰਦਰ। ਜਿਹੜੀ ਆਪਣੇ ਉੱਪਰ ਆਰਗੇਨਾਈਜੇਸ਼ਨ ਦੇਖੀ ਹੈ BPNI, ਬ੍ਰੈਸਟ ਫੀਡਿੰਗ ਪ੍ਰਮੋਸ਼ਨ ਨੈਟਵਰਕ ਆਫ ਇੰਡੀਆ, ਸੋ ਇਹਦੇ ਬਾਰੇ ਥੋੜਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 1991 ਵਿੱਚ ਸਟੈਬਲਿਸ਼ ਹੋਈ ਸੀ। ਨਾਓ ਹੈਜ਼ 3704 ਮੈਂਬਰ, 57 ਆਰਗੇਨਾਈਜੇਸ਼ਨ ਮੈਂਬਰ ਨੇ, ਜਿਹਦੇ ਵਿੱਚ ਕਿ ਮਤਲਬ ਆਰਗੇਨਾਈਜੇਸ਼ਨ ਨੇ ਬਹੁਤ ਸਾਰੀਆਂ ਜਿਹੜੀ ਇਹਦੇ ਨਾਲ ਮਿਲ ਕੇ ਕੰਮ ਕਰਦੀਆਂ ਨੇ। 2003 ਵਿੱਚ BPNI ਨੇ ਪਬਲਿਸ਼ ਕੀਤਾ ਸੀ ਮੋਨੀਟਰਿੰਗ ਮੈਨੂਅਲ ਡੀਟੇਲਿੰਗ ਦ ਮੈਥਡ ਫॉर ਮੋਨੀਟਰਿੰਗ, ਕਿ ਕਿਵੇਂ IMS ਐਕਟ ਨੂੰ ਆਪਾਂ ਨੇ ਸਿੰਪਲ ਭਾਸ਼ਾ ਦੇ ਵਿੱਚ ਸਾਰਾ ਦੱਸਿਆ ਹੋਇਆ ਸੀ ਕਿ ਮੋਨੀਟਰ ਕਰਨਾ ਹੈ। ਸੋ ਇਸ ਮੈਨੂਅਲ ਦੇ ਨਾਲ ਬਹੁਤ ਜ਼ਿਆਦਾ ਮਦਦ ਹੋਈ ਸੀ ਪ੍ਰੈਸ ਨੂੰ, ਹੋਰ ਸਾਰੇ ਅਥਾਰਟੀਜ਼ ਨੂੰ, ਗਵਰਨਮੈਂਟ ਏਜੰਸੀਜ਼ ਨੂੰ ਇਹ ਸਮਝਣ ਦੇ ਲਈ ਕਿ ਐਕਟ ਹੈ ਕੀ। ਫਿਰ ਆਉਂਦਾ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ 2005 ਦਾ। ਸੋ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਇੰਪਲੋਇਮੈਂਟ ਦੀ, ਇੰਪਲੋਇਮੈਂਟ ਅਸ਼ੋਰੈਂਸ ਦੀ। ਸੋ ਜਿਹੜੀ ਇਹ ਸਕੀਮ ਹੈ, ਦਿਸ ਇਜ਼ ਆਲਸੋ ਇੰਪੋਰਟੈਂਟ। ਸੋ ਆਪਾਂ ਇਸ ਸਕੀਮ ਨੂੰ ਚਾਈਲਡ ਵੈਲਫੇਅਰ ਦੇ ਅੰਦਰ ਤਾਂ ਪੜ੍ਹ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਸਕੀਮ ਦੇ ਵਿੱਚ ਸਪੈਸੀਫਾਈ ਕੀਤਾ ਹੋਇਆ ਹੈ ਕਿ ਆਪਾਂ ਨੇ ਚਾਈਲਡ ਲੇਬਰ ਨੂੰ ਸਬਸਟੀਟਿਊਟ ਕਰਨਾ ਹੈ। ਸੋ ਚਾਈਲਡ ਲੇਬਰ ਨਹੀਂ ਹੋਣੀ ਚਾਹੀਦੀ, ਉਹਦੀ ਜਗ੍ਹਾ ਤੇ ਕਿੰਨੀ ਏਜ ਵਾਲੇ ਕੰਮ ਕਰ ਸਕਦੇ ਨੇ, ਸੋ ਇਹ ਸਾਰਾ ਕੁਝ। ਸੋ 1991 ਦੇ ਵਿੱਚ PV ਨਰਸਿਮਹਾ ਰਾਓ ਸਰਕਾਰ ਨੇ ਇੱਕ ਪਾਇਲਟ ਸਕੀਮ ਰੱਖੀ ਸੀ ਇੰਪਲੋਇਮੈਂਟ ਦੇ ਲਈ, ਰੁਜ਼ਗਾਰ ਦੇ ਲਈ ਪੇਂਡੂ ਖੇਤਰਾਂ ਦੇ ਵਿੱਚ। ਮੇਨ ਇਹਦੇ 3 ਏਮ ਸੀ। ਪਹਿਲਾ, ਇੰਪਲੋਇਮੈਂਟ ਜਨਰੇਸ਼ਨ ਐਗਰੀਕਲਚਰ ਲੇਬਰ ਦੇ ਲਈ ਜਦੋਂ ਜ਼ਰੂਰਤ ਹੈ, ਲੀਨ ਸੀਜ਼ਨ ਹੈ। ਇਨਫਰਾਸਟ੍ਰਕਚਰ ਡਿਵੈਲਪਮੈਂਟ, ਤੀਜਾ ਫੂਡ ਸਿਕਿਉਰਿਟੀ। ਸੋ ਫੂਡ ਸਿਕਿਉਰਿਟੀ ਜੇ ਇੱਕ ਫੈਮਿਲੀ ਦੇ ਵਿੱਚ ਹੋਊਗੀ ਤਾਂ ਉਹਦੇ ਬੱਚਿਆਂ ਦੇ ਨਿਊਟ੍ਰੀਸ਼ਨ ਵੱਲ ਵੀ ਧਿਆਨ ਜਾਊਗਾ। ਸੋ ਇਸੇ ਲਈ ਆਪਾਂ ਇਸ ਸਕੀਮ ਨੂੰ ਇਸ ਟੌਪਿਕ ਦੇ ਅੰਦਰ ਪੜ੍ਹ ਰਹੇ ਹਾਂ। ਦਿਸ ਸਕੀਮ ਵਾਸ ਕਾਲਡ ਇੰਪਲੋਇਮੈਂਟ ਅਸ਼ੋਰੈਂਸ ਸਕੀਮ। ਬਾਅਦ ਵਿੱਚੋਂ ਇਹਦਾ ਨਾਮ ਨਰੇਗਾ ਰੱਖਿਆ ਗਿਆ ਆਫਟਰ ਦ ਮਰਜਰ ਵਿਦ ਫੂਡ ਫॉर ਵਰਕ ਪ੍ਰੋਗਰਾਮ। ਸੋ ਜਿਹੜੀ ਫੂਡ ਫॉर ਵਰਕ ਪ੍ਰੋਗਰਾਮ ਸਕੀਮ ਹੈ ਉਹਨੂੰ ਇਹਦੇ ਅੰਦਰ ਹੀ ਇੰਟੀਗ੍ਰੇਟ ਕਰਤਾ। ਸੋ ਇਹਦੀ ਫੁੱਲ ਫਾਰਮ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ 2 ਫਰਵਰੀ 2006 ਨੂੰ ਅਫੀਸ਼ੀਅਲੀ ਲਾਂਚ ਹੋਈ ਸੀ। ਜਿਹੜਾ ਐਕਟ ਪਾਸ ਹੋਇਆ ਸੀ ਉਹ ਹੋਇਆ ਸੀ 23 ਅਗਸਤ 2005 ਨੂੰ। ਪਹਿਲਾਂ ਇਹਨੂੰ ਕਿਹਾ ਜਾਂਦਾ ਸੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਸੋ ਕਿੰਨੇ ਜ਼ਿਲ੍ਹੇ ਕਵਰ ਹੁੰਦੇ ਨੇ? ਸੋ 708, 11 ਫਰਵਰੀ 2021 ਤੱਕ ਇਹ ਡੇਟਾ ਹੈ। ਸੋ ਮੇਨ ਇਹਦੇ ਅੰਦਰ ਸਟੇਕ ਹੋਲਡਰਸ ਕੌਣ ਨੇ, ਕਿਹਨੂੰ ਇਹਦੇ ਅੰਦਰ ਇੰਟਰਸਟਿਡ ਪਾਰਟੀਜ਼ ਮੰਨਿਆ ਜਾਂਦਾ ਹੈ। ਸੋ ਵੇਦ ਸੀਕਰ ਜਿਹੜੇ ਇਹਦੇ ਅੰਦਰ ਕੰਮ ਕਰਦੇ ਨੇ, ਗ੍ਰਾਮ ਸਭਾ 3 ਲੈਵਲ ਦੀ ਜਿਹੜੀ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੇ, ਪ੍ਰੋਗਰਾਮ ਆਫਿਸਰ ਨੇ ਬਲਾਕ ਪੱਧਰ ਤੇ, ਡਿਸਟ੍ਰਿਕਟ ਪ੍ਰੋਗਰਾਮ ਕੋਆਰਡੀਨੇਟਰ ਹੈ, ਸਟੇਟ ਦੀ ਸਰਕਾਰ ਹੈ, ਰੂਰਲ ਡਿਵੈਲਪਮੈਂਟ ਦੀ ਮਿਨਿਸਟਰੀ ਹੈ, ਕੋਈ ਸਿਵਲ ਸੁਸਾਇਟੀਆਂ, ਆਮ ਲੋਕ ਨੇ, ਜਾਂ ਕੋਈ ਹੋਰ ਇਨਲਾਈਨ ਡਿਪਾਰਟਮੈਂਟ ਹੋ ਗਏ, ਕੋਈ ਸੈਲਫ ਹੈਲਪ ਗਰੁੱਪ ਨੇ। ਥੋੜਾ ਮਨਰੇਗਾ ਦਾ ਜੌਬ ਕਾਰਡ ਹੈ, ਇਹ ਵਰਕਰ ਨੂੰ ਐਂਟਾਈਟਲ ਕਰਦਾ ਹੈ ਕਿ ਉਹ ਸਕੀਮ ਦੇ ਅੰਦਰ ਐਲੀਜੀਬਲ ਹੈ, ਕੰਮ ਕਰ ਸਕਦੇ ਆ। ਸੋ ਇਹਦੇ ਅੰਦਰ 100 ਦਿਨਾਂ ਦਾ ਘੱਟੋ ਘੱਟ ਗਾਰੰਟੀਡ ਕੰਮ ਦਿੱਤਾ ਜਾਂਦਾ ਹੈ ਵੇਜ ਵਰਕ ਇੱਕ ਫਾਈਨੈਂਸ਼ੀਅਲ ਈਅਰ ਦੇ ਅੰਦਰ। ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਐਕਟ 1954। ਸੋ ਫੂਡ ਐਡਲਟ੍ਰੇਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਫੂਡ ਆਈਟਮ ਜਾਂ ਕੋਈ ਪੀਣ ਵਾਲੀ ਚੀਜ਼ ਦੇ ਵਿੱਚ, ਬੈਵਰੇਜਿਸ ਦੇ ਵਿੱਚ ਉਹਦੀ ਕੁਆਂਟੀਟੀ ਵਧਾਉਣ ਦੇ ਲਈ ਉਹਦੀ ਕੁਆਲਿਟੀ ਨੂੰ ਆਪਾਂ ਘਟਾ ਦਿੰਦੇ ਹਾਂ, ਉਹਦਾ ਪ੍ਰਾਈਸ ਆਪਾਂ ਘਟਾ ਦਿੰਦੇ ਹਾਂ, ਤੇ ਉਹਦੇ ਅੰਦਰ ਆਪਾਂ ਕੋਈ ਮਿਲਾਵਟ ਕਰਦੇ ਹਾਂ, ਕੋਈ ਕੰਟੈਮੀਨੈਂਟਸ ਜੋ ਉਹਦੇ ਅਸਲੀ ਕੋਈ ਅੰਦਰ ਇਨਗਰੀਡੀਐਂਟਸ ਉਹਨਾਂ ਨਾਲ ਛੇੜਛਾੜ ਕਰਦੇ ਹਾਂ ਆਪਾਂ। ਸੋ ਫੂਡ ਐਡਲਟ੍ਰੇਸ਼ਨ ਨੂੰ ਸਿੰਪਲ ਸ਼ਬਦਾਂ 'ਚ ਆਪਾਂ ਮਿਲਾਵਟ ਕਹਿ ਦਿੰਦੇ ਹਾਂ। ਸੋ ਇਹ ਬਹੁਤ ਹੀ ਜ਼ਿਆਦਾ ਮੇਨ ਇਸ਼ੂ ਹੈ ਭਾਰਤ ਦੇ ਅੰਦਰ, ਫੂਡ ਕੁਆਲਿਟੀ ਨੂੰ ਘਟਾਉਣ ਦਾ। ਸੀਰੀਅਸ ਬਿਮਾਰੀਆਂ ਹੁੰਦੀਆਂ ਨੇ ਹਿਊਮਨਸ ਦੇ ਵਿੱਚ ਵੀ, ਐਨੀਮਲਸ ਦੇ ਵਿੱਚ ਵੀ। ਸੋ ਇਹਦੇ ਤੋਂ ਪਹਿਲਾਂ ਕੀ ਸੀਗਾ, ਜਦੋਂ ਪ੍ਰੀ ਇੰਡੀਪੈਂਡੈਂਸ ਐਰਾ ਸੀਗਾ ਤਾਂ ਕਾਫੀ ਸਾਰੀਆਂ ਸਟੇਟਸ ਜਾਂ ਪ੍ਰੋਵਿੰਸਿਸ ਦੇ ਆਪਣੇ ਫੂਡ ਐਡਲਟ੍ਰੇਸ਼ਨ ਨੂੰ ਰੋਕਣ ਦੇ ਲਈ ਰੂਲਸ ਰੈਗੂਲੇਸ਼ਨ ਸੀ। ਸੋ ਜਿਨ੍ਹਾਂ ਦੇ ਵਿੱਚੋਂ ਪਹਿਲਾ ਆਉਂਦਾ ਕਲਕੱਤੇ ਦਾ ਮਿਊਨਿਸਪਲ ਐਕਟ 1923 ਦਾ, ਯੂਪੀ ਪਿਓਰ ਫੂਡ ਐਕਟ 1950, ਪੰਜਾਬ ਪਿਓਰ ਫੂਡ ਐਕਟ 1929। ਸੋ ਇਹ ਇੰਪੋਰਟੈਂਟ ਹੈ, ਪੰਜਾਬ ਵਾਲਾ ਈਅਰ ਯਾਦ ਰੱਖਣਾ। ਬਿਹਾਰ ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਐਕਟ 1948। ਸੋ 1943 ਦੇ ਵਿੱਚ ਇੱਕ ਕਮੇਟੀ ਬੈਠੀ ਸੀ ਭਾਰਤ ਸਰਕਾਰ ਦੀ, ਜਿਨ੍ਹਾਂ ਨੇ ਫੂਡ ਐਡਲਟ੍ਰੇਸ਼ਨ ਦੇ ਸਬਜੈਕਟ ਨੂੰ ਪੜ੍ਹਿਆ, ਬੈਠਿਆ, ਰਿਵਿਊ ਕੀਤਾ, ਇੱਕ ਐਡਵਾਈਸ ਕੀਤੀ ਕਿ ਸੈਂਟਰ ਲੈਵਲ ਤੇ ਲਾਅ ਆਉਣਾ ਚਾਹੀਦਾ। ਸੋ ਫਾਈਨਲੀ 1954 ਦੇ ਵਿੱਚ ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਐਕਟ ਪਾਸ ਕੀਤਾ ਗਿਆ। ਸੋ ਇਹ ਲਾਗੂ ਹੋਇਆ ਸੀ ਜੂਨ 15, 1955 ਨੂੰ। ਇਹਦੇ 'ਚ ਡੈਫੀਨੇਸ਼ਨ ਦਿੱਤੀ ਗਈ ਕਿ ਐਡਲਟ੍ਰੇਸ਼ਨ ਦਾ ਮਤਲਬ ਕੀ ਹੈ। ਸੋ PPSC ਦੇ ਪੇਪਰਸ ਤੁਹਾਨੂੰ
100% ਕੁਐਸਚਨ ਆ ਸਕਦਾ ਹੈ। ਅਗੇਨ ਆਈ ਐਮ ਰਿਪੀਟਿੰਗ, ਜਿੰਨੇ ਵੀ ਆਪਾਂ ਲਾਅ ਪੜ੍ਹ ਰਹੇ ਇਹਨਾਂ ਦੀ ਡੀਟੇਲ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਹੁਣ ਆਪਾਂ ਦੇਖਦੇ ਹਾਂ ਕਿ ਐਡਲਟ੍ਰੇਸ਼ਨ ਇਹਦੇ ਵਿੱਚ ਕੀ ਹੋ ਸਕਦੀ ਹੈ, ਕਿਹਨੂੰ ਕਿਹਨੂੰ ਮਿਲਾਵਟ ਕਿਹਾ ਗਿਆ ਇਸ ਐਕਟ ਦੇ ਅਕੋਰਡਿੰਗ। ਜੇ ਆਈਟਮ ਕਿਸੇ ਵੈਂਡਰ ਨੇ ਵੇਚੀ ਹੈ, ਦੁਕਾਨਦਾਰ ਨੇ, ਤੇ ਉਹ ਸਟੈਂਡਰਡ ਮੀਟ ਨਹੀਂ ਕਰ ਰਹੀ ਕਸਟਮਰ ਦਾ ਜਾਂ ਆਰਟੀਕਲ ਦਾ ਜਿਹੜਾ ਹੋਣਾ ਚਾਹੀਦਾ, ਤਾਂ ਮਤਲਬ ਕਿ ਉਹ ਐਡਲਟ੍ਰੇਟਡ ਹੈ। ਜੇ ਕੋਈ ਲੋਅਰ ਕੁਆਲਿਟੀ ਦੇ ਐਲੀਮੈਂਟਸ ਨੇ ਜਾਂ ਗੰਦੀ ਕੰਡੀਸ਼ਨ ਦੇ ਵਿੱਚ, ਅਨਹਾਈਜੀਨਿਕ, ਕੋਈ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਖਾਣਾ ਬਣਾਇਆ ਨਹੀਂ ਗਿਆ, ਸਟੋਰ ਨਹੀਂ ਕੀਤਾ ਗਿਆ, ਦੈਨ ਹਿਊਮਨ ਕੰਜ਼ੰਪਸ਼ਨ ਦੇ ਲਈ ਅਨਫਿਟ ਹੈ ਕੋਈ ਚੀਜ਼, ਡੀਕੰਪੋਜ਼ ਹੋ ਚੁੱਕੀ ਹੈ, ਉਹਦੇ ਉੱਤੇ ਰੋਟਨ ਹੈ, ਖਰਾਬ ਹੈ, ਦੈਨ ਕੋਈ ਐਨੀਮਲ ਸਬਸਟੈਂਸਿਸ ਪਾਏ ਗਏ ਨੇ। ਉਸ ਤੋਂ ਬਾਅਦ ਜੇ ਕੋਈ ਡਿਸੀਜ਼ਡ ਮਰੇ ਹੋਏ ਐਨੀਮਲ ਤੋਂ ਕੋਈ ਖਾਣਾ ਤਿਆਰ ਕੀਤਾ ਗਿਆ, ਦੈਨ ਕੋਈ ਜ਼ਹਿਰੀਲੀ ਚੀਜ਼ ਪਾਈ ਗਈ ਹੈ, ਜਾਂ ਕਿਸੇ ਨੂੰ ਖਾ ਕੇ ਸਿਹਤ ਉਹਦੀ ਖਰਾਬ ਹੋ ਰਹੀ ਹੈ, ਕੋਈ ਕਲਰਿੰਗ ਏਜੰਟ ਪਾਇਆ ਹੋਇਆ ਜਿਹੜਾ ਕਿ ਪ੍ਰਿਸਕ੍ਰਾਈਬਡ ਨਹੀਂ ਹੈ, ਕੋਈ ਪ੍ਰੋਹਿਬਿਟਡ ਪ੍ਰੈਜ਼ਰਵੇਟਿਵ ਹੈ, ਕੁਆਲਿਟੀ ਉਹਦੀ ਬਹੁਤ ਘੱਟ ਹੈ ਜਾਂ ਪ੍ਰਿਸਕ੍ਰਾਈਬਡ ਲਿਮਿਟ ਤੋਂ ਘੱਟ ਜਾਂ ਜ਼ਿਆਦਾ ਹੈ। ਸੋ ਜੇ ਪਿਓਰਿਟੀ ਆਰਟੀਕਲ ਦੀ ਸਟੈਂਡਰਡ ਸੈੱਟ ਕੀਤੇ ਨੇ ਜਿਹੜੇ ਕਮੇਟੀ ਨੇ ਮੀਟ ਨਹੀਂ ਕਰਦੇ, ਤੇ ਉਹ ਇੰਜੂਰੀਅਸ ਹੈ ਚਾਹੇ ਉਹ ਨਾਨ ਇੰਜੂਰੀਅਸ ਹੈ, ਬਟ ਉਹ ਸਟੈਂਡਰਡ ਸੈੱਟ ਦੇ ਅਕੋਰਡਿੰਗ ਮੀਟ ਨਹੀਂ ਕਰ ਰਹੀ ਪਿਓਰਿਟੀ ਤੇ ਕੁਆਲਿਟੀ ਆਰਟੀਕਲ ਦੀ, ਤਾਂ ਮੰਨਿਆ ਜਾਊਗਾ ਕਿ ਉਹ ਚੀਜ਼ ਹੈ ਜਿਹੜੀ ਉਹ ਖਾਣਾ ਹੈ ਐਡਲਟ੍ਰੇਟਡ ਹੈ। ਸੋ ਐਡਲਟਰੈਂਟਸ ਕਿਹੜੇ ਕਿਹੜੇ ਹੋ ਸਕਦੇ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਕਿ ਮਿਲਾਵਟ ਜਿਨ੍ਹਾਂ ਨਾਲ ਕੀਤੀ ਜਾ ਸਕਦੀ ਹੈ। ਸੋ ਬੇਕਿੰਗ ਪਾਊਡਰ ਦੇ ਵਿੱਚ ਸਿਟਰਿਕ ਐਸਿਡ ਪਾ ਦਿੱਤਾ ਜਾਂਦਾ ਕਈ ਵਾਰੀ, ਸਪਾਈਸਿਸ ਦੇ ਵਿੱਚ ਲੈਡ ਜਾਂ ਲੈਡ ਕ੍ਰੋਮੇਟ ਪਾਈ ਜਾਂਦੀ ਹੈ, ਹਲਦੀ ਦੇ ਵਿੱਚ ਸੌਡਸਟ, ਸੈਂਡ, ਮਿੱਟੀ, ਸਟਾਰਚੀ ਫੂਡ ਦੇ ਵਿੱਚ ਐਰੋਰੂਟ ਪਾਊਡਰ ਪਾਇਆ ਜਾਂਦਾ ਹੈ, ਸੈਂਡ ਤੇ ਡਸਟ, ਕਾਫੀ ਤੇ ਟੀ ਦੇ ਵਿੱਚ ਚਿਕੋਰੀ, ਹਸਕ, ਯੂਜ਼ਡ ਟੀ ਡਸਟ, ਗ੍ਰਿਟ। ਸੋ ਪੁਰਾਣੀ ਪੱਤੀ ਨੂੰ ਸੁਕਾ ਕੇ ਅਗੇਨ ਉਹਦਾ ਡਸਟ ਨਵੀਂ ਟੀ ਦੇ ਵਿੱਚ ਪਾਇਆ ਜਾ ਸਕਦਾ ਹੈ। ਦੁੱਧ ਦੇ ਵਿੱਚ ਪਾਣੀ ਜਾਂ ਫੈਟ ਐਬਸਟ੍ਰੈਕਸ਼ਨ, ਵਨਸਪਤੀ ਦੇ ਵਿੱਚ ਜ਼ਿਆਦਾ ਹਾਈਡਰੋਜਨੇਸ਼ਨ ਜਾਂ ਐਨੀਮਲ ਫੈਟ, ਅਰਹਰ ਦਾਲ ਦੇ ਵਿੱਚ ਮੈਟਾਨਲ ਯੈਲੋ ਨਕਲੀ, ਮਸਟਰਡ ਸੀਡ, ਆਰਗੇਮੋਨ ਸੀਡ ਪਾਏ ਜਾਂਦੇ ਨੇ। ਨਾਨ ਐਲਕੋਹਲਿਕ ਪੀਣ ਵਾਲੀਆਂ ਬੈਵਰੇਜਿਸ ਦੇ ਵਿੱਚ ਸਕੈਰਿਨ, ਕਾਪਰ, ਲੈਡ, ਆਰਸਨਿਕ। ਸੋ ਇਹ ਵੀ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਕਿ ਕਿਹੜੀ ਚੀਜ਼ ਕਿਹੜੇ ਆਰਟੀਕਲ ਨੂੰ ਖਰਾਬ ਕਰਨ ਦੇ ਲਈ ਕੀ ਐਡਲਟਰੈਂਟ ਦੇ ਤੌਰ ਤੇ ਯੂਜੂਅਲੀ ਵਰਤਿਆ ਜਾਂਦਾ ਹੈ। ਸੋ ਇਹ ਉਹ ਨੇ ਜਿਹੜੇ ਕਿ ਕਾਮਨ ਹੈ। ਸੋ ਸਜ਼ਾ ਕਿੰਨੀ ਹੋਊਗੀ ਇਸ ਐਕਟ ਦੇ ਅਨੁਸਾਰ? ਇੱਕ ਤਾਂ ਸੈਕਸ਼ਨ 320 ਜਿਹੜੀ ਆਈਪੀਸੀ ਦੀ ਧਾਰਾ ਹੈ ਉਹ ਦਿੱਤੀ ਗਈ ਹੈ। ਸੋ ਪਨਿਸ਼ ਉਹਦੇ ਅੰਦਰ ਕੀਤਾ ਜਾਊਗਾ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਜੇ ਕਿਸੇ ਨੇ ਪਹਿਲੀ ਵਾਰੀ ਇਹ ਗਲਤੀ ਕੀਤੀ ਹੈ, ਨਾਲ 2000 ਰੁਪਏ ਫਾਈਨ। ਜੇ ਕਿਸੇ ਨੇ ਦੂਜੀ ਵਾਰੀ ਗਲਤੀ ਕੀਤੀ ਹੈ ਤਾਂ 6 ਸਾਲ ਤੱਕ ਦੀ ਜੇਲ੍ਹ ਤੇ ਉਹਦਾ ਲਾਇਸੈਂਸ ਵੀ ਕੈਂਸਲ ਹੋ ਜਾਊਗਾ। ਸੋ ਸੈਂਟਰ ਦੀ ਸਰਕਾਰ ਦੀ ਵੀ ਇਹਦੇ ਵਿੱਚ ਰਿਸਪੌਂਸਿਬਿਲਿਟੀ ਹੈ, ਇੱਕ ਸੈਂਟਰਲ ਕਮੇਟੀ ਬੈਠੂਗੀ ਜਿਹੜੀ ਸਾਰੇ ਆਰਟੀਕਲਸ ਨੂੰ ਰਿਵਿਊ ਵਗੈਰਾ ਕਰੂਗੀ। ਸੋ ਫੂਡ ਇੰਸਪੈਕਟਰਸ ਇਹਦੇ ਸੈਕਸ਼ਨ 21 ਹੈ ਜਿਹੜਾ ਆਈਪੀਸੀ ਦੇ, ਉਹਦੇ ਅਕੋਰਡਿੰਗ ਇੱਕ ਪਬਲਿਕ ਸਰਵੈਂਟ ਮੰਨੇ ਜਾਣਗੇ। ਸੋ ਸਰਕਾਰੀ ਸਰਵੈਂਟ ਹੋਣਗੇ, ਆਫਿਸਰ ਹੋਣਗੇ, ਤੇ ਉਹ ਕੰਮ ਕਰ ਸਕਦੇ ਨੇ, ਆਪਣਾ ਇੰਸਪੈਕਸ਼ਨ ਕਰ ਸਕਦੇ ਨੇ, ਉਹ ਦੇਖ ਸਕਦੇ ਨੇ, ਕਿਸੇ ਆਰਟੀਕਲ ਨੂੰ ਰੋਕ ਸਕਦੇ ਨੇ ਜੋ ਉਹਨਾਂ ਨੂੰ ਲੱਗਦਾ ਕਿ ਉਹ ਫੂਡ ਸਟੈਂਡਰਡ ਮੀਟ ਨਹੀਂ ਕਰਦਾ। ਦੈਨ ਕਮਸ ਪ੍ਰੋਟੈਕਸ਼ਨ ਆਫ ਹਿਊਮਨ ਰਾਈਟ ਐਕਟ 1993 ਦਾ। ਇਹਦੇ ਵਿੱਚ ਹਿਊਮਨ ਰਾਈਟਸ ਕੀ ਹੁੰਦੇ ਨੇ, ਮਨੁੱਖੀ ਅਧਿਕਾਰ ਕੀ ਹੁੰਦੇ ਨੇ, ਉਹ ਦੱਸਿਆ ਗਿਆ ਹੈ ਕਿ ਹਰ ਕਿਸੇ ਨੂੰ ਹੱਕ ਹੈ ਕਿ ਉਹ ਲਾਈਫ, ਲਿਬਰਟੀ, ਇਕੁਆਲਿਟੀ, ਡਿਗਨਿਟੀ ਦੇ ਨਾਲ ਰਹੇ, ਜਿਹੜੇ ਕਿ ਸੰਵਿਧਾਨ ਨੇ ਵੀ ਆਪਣੇ ਗਰੰਟੀ ਕੀਤੇ ਹੋਏ ਨੇ ਰਾਈਟਸ, ਉਹ ਹਰ ਕਿਸੇ ਨੂੰ ਮਿਲਣੇ ਚਾਹੀਦੇ ਨੇ। ਦੈਨ ਨੈਸ਼ਨਲ ਤੇ ਸਟੇਟ ਹਿਊਮਨ ਰਾਈਟ ਕਮਿਸ਼ਨ ਬਣਾਏ ਹੋਏ ਨੇ ਭਾਰਤ ਦੇ ਅੰਦਰ, ਜਿਹੜੇ ਕਿ ਪ੍ਰਮੋਟ ਕਰਦੇ ਨੇ ਹਿਊਮਨ ਰਾਈਟਸ ਨੂੰ, ਨੈਸ਼ਨਲ ਲੈਵਲ ਤੇ, ਸਟੇਟ ਦੇ ਪੱਧਰ ਤੇ ਆਪਣਾ ਆਪਣਾ ਕੰਮ ਕਰਦੇ ਨੇ। ਸੋ 1948 ਦੇ ਵਿੱਚ ਭਾਰਤ ਨੇ ਸਾਈਨ ਕੀਤੀ ਸੀ ਇੱਕ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਦੀ, ਜਿਹਨੂੰ ਚੱਲਦੇ ਹੋਏ ਬਾਅਦ ਵਿੱਚੋਂ ਇਹ ਐਕਟ ਲਿਆਂਦਾ ਗਿਆ। ਸੋ ਭਾਰਤ ਨੇ ਸੰਵਿਧਾਨ ਦੇ ਵਿੱਚ ਵੀ ਬਹੁਤ ਸਾਰੇ ਫੰਡਾਮੈਂਟਲ ਰਾਈਟ ਇਸੇ ਹਿਊਮਨ ਰਾਈਟਸ ਦੇ ਚੱਲਦੇ ਹੋਏ ਐਡ ਕੀਤੇ ਸੀਗੇ, ਤੇ ਬਹੁਤ ਸਾਰੀਆਂ ਹੋਰ ਇੰਟਰਨੈਸ਼ਨਲ ਟ੍ਰੀਟੀਜ਼ ਨੇ ਜਿਨ੍ਹਾਂ ਨੂੰ ਇੰਡੀਆ ਨੇ ਸਾਈਨ ਕੀਤਾ ਤੇ ਆਪਣਾ ਇੰਟਰਸਟ ਦਿਖਾਇਆ ਕਿ ਭਾਰਤ ਵੀ ਇਕੁਅਲੀ ਜਿਵੇਂ ਬਾਕੀ ਦੁਨੀਆ ਭਰ ਦੇ ਵਿੱਚ ਹਿਊਮਨ ਰਾਈਟਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ, ਮਨੁੱਖੀ ਅਧਿਕਾਰਾਂ ਨੂੰ ਉਸੇ ਤਰੀਕੇ ਨਾਲ ਭਾਰਤ ਵੀ ਦਿੰਦਾ ਹੈ। ਸੋ ਭਾਰਤ ਨੇ ਕਿਹੜੀਆਂ ਇੰਟਰਨੈਸ਼ਨਲ ਟ੍ਰੀਟੀ ਸਾਈਨ ਕੀਤੀਆਂ ਹੋਈਆਂ ਨੇ? ਇੰਟਰਨੈਸ਼ਨਲ ਕਨਵੈਨਸ਼ਨ ਔਨ ਐਲੀਮੀਨੇਸ਼ਨ ਆਫ ਆਲ ਫਾਰਮਸ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ, on civil and political right, economic, social, cultural right, all form of discrimination against women, ਜਿਹਨੂੰ ਆਪਾਂ CEDAW ਵੀ ਕਹਿ ਦਿੰਦੇ ਹਾਂ, 1979 ਦੀ ਇਹ ਇੰਪੋਰਟੈਂਟ ਹੈ। ਸੋ ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਦੇ ਰਾਈਟਸ ਦੇ ਨਾਲ ਨਾਲ ਆਪਾਂ ਇਸ ਪੂਰੇ ਸਬਜੈਕਟ ਦੇ ਵਿੱਚ ਵਿਮਨ ਰਾਈਟਸ ਦੀ ਵੀ ਗੱਲ ਟਾਈਮ ਐਂਡ ਅਗੇਨ ਕਰਦੇ ਰਹਿੰਦੇ ਹਾਂ। ਕਨਵੈਨਸ਼ਨ ਔਨ ਰਾਈਟਸ ਆਫ ਚਾਈਲਡ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਨੇ ਦਸੰਬਰ 18, 1993 ਨੂੰ ਇੱਕ ਇੰਪੋਰਟੈਂਟ ਲੈਂਡਮਾਰਕ ਲੈਜਿਸਲੇਸ਼ਨ ਪਾਸ ਕੀਤੀ
ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇਸਟੈਬਲਿਸ਼ ਕੀਤਾ ਗਿਆ ਪੈਰਿਸ ਪ੍ਰਿੰਸੀਪਲਸ ਦੇ ਅਕੋਰਡਿੰਗ। ਸੋ ਜਿੱਥੇ ਪੈਰਿਸ ਦੇ ਵਿੱਚ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਨੂੰ ਅਡਾਪਟ ਕੀਤਾ ਸੀ ਅਕਤੂਬਰ 1991 ਨੂੰ, ਐਂਡੋਰਸ ਕੀਤਾ ਸੀ ਫਿਰ ਜਨਰਲ ਅਸੈਂਬਲੀ ਆਫ ਯੂਨਾਈਟਿਡ ਨੇਸ਼ਨ ਨੇ ਕਿ ਪੂਰੀ ਦੁਨੀਆ ਭਰ ਦੇ ਵਿੱਚ ਲਾਗੂ ਹੋਣਗੇ। ਸੋ ਸੇਮ ਉਸੇ ਪ੍ਰਿੰਸੀਪਲਸ ਨੂੰ ਚੱਲਦੇ ਹੋਏ, ਉਸੇ ਮੇਨ ਕਨਸਟੀਟਿਊਐਂਟਸ ਨੂੰ ਧਿਆਨ 'ਚ ਰੱਖਦੇ ਹੋਏ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਤਿਆਰ ਕੀਤਾ ਗਿਆ। ਸੋ ਪੈਰਿਸ ਪ੍ਰਿੰਸੀਪਲ ਇੰਟਰਨੈਸ਼ਨਲ ਸਟੈਂਡਰਡ ਨੇ ਜਿਹਦੇ ਅਕੋਰਡਿੰਗ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਕੰਮ ਕਰਦਾ ਹੈ। ਸੋ ਜਿਹੜਾ ਐਕਟ ਹੈ ਇਹ ਲਾਗੂ ਹੋਇਆ ਸਤੰਬਰ 28 1993 ਤੋਂ, ਪੂਰੇ ਦੇਸ਼ ਵਿੱਚ ਅਪਲਾਈ ਹੁੰਦਾ ਹੈ। ਸੋ ਇੱਥੇ ਹੁਣ ਇਹ ਚੀਜ਼ ਵੈਲਿਡ ਨਹੀਂ ਹੁੰਦੀ ਕਿਉਂਕਿ ਓਲਡ ਐਕਟ ਦੇ ਅੰਦਰ ਲਿਖੀ ਹੋਈ ਸੀ ਨਾਓ ਈਵਨ ਇਟ ਅਪਲਾਈਜ਼ ਟੂ ਜੰਮੂ ਐਂਡ ਕਸ਼ਮੀਰ ਇਨ ਇਟਸ ਫੁੱਲ ਫਾਰਮ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਕਿ ਹੋਲ ਆਫ ਇੰਡੀਆ ਮੀਨਸ ਇਨਕਲੂਡਿੰਗ ਜੰਮੂ ਐਂਡ ਕਸ਼ਮੀਰ। ਪ੍ਰੋਟੈਕਸ਼ਨ ਆਫ ਹਿਊਮਨ ਰਾਈਟ ਐਕਟ 1993 ਇਨੈਕਟ ਕੀਤਾ ਗਿਆ ਜਿਹਦੇ ਅੰਦਰ ਇਹ 3 ਕਮਿਸ਼ਨ ਬਣਾਏ ਗਏ, ਨੈਸ਼ਨਲ, ਸਟੇਟ ਹਿਊਮਨ ਰਾਈਟ ਕਮਿਸ਼ਨ ਤੇ ਨਾਲ ਹਿਊਮਨ ਰਾਈਟ ਕੋਰਟ, ਜਿੱਥੇ ਅਲੱਗ ਤੋਂ ਸੁਣਵਾਈ ਹੋਊਗੀ ਜੇ ਕੋਈ ਇਸ ਟਾਈਪ ਦਾ ਕੇਸ ਆਉਂਦਾ। ਸੋ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵਾਚ ਡੌਗ ਹੈ, ਦੇਸ਼ ਦੇ ਵਿੱਚ ਹਿਊਮਨ ਰਾਈਟਸ ਦਾ ਧਿਆਨ ਰੱਖਦੇ ਆ, ਹਰ ਕਿਸੇ ਨੂੰ ਲਾਈਫ, ਲਿਬਰਟੀ, ਇਕੁਆਲਿਟੀ, ਡਿਗਨਿਟੀ ਨਾਲ ਹਰ ਕੋਈ ਰਹਿ ਰਿਹਾ, ਕਿਸੇ ਤੋਂ ਉਹਦੇ ਮਨੁੱਖੀ ਅਧਿਕਾਰ ਵਾਪਿਸ ਨਹੀਂ ਲਏ ਜਾ ਰਹੇ। ਦੈਨ ਇਸਟੈਬਲਿਸ਼ਮੈਂਟ ਹੋਈ ਸੀ ਇਸ ਕਮਿਸ਼ਨ ਦੀ 12 ਅਕਤੂਬਰ 1993 ਨੂੰ ਇਸੇ ਐਕਟ ਦੇ ਅੰਦਰ, ਬਾਅਦ ਚੋਂ ਕੁਝ ਅਮੈਂਡਮੈਂਟਸ ਵੀ ਕੀਤੀਆਂ ਗਈਆਂ। ਸੋ ਮਲਟੀ ਮੈਂਬਰ ਬੋਡੀ ਹੈ, ਚੀਫ ਜਸਟਿਸ ਆਫ ਇੰਡੀਆ ਹੁੰਦੇ ਨੇ ਇਹਦੇ ਵਿੱਚ, ਜਾਂ ਫਿਰ ਜੱਜ ਸੁਪਰੀਮ ਕੋਰਟ ਦੇ ਕੋਈ ਵੀ ਐਜ਼ ਅ ਚੇਅਰਮੈਨ। ਸੋ ਇੰਪੋਰਟੈਂਟ ਕੀ ਮੈਂਬਰ ਹੈ ਜੋ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤੇ ਅਪਾਇੰਟਮੈਂਟ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਦੁਆਰਾ, ਰਾਸ਼ਟਰਪਤੀ ਦੇ ਦੁਆਰਾ, ਤੇ ਆਪਣੇ ਆਫਿਸ ਵਿੱਚ ਰਹਿੰਦੇ ਨੇ 3 ਸਾਲਾਂ ਦੇ ਲਈ, ਜਾਂ ਜੇ 70 ਸਾਲ ਦੀ ਏਜ ਹੋ ਰਹੀ ਹੈ, ਸੋ ਜਿਹੜੀ ਚੀਜ਼ ਵੀ ਪਹਿਲਾਂ ਹੋਗੀ 70 ਇਅਰਸ ਪਹਿਲਾਂ ਕੰਪਲੀਟ ਹੋ ਗਏ ਤਾਂ ਉਹ ਪਹਿਲਾਂ ਰਿਟਾਇਰ ਹੋ ਜਾਣਗੇ, ਅਦਰਵਾਈਜ਼ ਉਹ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਦਾ ਪੂਰਾ ਸੰਭਾਲਣਗੇ। ਜੇ ਕੋਈ ਵੀ ਹੋਰ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਨੂੰ ਪ੍ਰੈਜ਼ੀਡੈਂਟ ਰਿਮੂਵ ਕਰ ਸਕਦੇ ਨੇ, ਜਾਂ ਫਿਰ ਕੋਈ ਹੋਰ ਵੀ ਜਿਹੜੇ ਮੈਂਬਰ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੇ ਉਹਨਾਂ ਨੂੰ ਰਾਸ਼ਟਰਪਤੀ ਹੀ ਰਿਮੂਵ ਕਰ ਸਕਦੇ ਨੇ। ਸੋ ਜਿਹੜੀ NHRC ਹੈ, ਕਿਤੇ ਵੀ ਜੇ ਉਹਨਾਂ ਨੂੰ ਲੱਗ ਰਿਹਾ ਕਿ ਹਿਊਮਨ ਰਾਈਟ ਦੀ ਵਾਇਓਲੇਸ਼ਨ ਹੋ ਰਹੀ ਹੈ ਤਾਂ ਸੂਓ ਮੋਟੋ ਆਪਣੇ ਆਪ ਵੀ ਉਸ ਕੇਸ ਨੂੰ ਕੋਰਟ ਵਿੱਚ ਲਿਜਾ ਸਕਦੇ ਨੇ, ਜਾਂ ਫਿਰ ਪਟੀਸ਼ਨ ਵੀ ਪ੍ਰੈਜ਼ੈਂਟ ਕੀਤੀ ਜਾ ਸਕਦੀ ਹੈ। ਸੋ ਕਿਸੇ ਵੀ ਤਰੀਕੇ ਦੀ ਕੋਈ ਐਲੀਗੇਸ਼ਨ ਹੈ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਦੀ, ਤਾਂ ਉਸ ਪ੍ਰੋਸੀਡਿੰਗ ਦੇ ਵਿੱਚ ਕੋਰਟ ਦੇ ਅੱਗੇ ਪੈਂਡਿੰਗ ਹੈ, ਹਿਊਮਨ ਰਾਈਟ ਕਮਿਸ਼ਨ ਇੰਟਰਫੇਅਰ ਕਰ ਸਕਦਾ ਹੈ, ਜੇਲ੍ਹ 'ਚ ਜਾ ਸਕਦੇ ਆ, ਲੋਕਾਂ ਦੀ ਕੰਡੀਸ਼ਨ ਦੇਖ ਸਕਦੇ ਆ ਕਿ ਜਿਹੜੇ ਪ੍ਰਿਜ਼ਨਰਸ ਵਗੈਰਾ ਨੇ ਉਹਨਾਂ ਨੂੰ ਉਹਨਾਂ ਦੇ ਪੂਰੇ ਰਾਈਟ ਮਿਲ ਰਹੇ ਨੇ, ਨਹੀਂ ਮਿਲ ਰਹੇ। ਸੋ ਇਸ ਤਰੀਕੇ ਨਾਲ ਬੇਸਿਕ ਜੋ ਵੀ ਆਪਣੀ ਲਾਈਫ, ਲਿਬਰਟੀ, ਡਿਗਨਿਟੀ ਵਾਲੇ ਰਾਈਟਸ ਹੁੰਦੇ ਨੇ ਸਾਰਿਆਂ ਦਾ ਧਿਆਨ ਰੱਖਦੇ ਆ। NGOs ਵਗੈਰਾ ਦੇ ਨਾਲ ਮਿਲ ਕੇ ਕੰਮ ਕਰਦੇ ਆ, ਉਹਨਾਂ ਦੇ ਐਫਰਟਸ ਨੂੰ ਐਨਕਰੇਜ ਕਰਦੇ ਨੇ ਜਿਹੜੀ ਵੀ ਕੋਈ NGO ਹਿਊਮਨ ਰਾਈਟਸ ਨੂੰ ਲੈ ਕੇ ਕੰਮ ਕਰਦੀ ਹੈ। ਸੋ ਸਟੇਟ ਹਿਊਮਨ ਰਾਈਟ ਕਮਿਸ਼ਨ ਅਗੇਨ ਸਿਮਿਲਰ, ਸੈਂਟਰ ਲੈਵਲ ਤੇ ਪ੍ਰੈਜ਼ੀਡੈਂਟ ਨੂੰ ਅਪਾਇੰਟਮੈਂਟ ਦਾ ਮੇਨ ਜ਼ਿੰਮਾ ਦਿੱਤਾ ਹੋਇਆ, ਸਟੇਟ ਲੈਵਲ ਤੇ ਗਵਰਨਰ ਨੂੰ ਸੇਮ ਟੈਨਿਓਰ ਹੈ। ਦੈਨ ਰਿਮੂਵਲ ਵੀ ਗਵਰਨਰ ਕਰ ਸਕਦੇ ਨੇ। ਸੋ ਰਿਮੂਵਲ ਨੂੰ ਲੈ ਕੇ ਇੱਥੇ ਮੇਨ ਡਿਫਰੈਂਸ ਹੈ, ਸਟੇਟ ਹਿਊਮਨ ਰਾਈਟ ਕਮਿਸ਼ਨ ਹੈ ਚਾਹੇ ਨੈਸ਼ਨਲ ਹੈ, ਅਪਾਇੰਟਮੈਂਟਸ ਅਲੱਗ-ਅਲੱਗ ਕਰ ਰਹੇ ਨੇ, ਬਟ ਰਿਮੂਵਲ ਪ੍ਰੈਜ਼ੀਡੈਂਟ ਹੀ ਕਰਨਗੇ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਚੇਅਰਮੈਨ ਦੀ ਜਾਂ ਕਿਸੇ ਮੈਂਬਰ ਦੀ। ਸੋ ਰਿਮੂਵਲ ਦੀ ਪਾਵਰ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਕੋਲ ਹੈ। ਸੋ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਸੋ ਲਿਮਿਟੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਨੈਕਸਟ ਆ ਜਾਂਦਾ ਇੰਪੋਰਟੈਂਟ ਐਕਟ ਆਪਣੇ ਕੋਲ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦਾ, NFSA ਜਿਹਨੂੰ ਆਪਾਂ ਕਹਿੰਦੇ ਆ, ਪਾਸ ਹੋਇਆ ਸੀ ਜੁਲਾਈ 5 2013 ਨੂੰ। ਪੇਪਰ 'ਚ ਮੈਂ ਹਾਈਲਾਈਟ ਵੀ ਇਸ ਲਈ ਕੀਤਾ ਹੋਇਆ ਕਿਉਂਕਿ ਬਹੁਤ ਵਾਰੀ ਰਿਪੀਟ ਹੋਇਆ ਕੁਐਸਚਨ, ਇਹਦੀ ਜਿਹੜੀ ਈਅਰ ਹੈ ਜਾਂ ਡੇਟ ਹੈ ਐਗਜ਼ੈਕਟਲੀ ਇਹ ਬਹੁਤ ਵਾਰੀ ਆਉਂਦੀ ਹੈ। ਸੋ ਫੂਡ ਸਿਕਿਉਰਿਟੀ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਇਸ ਐਕਟ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਸੋ ਵੈਲਫੇਅਰ ਬੇਸਡ ਅਪਰੋਚ ਤੋਂ ਲੈ ਕੇ ਰਾਈਟਸ ਤੱਕ ਇਹ ਸਾਰਾ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਆ। 75% ਤੱਕ ਜਿਹੜੀ ਰੂਰਲ ਪੋਪੂਲੇਸ਼ਨ ਹੈ, 50% ਤੱਕ ਜਿਹੜੀ ਅਰਬਨ ਪੋਪੂਲੇਸ਼ਨ ਹੈ, ਉਹਨਾਂ ਨੂੰ ਟਾਰਗੇਟਡ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਇਸ ਐਕਟ ਦੇ ਅਨੁਸਾਰ ਸਬਸਿਡਾਈਜ਼ਡ ਘੱਟ ਰੇਟ ਉੱਤੇ ਫੂਡ ਗ੍ਰੇਨਸ ਮਿਲਣਗੇ। ਸੋ ਜਿਹੜਾ ਐਕਟ ਹੈ ਆਲਮੋਸਟ ਪੂਰੇ ਦੇਸ਼ ਦੀ ਜੇ ਗੱਲ ਕਰੀਏ ਤਾਂ 2/3 ਪੋਪੂਲੇਸ਼ਨ ਨੂੰ ਕਵਰ ਕਰਦਾ ਹੈ, ਕਿਉਂਕਿ ਲੋਕਾਂ ਨੂੰ ਨਿਊਟ੍ਰੀਸ਼ਨ ਦੇ ਲਈ, ਜੀਣ ਦੇ ਲਈ ਜੇ ਬੇਸਿਕ ਫੂਡ ਹੀ ਨਹੀਂ ਮਿਲ ਰਿਹਾ। ਆਪਾਂ ਨੂੰ ਪਤਾ ਭਾਰਤ ਦੇ ਵਿੱਚ ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਨੇ, ਸੋ ਉਹਨਾਂ ਨੂੰ ਸਬਸਿਡਾਈਜ਼ ਜੇ ਘੱਟ ਰੇਟ ਉੱਤੇ ਆਟਾ ਚਾਵਲ ਮਿਲ ਰਿਹਾ ਤਾਂ ਇਸ ਤੋਂ ਵੱਡੀ ਉਹਨਾਂ ਦੇ ਲਈ ਕੋਈ ਹੋਰ ਗੱਲ ਨਹੀਂ ਹੋ ਸਕਦੀ। ਸੋ ਇਸ ਲਈ ਜਿਹੜੀ ਇਹ ਫੂਡ ਸਿਕਿਉਰਿਟੀ ਐਕਟ ਹੈ ਬਹੁਤ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ। ਸਾਰੀਆਂ ਸਟੇਟਸ ਤੇ UT ਦੇ ਵਿੱਚ ਲਾਗੂ ਹੈ ਭਾਰਤ ਦੇ ਅੰਦਰ।
ਸੋ ਜਿਹੜੇ ਇਹਦੇ ਬੈਨੀਫਿਸ਼ਰੀਜ਼ ਨੇ ਜਿਨ੍ਹਾਂ ਨੂੰ ਇਹਦੇ ਅੰਦਰੋਂ ਫਾਇਦਾ ਮਿਲਣਾ ਉਹ ਦੋ ਕੈਟਾਗਰੀਜ਼ ਦੇ ਨੇ। ਸੋ ਇੱਕ ਨੇ ਪ੍ਰਾਇੋਰਟੀ ਹਾਊਸਹੋਲਡ, ਦੂਜੇ ਨੇ ਅੰਤਯੋਦਿਆ ਅੰਨ ਯੋਜਨਾ ਹਾਊਸਹੋਲਡਸ। ਸੋ ਦੋਨਾਂ ਨੂੰ ਹੀ 35 ਕਿਲੋ ਫੂਡ ਗ੍ਰੇਨ ਮਿਲਦਾ ਹੈ ਹਰ ਮਹੀਨੇ 5 ਕਿਲੋ ਪਰ ਪਰਸਨ ਪਰ ਮੰਥ ਦੇ ਅਨੁਸਾਰ। ਜਿਹੜਾ ਆਟਾ ਹੈ 2 ਕਿਲੋ 2 ਰੁਪਏ ਪਰ ਕਿਲੋ ਮਿਲਦਾ ਹੈ, ਚਾਵਲ 3 ਤੇ ਕੋਰਸ ਗ੍ਰੇਨ ਇਹ ਮਿਲਦੇ ਨੇ 1 ਰੁਪਈਆ ਪਰ ਗ੍ਰਾਮ। ਸੋ ਇਹ ਐਜ਼ ਇਟ ਇਜ਼ ਤੁਹਾਨੂੰ ਪੇਪਰ 'ਚ ਆਉਣ ਵਾਲਾ ਹੈ, ਇੱਕ ਤੁਹਾਨੂੰ ਤੇ ਫਿਗਰ ਨੰਬਰ ਰੱਟੇ ਲੱਗੀ ਹੋਣੀ ਚਾਹੀਦੀ ਹੈ। ਯੂਨੀਅਨ ਬਜਟ 2022 ਦੀ ਜਿਵੇਂ ਆਪਾਂ ਗੱਲ ਕਰੀਏ ਤਾਂ ਪ੍ਰਾਈਸਿਸ ਵਗੈਰਾ ਦੇ ਵਿੱਚ ਕੋਈ ਰਿਵੀਜ਼ਨ ਨਹੀਂ ਸੀ ਕੀਤੀ ਗਈ। ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਇਸ਼ੂ ਹੈ ਰਾਈਸ ਦਾ, ਵੀਟ, ਕੋਰਸ ਗ੍ਰੇਨ ਦਾ ਕੰਟੀਨਿਊ ਰਹੂਗਾ ਇੰਨਾ ਹੀ। ਸੋ ਚਾਵਲ ਮਿਲ ਰਹੇ ਨੇ 3 ਰੁਪਏ ਪਰ ਕਿਲੋ, ਆਟਾ 2 ਰੁਪਏ, 1 ਰੁਪਏ ਕੋਰਸ ਗ੍ਰੇਨ। ਐਕਟ ਸਾਈਨ ਕੀਤਾ ਸੀ ਜਦੋਂ ਲਾਅ ਬਣ ਗਿਆ ਸੀ 12 ਸਤੰਬਰ 2013 ਨੂੰ ਤੇ ਲਾਗੂ ਹੋਇਆ ਸੀ 5 ਜੁਲਾਈ ਪਿੱਛੇ ਤੋਂ 2013। ਸੋ ਜਿਹੜਾ ਐਕਟ ਹੈ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਉਹਦੇ ਗੋਲ 2 ਨੂੰ ਫੋਲੋ ਕਰਦਾ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗੋਲ 2 ਦੇ ਅਕੋਰਡਿੰਗ ਇਸ ਐਕਟ ਨੂੰ ਤਿਆਰ ਕੀਤਾ ਗਿਆ। ਸੋ ਜਿਹੜਾ ਗੋਲ 2 ਹੈ ਉਹ ਇਹ ਕਹਿੰਦਾ ਕਿ ਆਪਾਂ ਨੇ ਦੁਨੀਆ ਭਰ ਦੇ ਵਿੱਚ ਭੁੱਖ ਖਤਮ ਕਰਨੀ ਹੈ ਸਾਲ 2030 ਤੱਕ ਤੇ 100% ਫੂਡ ਸਿਕਿਉਰਿਟੀ ਲੈ ਕੇ ਆਉਣੀ ਹੈ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇਸ ਐਕਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪੂਰੇ ਦੇਸ਼ ਵਿੱਚ ਚਲਾਇਆ ਜਾ ਰਿਹਾ। ਗੁੱਡ ਕੁਆਲਿਟੀ ਫੂਡ ਦੇਣਾ ਜ਼ਿੰਮੇਵਾਰੀ ਹੈ, ਹੈਲਦੀ ਲਾਈਫ ਸੋ ਦੈਟ ਹਰ ਕੋਈ ਜੀ ਸਕੇ। ਮੇਨਲੀ ਜਿਹੜੀਆਂ ਸਕੀਮਸ ਇਸ ਐਕਟ ਦੇ ਅੰਦਰ ਕੰਮ ਕਰ ਰਹੀਆਂ ਨੇ ਉਹਦੇ ਵਿੱਚ ਪਹਿਲੀ ਬਹੁਤ ਹੀ ਕਾਮਨ ਜੋ ਆਪਾਂ ਨੂੰ ਪਤਾ ਹੈ ਮਿਡ ਡੇ ਮੀਲ ਸਕੀਮ ਸਰਕਾਰੀ ਸਕੂਲਾਂ 'ਚ ਚੱਲਦੀ ਹੈ। ਰਾਸ਼ਨ ਡਿਪੂ ਨੇ ਜਿਹੜੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਲੇ ਉਹ ਚੱਲਦੇ ਨੇ। ਈਵਨ ਜਿਹੜੀ ਆਂਗਨਵਾੜੀ ਸਿਸਟਮ ਵਾਲੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ਹੈ ਉਹ ਵੀ ਇਹਦੇ ਅੰਦਰ ਹੀ ਕੰਮ ਕਰਦੀ ਹੈ। ਸੋ ਇਹ ਤਿੰਨ ਸਕੀਮਾਂ ਤੁਹਾਨੂੰ ਪੇਪਰ 'ਚ ਐਜ਼ ਇਟ ਇਜ਼ MCQ ਬਣ ਕੇ ਆ ਸਕਦੀਆਂ ਨੇ, ਸਟੇਟਮੈਂਟ ਬੇਸਡ ਕੁਐਸਚਨ। ਆਲਰੇਡੀ PPSC ਦੇ ਪਹਿਲਾਂ 2-3 ਪੇਪਰਾਂ 'ਚ ਇਹ ਕੁਐਸਚਨ ਆ ਚੁੱਕੇ ਆ। ਸੋ ਨਾਇਬ ਤਹਿਸੀਲਦਾਰ ਲੈਵਲ ਦੇ ਪੇਪਰਾਂ ਵਿੱਚ ਵੀ ਐਵੇਂ ਦੇ ਕੁਐਸਚਨ ਆ ਚੁੱਕੇ ਨੇ ਕਿ ਇਹ ਸਕੀਮ ਹੈ, ਇਹਦੇ ਅੰਦਰ ਇਹ ਮੇਨ ਐਕਟ ਹੈ, ਇਹਦੇ ਅੰਦਰ ਇਹ ਸਕੀਮਸ ਆਉਂਦੀਆਂ ਨੇ। ਸੋ ਉੱਥੇ ਤੁਹਾਨੂੰ ਹੋ ਸਕਦਾ ਹੈ ਕਿ ਇੱਕ ਆਪਸ਼ਨ ਹੋਵੇ ਜਿੱਥੇ ਇਹਦੇ ਨਾਲ ਕੋਈ ਹੋਰ ਸਕੀਮ ਲਿਖ ਦੇਣ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਹੀਂ ਇਸ ਐਕਟ ਦੇ ਅੰਦਰ ਇਹ ਤਿੰਨ ਹੀ ਸਕੀਮਸ ਨੇ। ਸੋ ਤੁਹਾਡੀ ਤਿਆਰੀ ਇੰਨੀ ਕਲੀਅਰ ਹੋਣੀ ਚਾਹੀਦੀ ਹੈ ਕਿ ਉੱਥੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ। ਸੋ ਫੂਡ ਗ੍ਰੇਨਸ ਘੱਟ ਰੇਟ ਉੱਤੇ ਮਿਲਦੇ ਨੇ। ਚਿਲਡਰਨ ਇਨ ਦਾ ਏਜ ਗਰੁੱਪ ਆਫ 6 ਤੋਂ 14 ਇਹਨਾਂ ਨੂੰ ਫ੍ਰੀ ਨਿਊਟ੍ਰੀਸ਼ੀਅਸ ਮੀਲਸ ਮਿਲਦੀਆਂ ਨੇ ਮਿਡ ਡੇ ਮੀਲ ਦੇ ਥਰੂ ਤੇ ICDS ਸਕੀਮ ਦੇ ਥਰੂ। ਸੋ ਬੱਚਿਆਂ ਦੇ ਲਈ ਇੱਥੇ 6 ਤੋਂ 14 ਸਾਲ ਦੇ ਲਈ ਇਹ ਦੋ ਸਕੀਮਸ ਨੇ। ਮੈਟਰਨਿਟੀ ਬੈਨੀਫਿਟ ਆਫ ਨਾਟ ਲੈਸ ਦੈਨ 6000 ਵੀ ਪ੍ਰੈਗਨੈਂਟ ਵਿਮਨ ਤੇ ਲੈਕਟੇਟਿੰਗ ਮਦਰ ਨੂੰ ਦਿੱਤੇ ਜਾਂਦੇ ਹੈ 6000 ਮਿਨੀਮਮ। ਸੋ ਫੇਅਰ ਪ੍ਰਾਈਸ ਸ਼ਾਪ ਜਿਹੜਾ ਆਪਾਂ ਰਾਸ਼ਨ ਡਿਪੂ ਕਹਿ ਦਿੰਦੇ ਆ ਉਹ ਇਹਦੇ ਅੰਦਰ ਕੰਮ ਕਰਦੇ ਆ। There is a provision of food security allowance to the beneficiaries in the event of non-supply of food grain. So food security allowance ਦਿੱਤਾ ਜਾਂਦਾ beneficiaries ਨੂੰ ਜੇ ਕਦੇ ਕਿਸੇ ਕਾਰਨ ਵਸ਼ ਉਹਨਾਂ ਤੱਕ ਫੂਡ ਗ੍ਰੇਨ ਨਹੀਂ ਪਹੁੰਚਦਾ। ਸੋ ਬਹੁਤ ਸਾਰੇ ਰੂਲਸ ਬਣਾਏ ਹੋਏ ਨੇ ਕਿ ਜਿਹੜੇ ਦੇ ਅੰਦਰ ਕੰਮ ਕਰਦੇ ਨੇ ਟਰਾਂਸਪੇਰੈਂਟ ਰਹਿਣ, ਉਹਨਾਂ ਉੱਤੇ ਸਜ਼ਾ ਹੋ ਸਕਦੀ ਹੈ। ਸੋ ਉਸ ਟਾਈਪ ਦੀਆਂ ਚੀਜ਼ਾਂ ਵੀ ਇਸ ਐਕਟ ਦੇ ਅੰਦਰ ਸਾਰੀਆਂ ਕਵਰਡ ਨੇ। ਸੋ ਮਿਡ ਡੇ ਮੀਲ ਸਕੀਮ, ਪ੍ਰੈਗਨੈਂਟ ਲੈਕਟੇਟਿੰਗ ਮਦਰ ਕਿੰਨਾ ਕਿਹਨੂੰ ਬੈਨੀਫਿਟ ਮਿਲਣਾ ਹੈ, ਸੋ ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੈਨ ਰੀਪਰੋਡਕਟਿਵ ਮੈਟਰਨਲ ਨਿਓਨੇਟਲ ਚਾਈਲਡ ਐਂਡ ਐਡੋਲੈਸੈਂਟ ਹੈਲਥ। ਸੋ ਨੈਕਸਟ ਆ ਗਿਆ ਰੀਪਰੋਡਕਟਿਵ ਮੈਟਰਨਲ ਨਿਓਨੇਟਲ ਚਾਈਲਡ ਐਂਡ ਐਡੋਲੈਸੈਂਟ ਹੈਲਥ। ਸੋ ਇਹਦੇ ਵਿੱਚ ਕੁਝ ਆਪਾਂ ਨੇ ਸਕੀਮਸ ਕੱਲ੍ਹ ਦੇਖੀਆਂ ਸੀ ਜਿਹੜਾ ਪਿਛਲਾ ਲੈਕਚਰ ਸੀ, ਬਟ ਉੱਥੇ ਮੈਂ ਤੁਹਾਨੂੰ ਬਹੁਤ ਹੀ ਸ਼ਾਰਟ ਵਿੱਚ ਸਿਰਫ ਮੇਨ ਟਾਰਗੇਟਡ ਇੰਪੋਰਟੈਂਟ ਚੀਜ਼ਾਂ ਦੱਸੀਆਂ ਸੀ। ਸੋ ਅੱਜ ਹੁਣ ਆਪਾਂ CDPO ਐਗਜ਼ਾਮ ਦੇ ਲਈ ਪਾਰਟੀਕੂਲਰਲੀ ਡੀਟੇਲ ਵਿੱਚ ਦੇਖਾਂਗੇ। ਸੋ ਪਹਿਲੀ ਸਕੀਮ ਆ ਗਈ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ JSSK। ਸੋ ਪੇਪਰ 'ਚ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ JSSK ਦੇ ਵਿੱਚੋਂ K ਕੀ ਹੈ ਇਕੱਲਾ। ਸੋ ਉੱਥੇ ਤੁਹਾਨੂੰ ਆਪਸ਼ਨ ਹੋ ਸਕਦੀ ਹੈ ਕਿਸ਼ੋਰੀ ਕਾਰਿਆਕ੍ਰਮ। ਸੋ ਤੁਹਾਨੂੰ ਇਹ ਸਾਰਿਆਂ ਦੇ ਨਾਮ ਡੀਟੇਲ ਦੇ ਵਿੱਚ ਰੱਟੇ ਲੱਗੇ ਹੋਣੇ ਚਾਹੀਦੇ ਨੇ। ਸਿਰਫ ਇਹ ਨਹੀਂ ਕਿ ਤੁਸੀਂ ਪੜ੍ਹ ਲਿਆ ਤੇ ਇਹ ਸੋਚੋ ਕਿ ਸਕੀਮ ਦੇ ਨਾਮ 'ਚੋਂ ਕੁਐਸਚਨ ਨਹੀਂ ਆ ਸਕਦਾ। ਸੋ ਨਾਮ 'ਚੋਂ ਡੈਫੀਨੇਟਲੀ ਆ ਸਕਦਾ। ਭਾਰਤ ਸਰਕਾਰ ਨੇ ਲਾਂਚ ਕੀਤੀ ਸੀ ਇਹ ਸਕੀਮ 1 ਜੂਨ 2011 ਨੂੰ। ਮੇਨ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਜੋ ਆਪਣੀ ਡਿਲੀਵਰੀ ਲਈ ਸਰਕਾਰੀ ਹੈਲਥ ਫੈਸਿਲਿਟੀ ਅਸੈਸ ਕਰਨਾ ਚਾਹੁੰਦੀਆਂ ਨੇ, ਸੋ ਉਹਨਾਂ ਦੇ ਲਈ ਸਕੀਮ ਹੈ। ਈਵਨ ਇਹਦੇ ਵਿੱਚ ਜਿਹੜੇ ਕਿ ਆਪਣੇ ਘਰੇ ਡਿਲੀਵਰੀ ਕਰਵਾਉਣਾ ਚਾਹੁੰਦੇ ਨੇ, ਸੋ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਤੁਸੀਂ ਇੰਸਟੀਟਿਊਸ਼ਨਲ ਡਿਲੀਵਰੀ ਕਰਵਾਓ ਕਿਉਂਕਿ ਤੁਹਾਨੂੰ ਉੱਥੇ ਸਾਰੀਆਂ ਫੈਸਿਲਿਟੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ।
ਸੋ ਜਿੰਨੀਆਂ ਵੀ ਸਟੇਟ ਤੇ ਯੂਟੀਜ਼ ਨੇ ਭਾਰਤ ਦੀਆਂ ਇਸ ਸਕੀਮ ਨੂੰ ਲਾਗੂ ਕਰਵਾਉਂਦੀਆਂ ਨੇ। ਸੋ ਜਦੋਂ ਕੋਈ ਇੰਸਟੀਟਿਊਸ਼ਨਲ ਡਿਲੀਵਰੀ ਕਰਵਾਉਂਦਾ ਹੈ ਹਸਪੀਟਲ ਦੇ ਵਿੱਚ, ਤਾਂ ਆਪਾਂ ਨੂੰ ਪਤਾ ਹੈ ਕਿ ਦਵਾਈਆਂ ਹੋਣ, ਕੋਈ ਹੋਰ ਚਾਰजेस ਹੋਣ, ਪੇਸ਼ੈਂਟ ਦੇ ਡਾਇਗਨੋਸਟਿਕ, ਡਾਈਟ, ਸੀ ਸੈਕਸ਼ਨ ਜੇ ਹੋ ਰਿਹਾ ਆਪਰੇਸ਼ਨ, ਤਾਂ ਇੱਕ ਪ੍ਰੈਗਨੈਂਟ ਔਰਤ ਤੇ ਉਹਦੇ ਪਰਿਵਾਰ ਦੇ ਲਈ ਬਹੁਤ ਵੱਡਾ ਖਰਚਾ ਬਣ ਜਾਂਦਾ ਹੈ। ਸੋ ਇਸ ਸਕੀਮ ਦੇ ਵਿੱਚ ਸਰਕਾਰ ਨੇ ਕਿਹਾ ਕਿ ਤੁਹਾਡੀ ਇਸ ਤੰਗੀ ਨੂੰ ਦੇਖਦੇ ਹੋਏ ਕੋਈ ਪ੍ਰੈਗਨੈਂਟ ਮਹਿਲਾ ਜਾਂ ਕੋਈ ਪੇਰੈਂਟਸ ਨੇ ਜਿਹੜੇ ਕਿ ਸਿਕ ਨਿਊ ਬੋਰਨ ਦੇ ਨੇ, ਜਿਨ੍ਹਾਂ ਨੂੰ ਆਪਣੀ ਪਾਕਟ ਵਿੱਚੋਂ ਖਰਚਾ ਕਰਨਾ ਡਿਫਿਕਲਟ ਹੈ, ਸੋ ਉਹਨਾਂ ਦੀ ਡਿਲੀਵਰੀ ਟ੍ਰੀਟਮੈਂਟ ਦਾ ਮੇਨ ਜਿਹੜਾ ਸਾਰਾ ਦਾ ਸਾਰਾ ਖਰਚਾ ਹੈ ਫ੍ਰੀ ਹੋਊਗਾ, ਕੰਪਲੀਟਲੀ 100% ਫ੍ਰੀ ਤੇ ਕੈਸ਼ਲੈਸ ਸਰਵਿਸ, ਤੁਸੀਂ ਕੋਈ ਵੀ ਪੈਸਾ ਹਸਪੀਟਲ ਨੂੰ ਨਹੀਂ ਦੇਣਾ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਚਾਹੇ ਨਾਰਮਲ ਡਿਲੀਵਰੀ ਹੈ, ਚਾਹੇ ਸਿਜ਼ੇਰੀਅਨ ਹੈ, ਤੇ ਜਿਹੜਾ ਬੱਚਾ 30 ਦਿਨਾਂ ਤੱਕ ਆਫਟਰ ਬਰਥ ਬਿਮਾਰ ਹੈ ਤਾਂ ਉਹਦਾ ਵੀ ਧਿਆਨ, ਚਾਹੇ ਰੂਰਲ ਏਰੀਆ, ਅਰਬਨ ਏਰੀਆ ਹੈ, ਸਰਕਾਰੀ ਹੈਲਥ ਇੰਸਟੀਟਿਊਸ਼ਨ ਹੀ ਰੱਖਣਗੇ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸੋ ਹੁਣ ਕਿਹੜੀਆਂ-ਕਿਹੜੀਆਂ ਫ੍ਰੀ ਸੇਵਾਵਾਂ ਮਿਲ ਰਹੀਆਂ ਨੇ ਇੱਕ ਪ੍ਰੈਗਨੈਂਟ ਮਦਰ ਨੂੰ? ਫ੍ਰੀ ਕੈਸ਼ਲੈਸ ਡਿਲੀਵਰੀ, ਫ੍ਰੀ ਸੀ ਸੈਕਸ਼ਨ, ਸਿਜ਼ੇਰੀਅਨ ਆਪਰੇਸ਼ਨ, ਡਰੱਗਸ, ਦਵਾਈਆਂ, ਡਾਇਗਨੋਸਟਿਕ, ਸਕੈਨ ਵਗੈਰਾ, ਡਾਈਟ, ਬਲੱਡ ਜੇ ਕਿਸੇ ਨੂੰ ਘਟ ਰਿਹਾ, ਐਗਜ਼ੰਪਸ਼ਨ ਫਰੋਮ ਯੂਜ਼ਰ ਚਾਰਜ, ਫ੍ਰੀ ਟਰਾਂਸਪੋਰਟ ਘਰ ਤੋਂ ਇੰਸਟੀਟਿਊਸ਼ਨ ਤੱਕ। ਦੈਨ ਰੈਫਰਲ ਹੈ ਤਾਂ ਉਹਦੇ ਲਈ ਫ੍ਰੀ ਟਰਾਂਸਪੋਰਟ ਜੇ ਕਿਸੇ ਹੋਰ ਵੱਡੇ ਹਸਪੀਟਲ 'ਚ ਰੈਫਰ ਕਰਨਾ ਪੈ ਰਿਹਾ, ਕਈ ਵਾਰੀ ਕੋਈ ਸਿਚੁਏਸ਼ਨ ਕ੍ਰਿਟੀਕਲ ਹੋ ਜਾਂਦੀ ਹੈ, ਕੋਈ ਹੋਰ ਬਿਮਾਰੀ ਵੀ ਹੁੰਦੀ ਹੈ ਕਈ ਵਾਰੀ ਕਿਸੇ ਨੂੰ। ਸਿਕ ਨਿਊਬੋਰਨ ਦੀ 30 ਦਿਨਾਂ ਤੱਕ ਆਫਟਰ ਬਰਥ ਫ੍ਰੀ ਇੰਟਾਈਟਲਮੈਂਟ, ਐਕਸਪੈਂਡ ਵੀ ਇਹਨੂੰ ਕੀਤਾ ਜਾ ਸਕਦਾ ਦੇਖਦੇ ਹੋਏ ਪਰਿਵਾਰ ਦੀ ਹਾਲਤ। ਫ੍ਰੀ ਟ੍ਰੀਟਮੈਂਟ, ਫ੍ਰੀ ਡਾਇਗਨੋਸਟਿਕ, ਸੋ ਇਹ ਸਾਰਾ ਕੁਝ ਆਪਾਂ ਦੇਖ ਚੁੱਕੇ ਹਾਂ। ਫ੍ਰੀ ਡ੍ਰੌਪ ਬੈਕ, ਸੋ ਇੰਸਟੀਟਿਊਸ਼ਨ ਜੋ ਸਭ ਕੁਝ ਠੀਕ ਹੋ ਗਿਆ ਤਾਂ ਘਰੇ ਵੀ ਦੁਬਾਰਾ ਛੱਡਿਆ ਜਾਊਗਾ। ਸੋ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਐਕਸਟੈਂਸਿਵ ਡੀਟੇਲਡ ਸਕੀਮ ਹੈ। ਹਰ ਤਰੀਕੇ ਦੀ ਜਿਹੜੀ ਦਿੱਕਤ ਹੁੰਦੀ ਹੈ ਕਿਸੇ ਦੀ, ਗਰੀਬ ਪਰਿਵਾਰਾਂ ਦੀ, ਪ੍ਰੈਗਨੈਂਸੀ ਦੇ ਦੌਰਾਨ, ਡਿਲੀਵਰੀ ਦੇ ਦੌਰਾਨ, ਬੱਚੇ ਦੇ ਬਰਥ ਦੇ ਦੌਰਾਨ, ਸੋ ਉਹਨਾਂ ਨੂੰ ਧਿਆਨ 'ਚ ਰੱਖਿਆ ਗਿਆ। ਫ੍ਰੀ ਡਾਈਟ 3 ਦਿਨਾਂ ਤੱਕ ਦਿੱਤੀ ਜਾਊਗੀ। ਸੋ ਇਹ ਡੇਜ਼ ਉਰੇ ਧਿਆਨ 'ਚ ਰੱਖਣੇ ਨੇ ਜੇ ਨਾਰਮਲ ਡਿਲੀਵਰੀ ਹੈ, 7 ਦਿਨਾਂ ਦੇ ਲਈ ਜੇ ਸੀ ਸੈਕਸ਼ਨ ਹੈ। ਜਿਹੜੀ ਸਕੀਮ ਹੈ ਹੁਣ ਤੱਕ 12 ਮਿਲੀਅਨ ਤੋਂ ਜ਼ਿਆਦਾ ਪ੍ਰੈਗਨੈਂਟ ਮਹਿਲਾਵਾਂ ਨੂੰ ਬੈਨੀਫਿਟ ਦੇ ਚੁੱਕੀ ਹੈ। ਅਗਲੀ ਸਕੀਮ ਆ ਗਈ ਰਾਸ਼ਟਰੀ ਕਿਸ਼ੋਰ ਸਵਾਸਥਯ ਕਾਰਜਕ੍ਰਮ। ਐਡੋਲੈਸੈਂਟ ਗਰਲਸ ਦੇ ਲਈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਇਹਨੂੰ ਚਲਾ ਰਹੀ ਹੈ। ਲਾਂਚ ਕੀਤੀ ਸੀ 2014 ਦੇ ਵਿੱਚ। ਐਡੋਲੈਸੈਂਟ ਪੋਪੂਲੇਸ਼ਨ ਹੈ ਜਿਹੜੀ 10 ਤੋਂ 19 ਸਾਲ ਦੀ ਏਜ, ਸੋ ਏਜ ਗਰੁੱਪ ਇੰਪੋਰਟੈਂਟ ਹੈ। ਚਾਹੇ ਕੁੜੀ ਹੈ ਚਾਹੇ ਮੁੰਡਾ, ਚਾਹੇ ਅਰਬਨ ਏਰੀਆ, ਰੂਰਲ ਏਰੀਆ, ਮੈਰਿਡ ਹੋ, ਅਨਮੈਰਿਡ ਹੋ, ਗਰੀਬ ਹੋ, ਅਮੀਰ ਹੋ, ਸਕੂਲ ਦੇ ਵਿੱਚ ਹੋ ਜਾਂ ਸਕੂਲ ਤੋਂ ਬਾਹਰ ਹੋ, ਤੁਹਾਨੂੰ ਇਹ ਸਕੀਮ ਫਾਇਦਾ ਦਊਗੀ। ਸਾਰਿਆਂ ਨੂੰ ਇਹਦਾ ਫਾਇਦਾ ਮਿਲੂਗਾ। ਸੋ ਹਰ ਐਡੋਲੈਸੈਂਟ ਤੱਕ ਇਹ ਸਕੀਮ ਪਹੁੰਚ ਰਹੀ ਹੈ। ਈਵਨ ਹੁਣ ਇਹਦੇ ਵਿੱਚ LGBTQ ਗਰੁੱਪ ਨੂੰ ਵੀ ਇਨਕਲੂਡ ਕਰਤਾ, ਕਿਉਂਕਿ ਪਹਿਲਾਂ ਕਾਫੀ ਜਾਣੇ ਕੁਐਸਚਨ ਕਰਦੇ ਸੀ ਕਿ ਤੁਸੀਂ ਸਕੀਮ ਵਿੱਚ ਸਿਰਫ ਗਰਲ ਬॉय ਲਿਖਿਆ। ਸੋ ਅੱਜ ਕੱਲ੍ਹ ਆਪਾਂ ਨੂੰ ਪਤਾ ਕਿ ਕਈ ਆਪਣਾ ਜੈਂਡਰ ਆਈਡੈਂਟੀਫਾਈ ਨਹੀਂ ਕਰਵਾਉਣਾ ਚਾਹੁੰਦੇ, ਟਰਾਂਸਜੈਂਡਰ, ਸੋ ਸਾਰਿਆਂ ਦੇ ਲਈ ਹੁਣ ਇਹ ਸਕੀਮ ਵੈਲਿਡ ਹੈ। ਕੋਈ ਵੀ 10 ਤੋਂ 19 ਸਾਲ ਤੱਕ ਦਾ ਬੱਚਾ ਹੈ ਦੇਸ਼ ਦੇ ਅੰਦਰ। ਸਕੀਮ ਨੂੰ ਲਾਗੂ ਕੌਣ-ਕੌਣ ਕਰਵਾ ਰਿਹਾ? ਸੋ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਤੇ ਨਾਲ ਇਹਦੇ ਮਿਲ ਕੇ ਕੰਮ ਕਰ ਰਹੀਆਂ ਯੂਨਾਈਟਿਡ ਨੇਸ਼ਨ ਪੋਪੂਲੇਸ਼ਨ ਫੰਡ, ਤੇ ਇਹਨਾਂ ਨੇ ਇੱਕ ਨੈਸ਼ਨਲ ਐਡੋਲੈਸੈਂਟ ਹੈਲਥ ਸਟ੍ਰੈਟਜੀ ਤਿਆਰ ਕੀਤੀ ਹੈ। ਸੋ ਮੇਨ ਐਲੀਮੈਂਟਸ ਨੇ ਐਡੋਲੈਸੈਂਟ ਫ੍ਰੈਂਡਲੀ ਹੈਲਥ ਕਲੀਨਿਕ ਹਰ ਸਟੇਟ ਦੇ ਵਿੱਚ, ਫ੍ਰੀ ਆਇਰਨ ਫੋਲਿਕ ਐਸਿਡ ਸਪਲੀਮੈਂਟੇਸ਼ਨ, ਪੀਅਰ ਐਜੂਕੇਟਰ ਪ੍ਰੋਗਰਾਮ, ਮੈਨਸਟਰੁਅਲ ਹਾਈਜੀਨ ਸਕੀਮ। ਸੋ ਇਹ ਸਾਰੀਆਂ ਫ੍ਰੀ ਬਿਲਕੁਲ ਦਿੱਤੀਆਂ ਜਾਣਗੀਆਂ ਸਕੀਮਸ। ਨੈਕਸਟ ਆ ਗਿਆ ਰਾਸ਼ਟਰੀ ਬਾਲ ਸਵਾਸਥਯ ਕਾਰਜਕ੍ਰਮ। ਹੁਣ ਆਪਾਂ ਨੇ ਵੱਡੀ ਏਜ ਦੇ ਲੋਕਾਂ ਬਾਰੇ ਦੇਖ ਲਿਆ, ਆਪਾਂ ਨੇ 10 ਤੋਂ 19 ਕਵਰ ਕਰ ਲਿਆ। ਹੁਣ ਆ ਗਏ 0 ਤੋਂ 6 ਬੱਚੇ। ਸੋ ਇਹ ਜਿਹੜਾ ਨਵਾਂ ਇਨੀਸ਼ੀਏਟਿਵ ਹੈ ਇਹਦੇ ਅੰਦਰ ਚਿਲਡਰਨ ਦੇ ਲਈ 4 ਸਾਲ 0 ਬਰਥ ਤੋਂ ਲੈ ਕੇ 18 ਸਾਲ ਦੀ ਉਮਰ ਦੇ ਲਈ 4 ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਸੋ ਕਿਸੇ ਨੂੰ ਕੋਈ ਜੇ ਡਿਫੈਕਟ ਹੈ ਜਨਮ ਦੇ ਸਮੇਂ, ਕੋਈ ਕਮੀ ਆ ਕਿਸੇ ਵਿਟਾਮਿਨ ਵਗੈਰਾ ਦੀ, ਕੋਈ ਬਿਮਾਰੀ ਹੈ ਜਾਂ ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋ ਪਾ ਰਹੀ, ਤਾਂ ਇੱਥੇ ਅਰਲੀ ਆਈਡੈਂਟੀਫਿਕੇਸ਼ਨ ਕਰਕੇ ਪਹਿਲਾਂ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਉਹਨੂੰ ਆਈਡੈਂਟੀਫਾਈ ਕਰਕੇ ਲੱਭ ਕੇ ਉਸ ਪ੍ਰੋਬਲਮ ਨੂੰ ਉਹਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਸੋ 48 ਘੰਟੇ ਤੋਂ ਬਾਅਦ 6 ਹਫ਼ਤਿਆਂ ਤੱਕ ਨਿਊਬੋਰਨ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਆਸ਼ਾ ਦੇ ਦੁਆਰਾ। ਸੋ ਜਿਹੜੀ ਆਸ਼ਾ ਵਰਕਰ ਨੇ ਘਰਾਂ ਦੇ ਵਿੱਚ ਜਾ ਕੇ ਐਸ ਪਾਰਟ ਆਫ HPNC ਪੈਕੇਜ। ਸੋ ਜਿਹੜੀ ਸਕਰੀਨਿੰਗ ਹੈ ਉਹਦੇ ਲਈ ਮੇਨ ਇਹਦੇ ਵਿੱਚ ਕੰਮ ਕਰਦੇ ਨੇ ਮੈਡੀਕਲ ਆਫਿਸਰ, ਸਟਾਫ ਨਰਸ, ANM। ਸੋ ਟਾਰਗੇਟਡ ਏਜ ਗਰੁੱਪ 0 ਤੋਂ 6,
ਰੂਰਲ ਏਰੀਆਜ਼ ਦੇ ਵਿੱਚ, ਅਰਬਨ ਏਰੀਆਜ਼ ਦੇ ਵਿੱਚ, ਇਨ ਐਡੀਸ਼ਨ ਟੂ ਚਿਲਡਰਨ ਐਨਰੋਲਡ ਫਰਮ ਕਲਾਸ 1 to 12। ਸੋ ਆਲਮੋਸਟ ਕਹਿ ਸਕਦੇ ਹੋ ਕਿ 0 ਤੋਂ 18 ਸਾਲ ਤੱਕ ਦੇ ਕਵਰਡ ਹੈ। ਸੋ 27 ਕਰੋੜ ਬੱਚਿਆਂ ਨੂੰ ਅਲੱਗ-ਅਲੱਗ ਮੈਨਰ ਦੇ ਵਿੱਚ ਸਰਵਿਸਿਜ਼ ਹੁਣ ਤੱਕ ਮਿਲ ਚੁੱਕੀਆਂ ਨੇ। ਸੋ ਹੈਲਥ ਕੰਡੀਸ਼ਨ ਸਕਰੀਨ ਕੀਤੀ ਜਾਂਦੀ ਹੈ, ਅਲੱਗ-ਅਲੱਗ ਬਿਮਾਰੀਆਂ ਦੇਖੀਆਂ ਜਾਂਦੀਆਂ ਨੇ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਹੈਲਥ ਕੰਡੀਸ਼ਨ ਦੀ, ਤਾਂ ਇਹ ਸਾਰੀਆਂ ਬਿਮਾਰੀਆਂ ਇਸ ਸਕੀਮ ਦੇ ਅੰਦਰ ਆਈਡੈਂਟੀਫਾਈ ਕੀਤੀਆਂ ਜਾਂਦੀਆਂ ਨੇ। ਛੋਟੇ ਹੁੰਦੇ ਤੋਂ ਲੈ ਕੇ ਅਲੱਗ-ਅਲੱਗ ਏਜ ਦੇ ਟਾਈਮ ਪੀਰੀਅਡ ਉੱਤੇ ਸਕੂਲਾਂ 'ਚ ਜਾ ਕੇ ਚੈੱਕ ਕੀਤਾ ਜਾਂਦਾ ਹੈ ਕਿਸੇ ਬੱਚੇ ਵਿੱਚ HP ਵਗੈਰਾ ਤਾਂ ਨਹੀਂ ਘੱਟ, ਹੀਮੋਗਲੋਬਿਨ, ਜਾਂ ਕਿਸੇ ਬੱਚੇ ਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ। ਸੋ ਸਾਰੀ ਇੱਕ ਵਾਰੀ ਤੁਸੀਂ ਲਿਸਟ ਪੜ੍ਹ ਲੈਣੀ ਹੈ। ਇਹ ਜਨਰਲ ਤੁਹਾਡੀ ਨੌਲੇਜ ਦੇ ਲਈ ਮੈਂ ਐਡ ਕੀਤੀ ਹੈ। ਮਕੈਨਿਜ਼ਮਸ ਫॉर ਸਕਰੀਨਿੰਗ। ਸੋ ਕਮਿਊਨਿਟੀ ਤੇ ਫੈਸਿਲਿਟੀ ਲੈਵਲ ਦੇ ਉੱਤੇ ਅਲੱਗ-ਅਲੱਗ ਸਕਰੀਨਿੰਗ ਹੁੰਦੀ ਹੈ, 2 ਲੈਵਲ ਉੱਤੇ। ਸੋ ਨਿਊ ਬੋਰਨ ਸਕਰੀਨਿੰਗ ਹੈ ਜਿਹੜੀ ਉਹ ਪਬਲਿਕ ਹੈਲਥ ਫੈਸਿਲਿਟੀਜ਼ ਕਰਦੀਆਂ ਨੇ, ਜਿਵੇਂ PHCs ਹੋ ਗਈਆਂ, ਕਮਿਊਨਿਟੀ ਹੈਲਥ ਸੈਂਟਰ ਹੋ ਗਏ ਜਾਂ DH ਹੋ ਗਏ। ਸੋ ਇੱਥੇ ਹੈਲਥ ਮੈਨ ਪਾਵਰ, ਮੈਡੀਕਲ ਆਫਿਸਰ, ਸਟਾਫ ਨਰਸ, ANMs ਹੋ ਗਈਆਂ, ਇਹ ਧਿਆਨ ਰੱਖਦੇ ਨੇ। ਦੈਨ ਮੋਬਾਈਲ ਹੈਲਥ ਟੀਮਸ ਆਂਗਨਵਾੜੀ ਸੈਂਟਰਸ ਉੱਤੇ ਵੀ ਕੰਮ ਕਰਦੀਆਂ ਨੇ, ਸਰਕਾਰੀ ਸਕੂਲਾਂ ਜਾ ਕੇ ਕੰਮ ਕਰਦੀਆਂ ਨੇ। ਆਂਗਨਵਾੜੀ ਸੈਂਟਰ ਦੇ ਵਿੱਚ ਵੀ ਪ੍ਰੀ ਸਕੂਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦਾ ਸਕਰੀਨਿੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਕੋਈ ਡੈਫੀਸ਼ੀਐਂਸੀ ਤਾਂ ਨਹੀਂ, ਕੋਈ ਡਿਸੀਜ਼ ਤਾਂ ਨਹੀਂ, ਤੇ ਸਾਲ ਵਿੱਚ ਘੱਟੋ ਘੱਟ 2 ਵਾਰ ਸਕਰੀਨਿੰਗ ਹੁੰਦੀ ਹੈ। ਫਿਰ ਸਕੂਲਾਂ 'ਚ ਵੀ ਅਲੱਗ-ਅਲੱਗ ਹੈਲਥ ਟੀਮਸ ਜਾਂਦੀਆਂ ਨੇ। ਦੈਨ ਮੋਬਾਈਲ ਹੈਲਥ ਟੀਮ ਦੇ ਵਿੱਚ 4 ਮੈਂਬਰ ਹੁੰਦੇ ਨੇ, 2 ਡਾਕਟਰ ਜੋ ਸਕੂਲਾਂ 'ਚ ਜਾਂਦੇ ਨੇ, ਆਯੁਸ਼ ਵਾਲੇ ਡਾਕਟਰ, ਇੱਕ ਮੇਲ ਤੇ ਇੱਕ ਫੀਮੇਲ, ਤੇ ਐਟਲੀਸਟ ਇੱਕ ਬੈਚਲਰ ਡਿਗਰੀ ਵਾਲੇ ਹੋਣਗੇ ਅਪਰੂਵਡ ਇੰਸਟੀਟਿਊਸ਼ਨ ਤੋਂ, ਤੇ ਨਾਲ ਇੱਕ ANM ਜਾਂ ਸਟਾਫ ਨਰਸ ਤੇ ਇੱਕ ਫਾਰਮਾਸਿਸਟ ਜਿਹੜੇ ਕਿ ਡੇਟਾ ਮੈਨੇਜਮੈਂਟ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੀਐਂਟ ਹੋਣਗੇ। ਸੋ ਇਹ ਸਾਰੀ ਹੈਲਥ ਟੀਮ ਅਲੱਗ-ਅਲੱਗ ਸਕੂਲਾਂ 'ਚ ਵਿਜ਼ਿਟ ਕਰਦੀ ਹੈ, ਬੱਚਿਆਂ ਦੀ ਕੋਈ ਬਿਮਾਰੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਉਹਦੀ ਅਰਲੀ ਸਕਰੀਨਿੰਗ ਲਈ। ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ 1985 'ਚ ਲਾਂਚ ਹੋਇਆ। 1978 ਵਾਲੇ ਦਾ ਨਾਮ ਚੇਂਜ ਕੀਤਾ ਗਿਆ ਤੇ ਉਹਨੂੰ ਐਕਸਪੈਂਡ ਕੀਤਾ ਗਿਆ। 1992 ਦੇ ਵਿੱਚ ਜਿਹੜੀ ਚਾਈਲਡ ਸਰਵਾਈਵਲ ਸੇਫ ਮਦਰਹੁੱਡ ਪ੍ਰੋਗਰਾਮ ਹੈ, ਉਹਨੇ ਵੀ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਨੂੰ ਆਪਣਾ ਪਾਰਟ ਬਣਾਇਆ। ਸੋ 1997 ਦੇ ਵਿੱਚ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਪਾਰਟ ਬਣ ਗਿਆ ਨੈਸ਼ਨਲ ਰੀਪਰੋਡਕਟਿਵ ਤੇ ਚਾਈਲਡ ਹੈਲਥ ਪ੍ਰੋਗਰਾਮ ਦਾ। ਸੋ NRHM ਦੀ ਜੇ ਗੱਲ ਕਰੀਏ ਆਪਾਂ, ਨੈਸ਼ਨਲ ਰੂਰਲ ਹੈਲਥ ਮਿਸ਼ਨ ਦੀ ਸਪੈਸੀਫਿਕਲੀ, ਤਾਂ ਇਹ ਜਿਹੜਾ ਇਮਿਊਨਾਈਜੇਸ਼ਨ ਪ੍ਰੋਗਰਾਮ ਹੈ ਇੱਕ ਬਹੁਤ ਹੀ ਅਹਿਮ ਪਾਰਟ ਹੈ। ਸੋ 12 ਵੈਕਸੀਨਸ ਲਗਾਈਆਂ ਜਾਂਦੀਆਂ ਨੇ ਪ੍ਰੀਵੈਂਟੇਬਲ ਡਿਸੀਜ਼ਸ ਦੇ ਉੱਤੇ। ਸੋ ਉਹ ਬਿਮਾਰੀਆਂ ਜਿਹੜੇ ਕਿ ਵੈਕਸੀਨ ਲਗਾ ਕੇ ਰੋਕੀਆਂ ਜਾ ਸਕਦੀਆਂ ਨੇ। ਸੋ ਇਹਨਾਂ ਦੀ ਲਿਸਟ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਹੈ। ਫ੍ਰੀ ਵੈਕਸੀਨੇਸ਼ਨ ਦੇਸ਼ ਭਰ ਦੇ ਵਿੱਚ ਲਗਾਈ ਜਾਂਦੀ ਹੈ। ਡਿਪਥੀਰੀਆ, ਪਰਟੂਸਿਸ, ਟੈਟਨਸ, ਪੋਲੀਓ, ਮੀਜ਼ਲ, ਰੁਬੈਲਾ, ਜਿਹੜੀ ਕਿ ਬਹੁਤ ਹੀ ਸੀਰੀਅਸ ਚਾਈਲਡਹੁੱਡ TB ਦੀ ਇੱਕ ਸੀਰੀਅਸ ਫਾਰਮ ਹੁੰਦੀ ਹੈ। ਹੈਪੇਟਾਈਟਸ B, ਮੈਨਜਨਾਈਟਸ, ਨਿਮੋਨੀਆ ਜਿਹੜਾ ਕਿ ਹੈਮੋਫਿਲਿਸ ਇਨਫਲੂਐਂਜ਼ਾ ਟਾਈਪ B ਦੇ ਨਾਲ ਹੁੰਦਾ ਹੈ, ਰੋਟਾ ਵਾਇਰਸ ਡਾਇਰੀਆ, ਨਿਊਮੋਕੋਕਲ ਨਿਮੋਨੀਆ, ਜੈਪਨੀਜ਼ ਐਨਸੇਫੇਲਾਈਟਸ। 2014 ਦੇ ਵਿੱਚ ਪੋਲੀਓ ਪੂਰੇ ਤਰੀਕੇ ਨਾਲ ਐਲੀਮੀਨੇਟ ਹੋ ਗਿਆ ਸੀ। ਮੈਟਰਨਲ ਤੇ ਨਿਓਨੇਟਲ ਟੈਟਨਸ 2015 ਦੇ ਵਿੱਚ ਪੂਰੇ ਤਰੀਕੇ ਨਾਲ ਭਾਰਤ ਦੇ ਵਿੱਚ ਐਲੀਮੀਨੇਟ ਹੋ ਗਿਆ ਸੀ। ਸੋ 2 ਮੇਜਰ ਅਚੀਵਮੈਂਟਸ ਨੇ, ਮਾਈਲਸਟੋਨਸ ਨੇ ਜਿਹੜਾ ਕਿ ਇਸ ਪ੍ਰੋਗਰਾਮ ਨੇ ਕਵਰ ਕੀਤੀਆਂ ਨੇ। ਸੋ ਅਲੱਗ-ਅਲੱਗ ਇਮਿਊਨਾਈਜੇਸ਼ਨ ਡਰਾਈਵਸ ਚਲਾਈਆਂ ਜਾਂਦੀਆਂ ਨੇ। ਇਨਐਕਟੀਵੇਟਿਡ ਪੋਲੀਓ ਵੈਕਸੀਨ, ਰੋਟਾ ਵਾਇਰਸ ਵੈਕਸੀਨ, ਮੀਜ਼ਲ ਰੁਬੈਲਾ ਵੈਕਸੀਨ ਹੋ ਗਈ, PCV, ਨਿਊਮੋਕੋਕਲ ਕੌਨਜੂਗੇਟ ਵੈਕਸੀਨ, ਟੈਟਨਸ ਤੇ ਐਡਲਟ ਡਿਪਥੀਰੀਆ। ਸੋ ਇਹਨਾਂ ਦੀ ਫੁੱਲ ਫਾਰਮ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਨੈਕਸਟ ਇਜ਼ ਮਿਸ਼ਨ ਇੰਦਰਧਨੁਸ਼। ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 25 ਦਸੰਬਰ 2014 ਨੂੰ ਐਕਸਪੈਂਡ ਕੀਤੀ ਗਈ ਕਵਰੇਜ ਇਮਿਊਨਾਈਜੇਸ਼ਨ ਦੀ ਸਾਰੇ ਬੱਚਿਆਂ ਦੇ ਉੱਤੇ ਪੂਰੇ ਦੇਸ਼ ਭਰ ਦੇ ਵਿੱਚ। ਸੋ ਮੇਨ ਜਿਹੜਾ ਮਿਸ਼ਨ ਇੰਦਰਧਨੁਸ਼ ਹੈ, ਇਹਦਾ ਏਮ ਹੈ ਕਿ ਉਹ ਸਾਰੇ ਬੱਚਿਆਂ ਨੂੰ ਕਵਰ ਕੀਤਾ ਜਾਵੇ, ਲੱਭਿਆ ਜਾਵੇ ਤੇ ਉਹਨਾਂ ਦੀ ਵੈਕਸੀਨ ਲਗਾਈ ਜਾਵੇ ਜਿਨ੍ਹਾਂ ਦੇ ਪਹਿਲਾਂ ਵੈਕਸੀਨ ਨਹੀਂ ਲੱਗੀ ਜਾਂ ਜਿਨ੍ਹਾਂ ਦੀ ਵਿਚਕਾਰ ਛੁੱਟ ਗਈ, ਪਾਰਸ਼ੀਅਲੀ ਵੈਕਸੀਨੇਟਿਡ ਨੇ ਜਾਂ ਅਨਵੈਕਸੀਨੇਟਿਡ ਨੇ। ਸੋ 12 ਲਾਈਫ ਥ੍ਰੈਟਨਿੰਗ ਡਿਸੀਜ਼ਸ ਦੇ ਅਗੇਂਸਟ ਫ੍ਰੀ ਵੈਕਸੀਨ ਲਗਾਈ ਜਾਂਦੀ ਹੈ। ਸੋ ਸਾਰੇ ਨਾਮ ਦਿੱਤੇ ਹੋਏ ਨੇ। ਸੋ ਅਲੱਗ-ਅਲੱਗ ਫੇਜ਼ਿਸ ਦੇ ਵਿੱਚ ਜਿਹੜਾ ਪਹਿਲਾ ਫੇਜ਼ ਸੀਗਾ 2015 ਤੋਂ ਚੱਲਿਆ, ਦੂਜਾ ਦੈਨ ਇਹ ਸਾਰੇ ਤੁਸੀਂ ਈਅਰਸ ਇੱਥੇ ਦੇਖ ਸਕਦੇ ਹੋ, ਇਹਦੇ ਵਿੱਚ ਕੁਝ ਟੈਕਨੀਕਲ ਨਹੀਂ ਹੈ। ਓਵਰਆਲ 3 ਫੇਜ਼ਿਸ ਦੇ ਵਿੱਚ 28.7 ਲੱਖ ਇਮਿਊਨਾਈਜੇਸ਼ਨ ਸੈਸ਼ਨ ਚੱਲੇ, 2.1 ਕਰੋੜ ਬੱਚੇ ਦੇ ਵਿੱਚ ਕਵਰ ਕੀਤੇ। ਸੋ ਮੇਨ ਇਹਦੇ ਵਿੱਚ ਜਿਹੜੇ ਫੀਚਰਸ ਨੇ ਉਹੀ ਤੁਹਾਨੂੰ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਲਈ ਇੰਪੋਰਟੈਂਟ ਹੈ, ਜਾਂ ਜੇ ਕੋਈ ਕਰੰਟ ਅਫੇਅਰ ਹੈ ਇਹਦੇ ਬੇਸਿਸ ਉੱਤੇ ਤੁਸੀਂ ਉਹ ਤਿਆਰ ਕਰਨਾ ਹੈ। ਸੋ ਜਿਹੜੀ ਮਿਨਿਸਟਰੀ ਹੈ ਇਹਨੂੰ ਟੈਕਨੀਕਲੀ ਸਪੋਰਟ ਕਰਦੀ ਹੈ WHO, UNICEF, ਰੋਟਰੀ ਇੰਟਰਨੈਸ਼ਨਲ ਤੇ ਹੋਰ ਡੋਨਰ ਪਾਰਟਨਰਸ।
ਨੈਕਸਟ ਆ ਗਿਆ ਜਨਨੀ ਸੁਰੱਖਿਆ ਯੋਜਨਾ, ਸੇਫ ਮਦਰਹੁੱਡ ਇੰਟਰਵੈਂਸ਼ਨ, NHM ਮਿਸ਼ਨ ਦੇ ਅੰਦਰ ਹੀ। ਸੋ ਜਿਹੜੀ ਯੋਜਨਾ ਨੂੰ ਲਾਂਚ ਕੀਤਾ ਗਿਆ ਸੀ 12 ਅਪ੍ਰੈਲ 2005 ਨੂੰ, ਪੂਰੇ ਦੇਸ਼ ਭਰ ਵਿੱਚ ਲਾਗੂ ਹੈ। ਲੋ ਪਰਫਾਰਮਿੰਗ ਸਟੇਟਸ ਵਿੱਚ ਮੇਨਲੀ ਇਹਦਾ ਫੋਕਸ ਹੈ। 100% ਸੈਂਟਰ ਇਹਨੂੰ ਪੈਸਾ ਦਿੰਦੀ ਹੈ। ਸੋ ਇਹਦੇ ਅੰਦਰ ਕੀ ਹੈ, ਜਿਹੜੀ ਕੈਸ਼ ਅਸਿਸਟੈਂਸ ਹੈ ਡਿਲੀਵਰੀ ਤੇ ਪੋਸਟ ਡਿਲੀਵਰੀ ਕੇਅਰ ਦੀ, ਉਹਨੂੰ ਮਿਲਾ ਕੇ ਇਸ ਸਕੀਮ ਨੂੰ ਚਲਾਇਆ ਜਾ ਰਿਹਾ। ਸੋ ਮੈਟਰਨਲ ਨਿਓਨੇਟਲ ਮੋਰਟੈਲਿਟੀ ਨਾ ਹੋ ਸਕੇ, ਜਿਹੜੇ ਵੀਕ ਸੋਸ਼ਲ ਇਕਨੋਮਿਕ ਸਟੇਟਸ ਦੀਆਂ ਮਹਿਲਾਵਾਂ ਨੇ, SC ਕੈਟੇਗਰੀ ਤੋਂ ST ਜਾਂ ਬਿਲੋ ਪਾਵਰਟੀ ਲਾਈਨ, ਸੋ ਡਿਲੀਵਰੀ ਉਹਨਾਂ ਦੀ ਇੱਕ ਸਹੀ ਤਰੀਕੇ ਨਾਲ ਹੋ ਸਕੇ, ਇੱਕ ਵਧੀਆ ਇੰਸਟੀਟਿਊਟ ਦੇ ਵਿੱਚ ਹੋ ਸਕੇ। ਸੋ ਮੇਨ ਮਕਸਦ ਇਸ ਸਕੀਮ ਦਾ ਉਹੀ ਹੈ। ਸੋ ਕੈਸ਼ ਅਸਿਸਟੈਂਟ ਦਿੱਤੀ ਜਾਂਦੀ ਹੈ। ਸੋ ਇਹਦੇ ਅੰਦਰ ਕੈਸ਼ ਅਸਿਸਟੈਂਟ ਦਿੱਤੀ ਜਾਂਦੀ ਹੈ, ਪੈਸੇ ਨਾਲ ਮਦਦ ਦਿੱਤੀ ਜਾਂਦੀ ਹੈ। ਇਰਰਿਸਪੈਕਟਿਵ, ਨੋ ਮੈਟਰ ਏਜ ਕਿੰਨੀ ਹੈ ਮਦਰ ਦੀ, ਕਿੰਨੇ ਬੱਚੇ ਨੇ, ਜਨਮ ਦੇਣ ਦੇ ਲਈ ਸਰਕਾਰੀ ਇੰਸਟੀਟਿਊਟ ਹੈ, ਕੋਈ ਐਕ੍ਰੀਡੇਟਡ ਪ੍ਰਾਈਵੇਟ ਹੈਲਥ ਫੈਸਿਲਿਟੀ ਹੈ, ਕੈਸ਼ ਅਸਿਸਟੈਂਸ ਮਿਲੂਗੀ। ਸੋ ਪੂਅਰ ਪ੍ਰੈਗਨੈਂਟ ਵਿਮਨ ਜਿਹਨਾਂ ਨੂੰ ਕੋਈ ਸਪੈਸ਼ਲ ਡਿਸਪੈਂਸ਼ਨ ਹੈ ਸਟੇਟਸ ਦੇ ਲਈ, ਕੋਈ ਲੋ ਇੰਸਟੀਟਿਊਸ਼ਨ ਡਿਲੀਵਰੀ ਰੇਟਸ ਨੇ, ਸੋ ਮੇਨਲੀ ਉੱਥੇ ਫੋਕਸ ਕੀਤਾ ਜਾਂਦਾ ਜਿਵੇਂ ਸਟੇਟਸ ਹੋ ਗਿਆ UP, ਉੱਤਰਾਖੰਡ, ਬਿਹਾਰ, ਝਾਰਖੰਡ, ਅਸਮ, ਰਾਜਸਥਾਨ, ਜੰਮੂ। ਸੋ ਦੋ ਤਰੀਕੇ ਦੀਆਂ ਸਟੇਟਸ ਇਸ ਐਕਟ ਦੇ ਅੰਦਰ, ਇਸ ਪ੍ਰੋਗਰਾਮ ਦੇ ਅੰਦਰ ਕੀਤੀਆਂ ਗਈਆਂ ਨੇ, ਲੋ ਪਰਫਾਰਮਿੰਗ ਤੇ ਹਾਈ ਪਰਫਾਰਮਿੰਗ। ਸੋ ਜਿਹੜੀਆਂ ਸਟੇਟਸ ਇਸ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀਆਂ, ਸੋ ਹੋ ਗਿਆ ਲੋ ਪਰਫਾਰਮਿੰਗ, ਤੇ ਜਿਹੜੀਆਂ ਸਹੀ ਤਰੀਕੇ ਨਾਲ ਲਾਗੂ ਕਰ ਰਹੀਆਂ ਨੇ ਉਹ ਹੋ ਗਿਆ ਹਾਈ ਪਰਫਾਰਮਿੰਗ। ਤੇ ਲੋ ਪਰਫਾਰਮਿੰਗ ਦੇ ਵਿੱਚ ਫਿਰ ਮੇਨਲੀ ਇਸ ਸਕੀਮ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਵਾਇਆ ਜਾ ਰਿਹਾ, ਸੋ ਦੈਟ ਉੱਥੇ ਵੀ ਸਾਰਿਆਂ ਨੂੰ ਜਿਹੜੀ ਸਹੂਲਤ ਉਹ ਮਿਲ ਸਕੇ। ਸਕੀਮ ਆਲਸੋ ਪ੍ਰੋਵਾਈਡ ਪਰਫਾਰਮੈਂਸ ਬੇਸਡ ਇਨਸੈਂਟਿਵ ਟੂ ਵਿਮਨ ਹੈਲਥ ਵੋਲੰਟੀਅਰ। ਜੇ ਕੋਈ ਆਸ਼ਾ ਵਰਕਰ, ਆਸ਼ਾ ਦੀ ਫੁੱਲ ਫਾਰਮ ਪੇਪਰਾਂ 'ਚ ਬਾਰ-ਬਾਰ ਆਉਂਦੀ ਹੈ ਤੇ CDPO ਐਗਜ਼ਾਮ ਦੇ ਲਈ 100% ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਸੋ ਆਸ਼ਾ ਵਰਕਰ ਦੇ ਜਿਹੜੀਆਂ ਐਕ੍ਰੀਡੇਟਡ ਸੋਸ਼ਲ ਹੈਲਥ ਐਕਟਿਵਿਸਟ ਜਿਹੜੀਆਂ ਵੀ ਇਸ ਪੂਰੀ ਸਕੀਮ ਦੇ ਅੰਦਰ ਵਧੀਆ ਤਰੀਕੇ ਨਾਲ ਵੋਲੰਟੀਅਰ ਕੰਮ ਕਰਦੀਆਂ ਨੇ, ਸੋ ਉਹਨਾਂ ਨੂੰ ਵੀ ਫੇਰ ਪਰਫਾਰਮੈਂਸ ਬੇਸਡ ਇਨਸੈਂਟਿਵ ਬੋਨਸ ਵਗੈਰਾ ਮਿਲਦੇ ਨੇ। ਸੋ ਆਸ਼ਾ ਕੌਣ ਹੁੰਦੀ ਹੈ? ਟ੍ਰੇਨਡ ਫੀਮੇਲ ਕਮਿਊਨਿਟੀ ਹੈਲਥ ਐਕਟਿਵਿਸਟ ਹੁੰਦੀ ਹੈ। ਕਮਿਊਨਿਟੀ ਤੋਂ ਹੀ ਇਹਨਾਂ ਨੂੰ ਚੁਣਿਆ ਜਾਂਦਾ ਹੈ, ਕਮਿਊਨਿਟੀ ਦੇ ਲਈ ਹੀ ਅਕਾਊਂਟੇਬਲ ਹੁੰਦੀਆਂ ਨੇ। ਸੋ ਪਬਲਿਕ ਹੈਲਥ ਸਿਸਟਮ ਤੇ ਲੋਕਾਂ ਤੱਕ ਇੱਕ ਬਹੁਤ ਵਧੀਆ ਲਿੰਕ ਦਾ ਕੰਮ ਕਰਦੀਆਂ ਨੇ, ਕਿਉਂਕਿ ਇਹਨਾਂ ਨੂੰ ਲੋਕਲ ਏਰੀਆ ਤੋਂ ਹੀ ਚੁਣਿਆ ਜਾਂਦਾ, ਸੋ ਉੱਥੋਂ ਦੇ ਲੋਕਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਹੁੰਦੇ ਆ। ਸੋ ਅਲੱਗ-ਅਲੱਗ ਤਰੀਕੇ ਦਾ ਕੰਮ ਕਰਦੇ ਆ ਆਸ਼ਾ ਵਰਕਰ। ਫੈਸਿਲਿਟੇਟ ਐਕਸੈਸ ਟੂ ਹੈਲਥ ਕੇਅਰ ਸਰਵਿਸ, ਬਿਲਡ ਅਵੇਅਰਨੈਸ, ਜਾਗਰੂਕਤਾ ਪੈਦਾ ਕਰਦੇ ਨੇ, ਹੈਲਦੀ ਬਿਹੇਵੀਅਰ ਰੱਖਦੇ ਨੇ, ਸੋ ਦੈਟ ਜਿਹੜੇ ਲੋਕ ਨੇ, ਕਈ ਵਾਰੀ ਗਰੀਬ ਲੋਕਾਂ ਨੂੰ ਛੇਤੀ ਟਰਸਟ ਵੀ ਨਹੀਂ ਆਉਂਦਾ ਹੁੰਦਾ, ਕਿਉਂਕਿ ਉਹਨਾਂ ਨੂੰ ਇੰਨੀ ਜਾਗਰੂਕਤਾ ਹੀ ਨਹੀਂ ਹੈਗੀ ਹੈਲਥ ਕੇਅਰ ਬਾਰੇ। ਸੋ ਆਸ਼ਾ ਵਰਕਰ ਹੀ ਮੇਨ ਕੰਮ ਕਰਦੇ ਆ। ਸਪੈਸ਼ਲੀ ਆਪਾਂ ਦੇਖਦੇ ਹਾਂ ਪਿੰਡਾਂ ਦੇ ਲੈਵਲ ਦੇ ਉੱਤੇ ANMs ਤੱਕ, PHC ਤੱਕ ਲੈ ਕੇ ਜਾਣਾ ਮਹਿਲਾਵਾਂ ਨੂੰ, ਉਹਨਾਂ ਨੂੰ ਫੈਮਿਲੀ ਪਲੈਨਿੰਗ ਬਾਰੇ ਅਵੇਅਰਨੈਸ ਦੇਣੀ। ਸੋ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ ਆਸ਼ਾ ਵਰਕਰ। ਫਿਰ ਆ ਜਾਂਦਾ ਨੈਸ਼ਨਲ ਹੈਲਥ ਮਿਸ਼ਨ। ਭਾਰਤ ਸਰਕਾਰ ਨੇ 2013 'ਚ ਲਾਂਚ ਕੀਤਾ ਸੀ, ਸਬਯੂਮ ਕੀਤੇ ਸੀ। ਇਹਦੇ ਅੰਦਰ ਦੋ ਜਿਹੜੇ ਅਲੱਗ-ਅਲੱਗ ਪਹਿਲਾਂ ਸਕੀਮਾਂ ਚੱਲ ਰਹੀਆਂ ਸੀ ਰੂਰਲ ਤੇ ਅਰਬਨ ਵਾਲੀਆਂ, ਉਹਨਾਂ ਨੂੰ ਇਕੱਠਾ ਕਰਕੇ NHM ਸਕੀਮ ਦਾ ਨਾਮ ਦਿੱਤਾ। ਮੇਨ ਪ੍ਰੋਗਮੈਟਿਕ ਕੰਪੋਨੈਂਟ ਇਨਕਲੂਡ ਹੈਲਥ ਸਿਸਟਮ ਸਟਰੈਂਥਨਿੰਗ। ਸੋ ਮੇਨ ਮਕਸਦ ਸੀ ਜਿਹੜਾ ਹੈਲਥ ਸਿਸਟਮ ਹੈ ਰੂਰਲ ਅਰਬਨ ਏਰੀਆ ਦਾ, ਉਹਨੂੰ ਆਪਾਂ ਨੇ ਸਟਰੋਂਗ ਕਰਨਾ ਹੈ। ਸੋ ਇਹਦੇ ਅੰਦਰ ਮੇਨ ਜੋ ਚੀਜ਼ਾਂ ਟਾਰਗੇਟ ਜੋ ਫੋਲੋ ਕਰਨੇ ਨੇ ਉਹ ਹੈਗੇ ਨੇ ਮੈਟਰਨਲ ਮੋਰਟੈਲਿਟੀ ਰੇਟ। ਸੋ ਇਹ ਕਨਸੈਪਟ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਸਮਝਾਇਆ ਸੀ ਯੂਨਿਟ 1 ਦੇ ਅੰਦਰ, ਜਦੋਂ ਆਪਾਂ ਨੇ ਪੜ੍ਹਿਆ ਸੀ ਕਿ ਜਦੋਂ ਪ੍ਰੈਗਨੈਂਸੀ ਹੁੰਦੇ ਹੀ ਡਿਲੀਵਰੀ ਦੇ ਟਾਈਮ ਮਦਰ ਦੀ ਡੈਥ ਹੋ ਜੇ, ਸੋ ਉਸ ਆਪਾਂ ਨੇ ਮੋਰਟੈਲਿਟੀ ਰੇਟ ਨੂੰ ਘਟਾਉਣਾ। ਇਨਫੈਂਟ, ਬੱਚੇ ਦੀ ਡੈਥ ਹੋ ਜੇ, ਉਹਨੂੰ ਘਟਾਉਣਾ। ਟੋਟਲ ਫਰਟੀਲਿਟੀ ਰੇਟ ਰਿਡਿਊਸ ਕਰਨਾ, 2.1 ਤੱਕ ਲੈ ਕੇ ਆਉਣਾ, ਕਿਉਂਕਿ ਜਿੰਨੀ ਜ਼ਿਆਦਾ ਪੋਪੂਲੇਸ਼ਨ ਹੋਗੀ ਉਨੀ ਜ਼ਿਆਦਾ, ਜੇ ਘਰ ਵਿੱਚ ਵੀ ਜ਼ਿਆਦਾ ਅਨਪਲੈਨਡ ਪ੍ਰੈਗਨੈਂਸੀਜ਼ ਹੋਣਗੀਆਂ ਤਾਂ ਗਰੀਬ ਲੋਕਾਂ ਨੂੰ ਉਸ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ, ਕਿਉਂਕਿ ਜ਼ਿਆਦਾ ਅਰਨਿੰਗ ਕਪੈਸਿਟੀ ਨਹੀਂ ਹੁੰਦੀ, ਫਿਰ ਬੱਚਿਆਂ ਦਾ ਨਿਊਟ੍ਰੀਸ਼ਨ ਵੰਡਿਆ ਜਾਂਦਾ ਹੈ। ਸੋ ਉਸੇ ਚੀਜ਼ ਲਈ ਟੋਟਲ ਫਰਟੀਲਿਟੀ ਰੇਟ ਨੂੰ ਰੋਕਣਾ। ਪ੍ਰੀਵੈਂਸ਼ਨ ਐਂਡ ਰਿਡਕਸ਼ਨ ਆਫ ਅਨੀਮੀਆ, ਖੂਨ ਸਹੀ ਹੋਵੇ, ਆਇਰਨ ਫੋਲਿਕ ਐਸਿਡ ਦੀ ਕਮੀ ਨਾ ਹੋਵੇ, ਸਪੈਸ਼ਲੀ 15 ਤੋਂ 49 ਈਅਰਸ ਦੀ ਏਜ ਵਾਲੇ ਵਿਮਨ ਦੇ ਅੰਦਰ। ਪ੍ਰੀਵੈਂਟ ਐਂਡ ਰਿਡਿਊਸ ਮੋਰਟੈਲਿਟੀ ਐਂਡ ਮੋਰਬਿਡਿਟੀ ਫਰੋਮ ਕਮਿਊਨੀਕੇਬਲ ਨਾਨ ਕਮਿਊਨੀਕੇਬਲ, ਜਿਹੜੀ ਡੈਥ ਹੁੰਦੀ ਹੈ ਨਾਨ ਕਮਿਊਨੀਕੇਬਲ ਡਿਸੀਜ਼ਸ ਤੋਂ, ਇੰਜਰੀਜ਼, ਐਮਰਜੈਂਸੀ ਡਿਸੀਜ਼ਸ ਤੋਂ, ਉਹਨੂੰ ਰੋਕਣਾ। ਸੋ ਮੋਰਬਿਡਿਟੀ ਤੇ ਮੋਰਟੈਲਿਟੀ ਦੋਨੋਂ ਚੀਜ਼ਾਂ ਨੂੰ। ਸੋ ਮੋਰਟੈਲਿਟੀ ਦਾ ਹੁੰਦਾ ਕਿ ਡੈਥ ਹੋ ਗਈ, ਮੋਰਬਿਡਿਟੀ ਹੁੰਦਾ ਕਿ ਕਿਸੇ ਸਿੰਪਟਮਸ ਨੇ ਕਿਸੇ ਬਿਮਾਰੀ ਦੇ। ਆਊਟ ਆਫ ਪॉकेट ਐਕਸਪੈਂਡੀਚਰ ਘਟਾਉਣਾ। ਐਨੂਅਲ ਇੰਸੀਡੈਂਸ ਮੋਰਟੈਲਿਟੀ TB ਤੋਂ ਹਾਫ ਕਰਨੇ ਨੇ। ਲੈਪਰੋਸੀ ਦੇ ਰੇਟਸ ਨੂੰ ਘਟਾਉਣਾ ਹੈ, ਜ਼ੀਰੋ ਕਰਨਾ ਹੈ ਹਰ ਡਿਸਟ੍ਰਿਕਟ ਦੇ ਅੰਦਰ। ਐਨੂਅਲ ਮਲੇਰੀਆ ਇੰਸੀਡੈਂਟ ਘਟਾਉਣੇ ਨੇ।
ਲੈਸ ਦੈਨ 1% ਮਾਈਕਲੋਫਿਲੇਰੀਆ ਪ੍ਰੀਵੈਂਸ ਹੋਣੀ ਚਾਹੀਦੀ ਹੈ ਕਿਸੇ ਵੀ ਜ਼ਿਲ੍ਹੇ ਦੇ ਅੰਦਰ। ਕਾਲਾ ਅਜ਼ਰ ਐਲੀਮੀਨੇਸ਼ਨ 2015 ਤੱਕ। ਸੋ ਇਹ ਮੇਨ ਜਿਹੜੇ ਸਾਰੇ ਫੋਕਸ ਇੰਡੀਕੇਟਰ ਸੀਗੇ ਇਸ ਸਕੀਮ ਦੇ, ਤੇ ਇਹ ਤੁਹਾਨੂੰ ਪੇਪਰ ਲਈ ਪਤਾ ਹੋਣੇ ਚਾਹੀਦੇ ਨੇ। ਅਗਲਾ ਆ ਗਿਆ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ। As India strives toward achieving Sustainable Development Goal 2015 era, progress in reducing maternal mortality। ਸੋ ਮੇਨ ਇਹਦਾ ਫੋਕਸ ਹੈ ਜੋ ਮੈਂ ਤੁਹਾਨੂੰ ਦੱਸਿਆ ਕਿ ਮਹਿਲਾਵਾਂ ਦੀ ਇੰਸਟੀਟਿਊਸ਼ਨਲ ਡਿਲੀਵਰੀ ਹੋਵੇ, ਪ੍ਰੈਗਨੈਂਸੀ ਦੇ ਦੌਰਾਨ ਕੰਪਲਿਕੇਸ਼ਨ ਨਾ ਆਉਣ, ਲਾਈਫ ਥ੍ਰੈਟਨਿੰਗ ਕੰਪਲਿਕੇਸ਼ਨ ਨਾ ਆਉਣ, ਉਹਨਾਂ ਦੀ ਹੈਲਦੀ ਡਿਲੀਵਰੀ ਹੋ ਸਕੇ, ਮੋਰਟੈਲਿਟੀ ਨਾ ਹੋਵੇ ਮੈਟਰਨਲ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਕੀਮ ਨੂੰ ਲਿਆਂਦਾ ਗਿਆ। ਸੋ ਇੰਸਟੀਟਿਊਸ਼ਨਲ ਡਿਲੀਵਰੀ ਤੇ ਐਂਟੀਨੇਟਲ ਕੇਅਰ ਕਵਰੇਜ, ਇਹ ਦੋ ਚੀਜ਼ਾਂ ਇਸ ਸਕੀਮ ਦੇ ਅੰਦਰ ਮੇਨਲੀ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਨਾਰਮਲ ਹੈ, ਇਹਦੇ ਵਿੱਚ ਕੁਝ ਹੋਰ ਜ਼ਿਆਦਾ ਟੈਕਨੀਕਲ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਹਦੇ ਅੰਦਰ ਸੁਰੱਖਿਅਤ ਮਾਤ੍ਰਿਤਵ ਅਭਿਆਨ ਹੈ ਜਿਹੜਾ ਕੁਆਲਿਟੀ ਸਰਵਿਸਿਜ਼ ਦੇਣ ਲਈ, ਐਂਟੀਨੇਟਲ ਕੇਅਰ ਦੇਣ ਲਈ ਪ੍ਰੈਗਨੈਂਟ ਵਿਮਨ ਨੂੰ ਸਕੀਮ ਨੂੰ ਲਿਆਂਦਾ ਗਿਆ। ਸੋ ਕੁਝ ਡਿਫਰੈਂਟ, ਕੁਝ ਅਲੱਗ ਇਹਦਾ ਆਬਜੈਕਟਿਵ ਨਹੀਂ ਹੈ। ਸੋ ਮੇਨ ਹੁਣ ਆਪਾਂ ਇਸ ਕੈਂਪੇਨ ਬਾਰੇ ਦੇਖ ਲੈਂਦੇ ਹਾਂ। ਜਿਹੜਾ ਇਹ ਅਭਿਆਨ ਹੈ ਫਿਕਸਡ ਡੇ ਸਟ੍ਰੈਟਜੀ ਹੈ, ਹਰ ਮਹੀਨੇ ਪੂਰੇ ਦੇਸ਼ ਵਿੱਚ a range of quality maternal health services envisaged to be provided as part of antenatal care। ਸੋ ਮਿਨੀਮਮ ਪੈਕੇਜ ਰੱਖਿਆ ਹੋਇਆ ਹੈ, ਹਰ ਮਹੀਨੇ ਦੇ 9ਵੇਂ ਦਿਨ ਬੈਨੀਫੀਸ਼ਰੀਜ਼ ਨੂੰ ਜਿੰਨੀ ਉਹਦੀ ਅਮਾਊਂਟ ਹੈ ਉਹ ਮਿਲੂਗੀ, ਤੇ ਨਾਲੇ ਉਹਨਾਂ ਨੇ ਚੈੱਕਅਪ ਕਰਵਾਉਣਾ ਹੈ ਹਰ ਮਹੀਨੇ ਦੀ 9th ਡੇ ਨੂੰ। ਸੋ ਮੰਨ ਲਓ ਕਿ ਕੋਈ ਲੇਡੀ ਪ੍ਰੈਗਨੈਂਟ ਹੈ ਤਾਂ ਹਰ ਮਹੀਨੇ 9 ਤਰੀਕ ਨੂੰ ਜਿਹੜੇ ਵੀ ਇਸ ਸਕੀਮ ਦੇ ਅੰਦਰ ਕਲੀਨਿਕ ਆਉਂਦੇ ਨੇ ਉੱਥੇ ਜਾਣਗੇ, ਤੇ ਐਟਲੀਸਟ ਆਪਣਾ ਉੱਥੇ ਸੈਕਿੰਡ ਤੇ ਥਰਡ ਟ੍ਰਾਈਮੈਸਟਰ ਵਿੱਚ ਤਾਂ 100% ਚੈੱਕਅਪ ਕਰਾਉਣਾ ਹੀ ਕਰਾਉਣਾ ਹੈ। ਜੇ 9ਵੇਂ ਦਿਨ ਸੰਡੇ ਹੈ ਜਾਂ ਕੋਈ ਛੁੱਟੀ ਹੈ ਤਾਂ ਨੈਕਸਟ ਵਰਕਿੰਗ ਡੇ ਮਹਿਲਾ ਉੱਥੇ ਜਾਵੇ ਤੇ ਉਹਨੂੰ ਫਿਰ ਸਾਰੇ ਬੈਨੀਫਿਟਸ ਮਿਲਣਗੇ ਜੋ ਇਸ ਸਕੀਮ ਦੇ ਅੰਦਰ ਮਿਲਣੇ ਆ। ਸੋ 9th ਡੇ ਤੁਹਾਨੂੰ ਇੰਪੋਰਟੈਂਟ ਪਤਾ ਹੋਣਾ ਚਾਹੀਦਾ ਹੈ। ਪਬਲਿਕ ਹੈਲਥ ਫੈਸਿਲਿਟੀ ਜੋ ਇਸ ਸਕੀਮ ਦੇ ਅੰਦਰ ਮਿਲ ਰਹੀਆਂ ਨੇ, ਰੂਰਲ ਏਰੀਆ ਦੇ ਵਿੱਚ PHC 'ਚ ਜਾਣਾ ਮਹਿਲਾਵਾਂ ਨੇ, ਕਮਿਊਨਿਟੀ ਹੈਲਥ ਸੈਂਟਰ ਜਾ ਸਕਦੀਆਂ ਨੇ, ਰੂਰਲ ਹਸਪੀਟਲ ਜਾ ਸਕਦੇ ਨੇ, ਸਬ ਡਿਸਟ੍ਰਿਕਟ ਹਸਪੀਟਲ ਡਿਸਟ੍ਰਿਕਟ ਲੈਵਲ ਤੇ, ਦੈਨ ਡਿਸਟ੍ਰਿਕਟ ਹਸਪੀਟਲ, ਮੈਡੀਕਲ ਕਾਲਜਿਸ ਹੋ ਗਏ, ਦੈਨ ਅਰਬਨ ਏਰੀਆਜ਼ ਦੇ ਵਿੱਚ ਅਰਬਨ ਡਿਸਪੈਂਸਰੀਜ਼ 'ਚ ਜਾ ਸਕਦੇ ਆ, ਹੈਲਥ ਪੋਸਟ ਮੈਟਰਨਿਟੀ ਹੋਮਸ ਵਿੱਚ ਜਾ ਸਕਦੇ ਆ। ਸੋ ਇਸ ਤਰੀਕੇ ਨਾਲ ਸਾਰੇ ਬੈਨੀਫਿਟ ਮਿਲਣਗੇ। ਸੋ ਦੈਨ ਕੁਝ ਐਡੀਸ਼ਨਲ ਡਿਟੇਲਸ ਨੇ। ਸੋ ਹੋਰ ਇਹਦੇ ਵਿੱਚ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਜੋ ਆਪਣੇ ਲਈ ਇੰਪੋਰਟੈਂਟ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸੋ ਜਿੰਨੀਆਂ ਵੀ ਹਾਈ ਰਿਸਕ ਪ੍ਰੈਗਨੈਂਸੀਜ਼ ਹੁੰਦੀਆਂ ਨੇ ਉਹ ਪਹਿਲਾਂ ਹੀ ਆਈਡੈਂਟੀਫਾਈ ਕੀਤੀਆਂ ਜਾ ਸਕਣ, ਮਦਰ ਨੂੰ ਮੈਟਰਨਲ ਕੇਅਰ ਪ੍ਰੋਪਰ ਦਿੱਤੀ ਜਾ ਸਕੇ। ਸੋ ਉਸ ਚੀਜ਼ ਦੇ ਲਈ ਇਸ ਸਕੀਮ ਦਾ ਮੇਨ ਮਕਸਦ ਹੈ, ਮੇਨ ਟਾਰਗੇਟ ਹੈ। ਸੋ ਜਿਹੜੇ MPC ਕਾਰਡ ਨੇ, ਸੋ ਇਹਨਾਂ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਉਂਕਿ ਐਗਜ਼ਾਮੀਨੇਸ਼ਨ ਦੇ ਲਈ ਇੰਪੋਰਟੈਂਟ ਹੈ। So MPC card, filling out the MPC card at these clinics should be mandatory। So mandatory ਹੈ। ਇੱਕ ਸਟਿੱਕਰ ਲੱਗਿਆ ਹੁੰਦਾ ਹੈ ਕੰਡੀਸ਼ਨ ਤੇ ਰਿਸਕ ਫੈਕਟਰ ਉੱਤੇ ਕਿ ਵਿਮਨ ਦੀ ਜਿਹੜੀ ਪ੍ਰੈਗਨੈਂਸੀ ਹੈ ਉਹ ਹਾਈਲੀ ਰਿਸਕ ਹੈ ਜਾਂ ਨਹੀਂ, ਕਿਉਂਕਿ ਉਹ ਕਾਰਡ ਦੇ ਅਕੋਰਡਿੰਗ ਹੀ ਫਿਰ ਜਿਹੜੀ ਹਰ ਵਿਜ਼ਿਟ ਦੇ ਉੱਤੇ ਵਿਮਨ ਵੱਲ ਧਿਆਨ ਦਿੱਤਾ ਜਾਂਦਾ ਹੈ। ਸੋ ਗ੍ਰੀਨ ਕਾਰਡ ਉਹ ਮਹਿਲਾਵਾਂ ਲਈ ਹੈ ਜਿਨ੍ਹਾਂ ਨੂੰ ਕੋਈ ਵੀ ਰਿਸਕ ਨਹੀਂ ਹੈ। ਰੈਡ ਹਾਈ ਰਿਸਕ ਪ੍ਰੈਗਨੈਂਸੀ, ਬਲੂ ਇੰਡਿਊਸਡ ਹਾਈਪਰਟੈਂਸ਼ਨ ਹੈ ਪ੍ਰੈਗਨੈਂਸੀ ਦੌਰਾਨ, ਯੈਲੋ ਕੋਮੋਰਬਿਡ ਕੰਡੀਸ਼ਨ ਜਿਵੇਂ ਡਾਇਬੀਟੀਜ਼ ਵਗੈਰਾ ਹੈ, ਹਾਈਪੋਥਾਇਰੋਇਡ ਹੈਗਾ, STI ਹੈ। ਸੋ ਇਹ ਸਟੀਕਰਸ ਦੇ ਅਕੋਰਡਿੰਗ ਹੀ ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ, ਉਹਨਾਂ ਦੇ ਸੈਸ਼ਨ ਹੁੰਦੇ ਨੇ। ਈਵਨ ਜਿਹੜੀ ਪ੍ਰੈਗਨੈਂਸੀ ਡਿਲੀਵਰੀ ਹੋਣੀ ਹੈ ਉਦੋਂ ਵੀ ਇਹਨਾਂ ਸਟੀਕਰਸ ਦੇ ਅਕੋਰਡਿੰਗ ਹੀ ਧਿਆਨ ਰੱਖਿਆ ਜਾਂਦਾ ਹੈ। ਸੋ ਨੈਕਸਟ ਇਜ਼ 1952 ਦਾ ਫੈਮਿਲੀ ਪਲੈਨਿੰਗ ਦਾ ਨੈਸ਼ਨਲ ਪ੍ਰੋਗਰਾਮ। ਸੋ ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ। ਸੋ ਲੋਅਰ ਫਰਟੀਲਿਟੀ ਰੇਟ ਤੇ ਸਲੋ ਪਾਪੂਲੇਸ਼ਨ ਗਰੋਥ ਜਿਹਦੇ ਨਾਲ ਇਕਨੋਮਿਕ ਗਰੋਥ ਹੋ ਸਕਦੀ ਹੈ। ਸੋ ਇਹ ਦੋ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਇੰਪੋਰਟੈਂਟ ਇਨੀਸ਼ੀਏਟਿਵ ਨੂੰ ਲਿਆਂਦਾ ਗਿਆ। ਜਿਹੜਾ ਪ੍ਰੋਗਰਾਮ ਸੀ, ਜਿਹੜੇ ਸਰਕਾਰ ਦੇ ਪਹਿਲਾਂ 5 ਸਾਲਾ ਪਲਾਨ ਹੁੰਦੇ ਸੀ ਇਕਨੋਮਿਕ ਪਲਾਨਿੰਗ ਦੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰੱਖਿਆ ਗਿਆ। ਸੋ ਓਵਰ ਦ ਈਅਰਸ ਜਿਹੜਾ ਪਹਿਲਾਂ ਬਰਥ ਕੰਟਰੋਲ ਦਾ ਮੈਥਡ ਹੁੰਦਾ ਸੀ, ਰਿਦਮ ਮੈਥਡ, ਉਹਨੂੰ ਚੇਂਜ ਕਰਕੇ ਸਟਰਲਾਈਜੇਸ਼ਨ ਤੇ IUD ਨੂੰ ਪ੍ਰੈਫਰ ਕੀਤਾ ਗਿਆ। 1970 ਦੇ ਵਿੱਚ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਐਗਜ਼ੀਕਿਊਟ ਕੀਤੀ ਸੀ ਫੋਰਸ ਸਟਰਲਾਈਜੇਸ਼ਨ ਪ੍ਰੋਗਰਾਮ। ਸੋ ਉਸ ਤੋਂ ਬਾਅਦ 1996 ਦੇ ਵਿੱਚ ਲੋਕਾਂ ਨੂੰ, ਕਿਉਂਕਿ ਉਸ ਤੋਂ ਪਹਿਲਾਂ ਉਹ ਚੀਜ਼ ਬੜੀ ਹੀ ਗਲਤ ਲੱਗ ਰਹੀ ਸੀਗੀ, ਸੋ ਸਰਕਾਰ ਨੇ ਸੋਚਿਆ ਕਿ ਲੋਕਾਂ ਦੇ ਅੰਦਰ ਇਸ ਚੀਜ਼ ਨੂੰ ਜੇ ਆਪਾਂ ਨੇ ਠੀਕ ਕਰਨਾ, ਫੈਮਿਲੀ ਪਲੈਨਿੰਗ ਲੈ ਕੇ ਆਉਣੀ ਹੈ ਤਾਂ ਉਹਦੇ ਲਈ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ।
ਤੇ ਉਸ ਤੋਂ ਬਾਅਦ 1996 ਦੇ ਵਿੱਚ ਇਸ ਪ੍ਰੋਗਰਾਮ ਨੇ ਸਕਸੈਸਫੁਲੀ ਅਵਾਰਡ ਕੀਤੇ ਸੀਗੇ 16.8 ਕਰੋੜ ਬਰਥ। ਕੰਟਰਾਸੈਪਟਿਵ ਸਰਵਿਸਿਜ਼ ਜਿਹੜੀਆਂ ਇਸ ਪ੍ਰੋਗਰਾਮ ਦੇ ਅੰਦਰ ਦਿੱਤੀਆਂ ਜਾਂਦੀਆਂ ਨੇ, ਓਰਲ ਕੰਟਰਾਸੈਪਟਿਵ ਪਿਲ ਡੋਰ ਸਟੈਪ ਉੱਤੇ ਆਸ਼ਾ ਵਰਕਰਸ ਪ੍ਰੋਵਾਈਡ ਕਰਵਾਉਂਦੇ ਨੇ ਬਿਲਕੁਲ ਫ੍ਰੀ ਆਫ ਕਾਸਟ। ਦੈਨ ਫ੍ਰੀ ਬ੍ਰਾਂਡ ਨਿਰੋਧ ਅਵੇਲੇਬਲ ਐਟ ਗਵਰਨਮੈਂਟ ਫੈਸਿਲਿਟੀਜ਼, ਸਰਕਾਰੀ ਫੈਸਿਲਿਟੀਜ਼ ਤੇ ਮਿਲ ਜਾਂਦੇ ਆ। ਇੰਟਰਾ ਯੂਟਰਨ ਕੰਟਰਾਸੈਪਟਿਵ ਡਿਵਾਈਸਿਸ ਜਿਹਨੂੰ IUCD ਕਹਿੰਦੇ ਆ, ਫੀਮੇਲ ਸਟਰਲਾਈਜੇਸ਼ਨ, ਮੇਲ ਸਟਰਲਾਈਜੇਸ਼ਨ, ਐਮਰਜੈਂਸੀ ਕੰਟਰਾਸੈਪਟਿਵ ਪਿਲ, ਸੋ ਸਾਰਾ ਕੁਝ ਬਿਲਕੁਲ ਫ੍ਰੀ ਮਿਲਦਾ। ਉਸ ਤੋਂ ਬਾਅਦ ਨੈਸ਼ਨਲ ਨਿਊਟ੍ਰੀਸ਼ਨ ਪ੍ਰੋਗਰਾਮ, ਜਿਹੜੀਆਂ ਇਹ ਸਕੀਮਸ ਨੇ ਇਹ ਕੱਲ੍ਹ ਵਾਲੇ ਲੈਕਚਰ ਦੇ ਵਿੱਚ ਮੈਂ ਡਿਸਕਸ ਆਲਰੇਡੀ ਡਿਟੇਲ 'ਚ ਕਰ ਚੁੱਕਿਆ, ਸੋ ਤੁਸੀਂ ਉੱਥੇ ਦੇਖ ਸਕਦੇ ਹੋ। ਇਹ ਬੱਚਿਆਂ ਦੇ ਵਿੱਚ ਨਿਊਟ੍ਰੀਸ਼ਨ ਨੂੰ ਲੈ ਕੇ, ਮਹਿਲਾਵਾਂ ਦੇ ਵਿੱਚ ਨਿਊਟ੍ਰੀਸ਼ਨ ਨੂੰ ਲੈ ਕੇ ਇੰਪੋਰਟੈਂਟ ਸਕੀਮਸ ਹੈ। ਸੋ ਇਹ ਤਿੰਨੋਂ ਸਕੀਮਸ ਆਪਾਂ ਦੇਖ ਚੁੱਕੇ ਹਾਂ। ਨੋਟਸ ਦੇ ਵਿੱਚ ਜੋ ਬੋਲਡ ਕੀਤੇ ਹੋਏ ਨੇ ਜਾਂ ਇੰਪੋਰਟੈਂਟ ਚੀਜ਼ਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਦੁਬਾਰਾ ਜੇ ਇੱਥੋਂ ਵੀ ਦੇਖਣਾ ਹੈ। ਸੋ ਫੂਡ ਨੋਰਮਸ ਮਿਡ ਡੇ ਮੀਲ ਦੇ ਅੰਦਰ ਕਿਵੇਂ ਹੋਣੇ ਚਾਹੀਦੇ ਨੇ, ਬੱਚਿਆਂ ਨੂੰ ਕਿੰਨੇ ਗ੍ਰਾਮ ਕੀ ਮਿਲਣਾ ਹੈ, ਸੋ ਪ੍ਰੋਟੀਨ ਕਿੰਨਾ ਮਿਲਣਾ ਹੈ। ਪ੍ਰਾਇਮਰੀ ਕਲਾਸਿਸ ਦੇ ਲਈ ਫੂਡ ਗ੍ਰੇਨ 100 ਗ੍ਰਾਮ, ਅਪਰ ਕਲਾਸ ਦੇ ਲਈ 150 ਗ੍ਰਾਮ ਬੱਚਿਆਂ ਨੂੰ, 20 ਗ੍ਰਾਮ ਪਲਸਿਸ, 30 ਗ੍ਰਾਮ ਅਪਰ ਕਲਾਸ ਲਈ। ਛੋਟੇ ਬੱਚਿਆਂ ਨੂੰ ਵੈਜੀਟੇਬਲ 50 ਗ੍ਰਾਮ ਹੋਣੇ ਚਾਹੀਦੇ ਨੇ ਮਿਡ ਡੇ ਮੀਲ ਡਾਈਟ ਦੇ ਅੰਦਰ, 75 ਗ੍ਰਾਮ ਵੱਡਿਆਂ ਦੇ ਲਈ। ਆਇਲ ਐਂਡ ਫੈਟ 5 ਗ੍ਰਾਮ, 7.5 ਗ੍ਰਾਮ ਵੱਡੇ ਬੱਚਿਆਂ ਲਈ। ਕਮਿਊਨੀਕੇਬਲ ਡਿਸੀਜ਼ਿਸ, ਇੱਕ ਤੋਂ ਦੂਜੇ ਨੂੰ ਫੈਲਣ ਵਾਲੀਆਂ ਬਿਮਾਰੀਆਂ, ਉਹਨਾਂ ਨੂੰ ਲੈ ਕੇ 2 ਪ੍ਰੋਗਰਾਮ ਨੇ। ਇੰਟੀਗ੍ਰੇਟਿਡ ਡਿਸੀਜ਼ ਸਰਵੇਲੈਂਸ ਪ੍ਰੋਗਰਾਮ 2004 ਦਾ, ਨੈਸ਼ਨਲ ਟਿਊਬਰਕਲੋਸਿਸ ਐਲੀਮੀਨੇਸ਼ਨ ਪ੍ਰੋਗਰਾਮ 2020 ਦੇ ਵਿੱਚ RNTCP ਨੂੰ ਦੁਬਾਰਾ ਤੋਂ ਉਹਦਾ ਨਾਮ ਰੱਖ ਕੇ ਨੈਸ਼ਨਲ TB ਐਲੀਮੀਨੇਸ਼ਨ ਪ੍ਰੋਗਰਾਮ ਰੱਖਿਆ ਗਿਆ ਸੀ। ਸਰਕਾਰ ਦਾ ਮੇਨ ਟੀਚਾ ਸੀ ਭਾਰਤ ਸਰਕਾਰ ਦਾ ਕਿ TB ਨੂੰ ਭਾਰਤ ਦੇ ਵਿੱਚੋਂ 2025 ਤੱਕ ਪੂਰੇ ਤਰੀਕੇ ਦੇ ਨਾਲ ਖਤਮ ਕਰਨਾ ਹੈ। ਦੈਨ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ, ਲੈਪਰੋਸੀ ਨੂੰ ਦੂਰ ਕਰਨ ਲਈ 2012 ਚ ਆਇਆ ਸੀ 12th 5 year ਪਲਾਨ ਦੇ ਅੰਡਰ। ਨੈਸ਼ਨਲ ਸੈਂਟਰ ਫॉर ਵੈਕਟਰ ਬੋਰਨ ਡਿਸੀਜ਼ ਕੰਟਰੋਲ ਲਿਆਂਦਾ ਗਿਆ ਮਲੇਰੀਆ ਵਗੈਰਾ ਨੂੰ ਦੂਰ ਕਰਨ ਦੇ ਲਈ 2002 ਦੇ ਅੰਦਰ। ਏਡਸ ਕੰਟਰੋਲ ਪ੍ਰੋਗਰਾਮ 1992 ਚ ਆਇਆ। ਸੋ ਇਹਨਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਜਿਹੜੇ ਇਹ ਸਾਰੇ ਹੁਣ ਮੈਂ ਤੁਹਾਨੂੰ ਲਾਸਟ ਤੇ ਕਰਵਾ ਰਹੀ ਹਾਂ, ਇਹਨਾਂ ਦੀ ਤੁਹਾਨੂੰ ਡੀਟੇਲ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ। ਡੀਟੇਲ ਮੈਂ ਜਿਨ੍ਹਾਂ ਦੀ ਕਰਵਾਈ ਹੈ ਤੁਸੀਂ ਉਹਨਾਂ ਦੀ ਪੇਪਰ ਲਈ ਕਰਕੇ ਜਾ ਸਕਦੇ ਹੋ। ਸੋ ਮੇਨਲੀ ਇਹਨਾਂ ਦੇ ਵਿੱਚ ਇਨੀਸ਼ੀਏਟਿਵ ਕੀ ਹੈ, ਡੇਟ ਕਿੰਨੀ ਹੈ, ਤੇ ਸਕੀਮ ਜੇ ਕਿਸੇ 5 year ਪਲਾਨ ਦੇ ਵਿੱਚ ਆਈ ਹੈ ਤਾਂ ਤੁਸੀਂ ਉਹ ਦੇਖ ਕੇ ਜਾਣੀ ਹੈ। ਸੋ ਬਾਕੀ ਜੇ ਮੈਨੂੰ ਕੁਝ ਹੋਰ ਇੰਪੋਰਟੈਂਟ ਲੱਗ ਰਿਹਾ ਜ਼ਿਆਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਤਾਂ ਮੈਂ ਤੁਹਾਨੂੰ ਦੱਸ ਦੂੰਗੀ। ਨਾਓ ਕਮਸ ਇੰਪੋਰਟੈਂਟ ਪਲਸ ਪੋਲੀਓ ਪ੍ਰੋਗਰਾਮ। ਸੋ ਗਲੋਬਲ ਇਨੀਸ਼ੀਏਟਿਵ ਸੀ ਕਿ ਪੋਲੀਓ ਨੂੰ 1988 ਤੱਕ ਵਰਲਡ ਹੈਲਥ ਅਸੈਂਬਲੀ ਦੇ ਰੈਜ਼ੋਲੂਸ਼ਨ ਦੇ ਅਕੋਰਡਿੰਗ ਖਤਮ ਕਰਨਾ ਹੈ। ਸੋ ਭਾਰਤ ਨੇ 1995 ਦੇ ਵਿੱਚ ਜਾ ਕੇ ਇਹ ਇਮਿਊਨਾਈਜੇਸ਼ਨ ਪ੍ਰੋਗਰਾਮ ਸਟਾਰਟ ਕੀਤਾ। 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਡ੍ਰੌਪਸ ਪਿਲਾਈਆਂ ਜਾਂਦੀਆਂ ਸੀ ਨੈਸ਼ਨਲ ਸਬ ਨੈਸ਼ਨਲ ਇਮਿਊਨਾਈਜੇਸ਼ਨ ਰਾਊਂਡਸ ਦੇ ਵਿੱਚ। ਹਰ ਸਾਲ ਅਰਾਊਂਡ 17.4 ਕਰੋੜ ਬੱਚਿਆਂ ਨੂੰ ਜਿਹੜੇ ਕਿ 5 ਸਾਲ ਤੋਂ ਛੋਟੇ ਨੇ ਪੂਰੇ ਦੇਸ਼ ਭਰ ਵਿੱਚ ਪੋਲੀਓ ਡ੍ਰੌਪਸ ਪਿਲਾ ਕੇ ਇਸ ਅਹਿਮ ਡਰਾਈਵ ਦਾ ਹਿੱਸਾ ਬਣਾਇਆ ਤੇ ਦੇਸ਼ ਦੇ ਵਿੱਚੋਂ ਪੋਲੀਓ ਨੂੰ ਖਤਮ ਕੀਤਾ। ਲਾਸਟ ਪੋਲੀਓ ਕੇਸ 2011 13 ਜਨਵਰੀ ਨੂੰ ਆਇਆ ਸੀ ਹਾਵੜਾ ਡਿਸਟ੍ਰਿਕਟ ਵੈਸਟ ਬੰਗਾਲ ਦੇ ਵਿੱਚ। ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਐਗਜ਼ਾਮੀਨੇਸ਼ਨ ਦੇ ਲਈ। ਸੋ WHO ਨੇ 24 ਫਰਵਰੀ 2012 ਨੂੰ ਭਾਰਤ ਨੂੰ ਪੋਲੀਓ ਫ੍ਰੀ ਡਿਕਲੇਅਰ ਕਰਤਾ। ਸੋ ਦਿਸ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ। ਤੇ ਜੇ ਸਟੇਟਸ ਦੀ ਗੱਲ ਕਰੀਏ ਸੋ ਸਾਰੀਆਂ ਹੀ ਸਟੇਟਸ ਤੇ UTs ਨੇ ਰੈਪਿਡ ਟਾਸਕ ਫੋਰਸ ਬਣਾਏ ਸੀ ਦੇਖਣ ਦੇ ਲਈ ਕਿਤੇ ਪੋਲੀਓ ਤਾਂ ਨਹੀਂ ਹੋ ਰਹੀ, ਪਰ ਐਕਸਟ੍ਰੀਮਲੀ ਹਾਈ ਵਿਜੀਲੈਂਸ ਲੈਵਲ ਰੱਖਿਆ ਗਿਆ ਸੀ। ਕੁਝ ਜਗ੍ਹਾ ਦੇ ਉੱਤੇ ਪ੍ਰੋਗਰੈਸ ਵੀ ਕਿਤੇ ਕਿਤੇ ਦੇਖਣ ਨੂੰ ਮਿਲੀ ਸੀ ਨਾਲ ਨਾਲ ਜਦੋਂ ਇਹ ਡਿਟੈਕਟ ਕੀਤੇ ਸੀ ਪੋਲੀਓ ਵਾਇਰਸ ਟ੍ਰਾਂਸਮਿਸ਼ਨ ਕਿ ਸੀਵੇਜ ਵਗੈਰਾ ਦੇ ਥਰੂ ਹੋ ਰਿਹਾ ਹੈ। ਸੋ ਇਹ ਜਿਹੜਾ ਸੀਵੇਜ ਵਾਲੇ ਕੇਸਿਸ ਸੀਗੇ ਇਹ ਇਹਨਾਂ ਸਟੇਟਸ ਦੇ ਵਿੱਚ ਦੇਖਣ ਨੂੰ ਮਿਲੇ ਸੀਗੇ ਤੇ ਉੱਥੇ ਫਿਰ ਇੰਟਰਵੀਨ ਕਰਕੇ ਇਸ ਪ੍ਰੋਗਰਾਮ ਦੇ ਅੰਡਰ ਦੂਰ ਕੀਤੀ ਗਈ ਸੀ ਪ੍ਰੋਬਲਮ। ਮੁੰਬਈ, ਦਿੱਲੀ, ਪਟਨਾ, ਕੋਲਕਾਤਾ, ਪੰਜਾਬ ਤੇ ਗੁਜਰਾਤ। ਸੋ ਸਾਊਥ ਈਸਟ ਏਸ਼ੀਆ ਰੀਜਨ ਹੈ ਜਿਹੜਾ ਪੂਰਾ WHO ਨੇ ਪੋਲੀਓ ਫ੍ਰੀ ਡਿਕਲੇਅਰ ਕਰਤਾ ਸੀ। ਸਾਊਥ ਈਸਟ ਏਸ਼ੀਆ ਰੀਜਨ ਜਿਹਦੇ ਵਿੱਚ ਆਪਣੇ ਨਾਲ ਨਾਲ ਹੋਰ ਦੇਸ਼ ਵੀ ਆਉਂਦੇ ਨੇ, ਪਾਕਿਸਤਾਨ, ਬੰਗਲਾਦੇਸ਼, ਭੂਟਾਨ, ਨੇਪਾਲ, ਮਿਆਂਮਾਰ। ਸੋ ਇਹ ਨੋਰਮਲ ਫੈਕਟਸ ਨੇ, ਦੇਖ ਸਕਦੇ ਹੋ ਤੁਸੀਂ 2012 ਤੋਂ ਬਾਅਦ 0 ਕੇਸ। ਸੋ ਇਹ ਇੰਪੋਰਟੈਂਟ ਚੀਜ਼ ਹੈ। ਨੈਸ਼ਨਲ ਟੋਬੈਕੋ ਕੰਟਰੋਲ ਪ੍ਰੋਗਰਾਮ, ਟੋਬੈਕੋ ਮੇਨ ਕਾਰਨ ਹੈ ਲੰਗ ਕੈਂਸਰ ਦਾ, ਕਾਰਡੀਓਵਾਸਕੂਲਰ ਡਿਸੀਜ਼ਜ਼ ਦਾ। ਸੋ ਭਾਰਤ ਦੂਜਾ ਸਭ ਤੋਂ ਜ਼ਿਆਦਾ ਟੋਬੈਕੋ ਪ੍ਰੋਡਿਊਸ ਤੇ ਕੰਜ਼ਿਊਮ ਕਰਨ ਵਾਲਾ ਦੇਸ਼ ਹੈ। ਸੋ ਇਹ ਇੰਪੋਰਟੈਂਟ ਚੀਜ਼ ਹੈ, ਇੰਪੋਰਟੈਂਟ ਫੈਕਟ ਹੈ, ਯਾਦ ਰੱਖਣਾ ਹੈ। ਭਾਰਤ ਸਰਕਾਰ ਨੇ ਇੱਕ ਦੇਸ਼ ਦੇ ਵਿੱਚ ਟੋਬੈਕੋ ਕੰਟਰੋਲ ਲਾਅ ਲਿਆਂਦਾ ਸੀ ਜਿਹਦਾ ਨਾਮ ਸੀ ਸਿਗਰਟ ਐਂਡ ਅਦਰ ਟੋਬੈਕੋ ਪ੍ਰੋਡਕਟ ਪ੍ਰੋਹਿਬਿਸ਼ਨ ਆਫ ਐਡਵਰਟੀਜ਼ਮੈਂਟ। ਤੁਸੀਂ ਐਡਵਰਟਾਈਜ਼ ਨਹੀਂ ਕਰ ਸਕਦੇ
ਉਹਦੀ ਮਸ਼ਹੂਰੀ ਨਹੀਂ ਕਰ ਸਕਦੇ, ਉਹਨੂੰ ਰੈਗੂਲੇਟ ਕਿਵੇਂ ਕਰਨਾ ਹੈ। 2003 ਦਾ ਇਹ ਐਕਟ ਲਿਆਂਦਾ। ਸੋ WHO ਦੀ ਗਾਈਡਲਾਈਨਸ 'ਤੇ ਚੱਲਦੇ ਹੋਏ ਇਹਦੇ 'ਚ ਹੋਰ ਇੰਪੋਰਟੈਂਟ ਚੇਂਜਸ ਕਰਕੇ ਫਰਵਰੀ 2004 'ਚ ਪੂਰੇ ਤਰੀਕੇ ਨਾਲ ਲਾਗੂ ਕੀਤਾ। ਸੋ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਭਾਰਤ ਸਰਕਾਰ ਦੀ ਇਸ ਪ੍ਰੋਗਰਾਮ ਨੂੰ ਲਾਂਚ ਕਰਦੀ ਆ ਰਹੀ ਹੈ। ਸੋ ਮੇਨ ਆਬਜੈਕਟਿਵ ਹੈ ਇਸ ਪ੍ਰੋਗਰਾਮ ਦਾ, ਇਸ ਲਾਅ ਦਾ, ਕਿ ਜਿੰਨੇ ਵੀ ਤੰਬਾਕੂ ਦੇ ਹਾਨੀਕਾਰਕ ਇਫੈਕਟ ਨੇ ਉਹਨਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਤੁਸੀਂ ਦੇਖਦੇ ਹੋ ਮੂਵੀਜ਼ ਵਗੈਰਾ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜੀ ਐਡ ਆਉਂਦੀ ਹੁੰਦੀ ਹੈ ਉਹ ਇਸੇ ਚੀਜ਼ ਦੀ ਆਉਂਦੀ ਹੁੰਦੀ ਹੈ। ਸੋ ਇਸ ਤਰੀਕੇ ਨਾਲ ਅਲੱਗ-ਅਲੱਗ ਆਰਗੇਨਾਈਜੇਸ਼ਨ ਨੂੰ ਇਸ ਪ੍ਰੋਗਰਾਮ ਦੇ ਅੰਦਰ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ। ਈਵਨ ਜਿਹੜੀ ਤੰਬਾਕੂ ਦੀ ਪੈਕੇਜਿੰਗ ਹੁੰਦੀ ਹੈ ਉਹਦੇ ਉੱਤੇ ਵੀ ਲਿਖਿਆ ਹੁੰਦਾ ਕਿ ਇਹ ਨਾਲ ਲੰਗ ਕੈਂਸਰ ਹੁੰਦਾ ਹੈ, ਹਾਨੀਕਾਰਕ ਹੈ। ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਇਹਦੇ ਅੰਦਰ, ਜਿਹੜੇ ਕਿ ਤੰਬਾਕੂ ਯੂਜ਼ ਕਰਦੇ ਨੇ ਉਹਨਾਂ ਨੂੰ ਛੁਡਵਾਉਣ ਦੇ ਲਈ, ਸੋ ਦੈਟ ਤੰਬਾਕੂ ਦੇ ਨਾਲ ਡੈਥ ਘੱਟ ਸਕੇ। ਟ੍ਰੇਨਿੰਗ ਤੇ ਕਪੈਸਿਟੀ ਬਿਲਡਿੰਗ, IEC ਐਕਟੀਵਿਟੀ, ਸਰਵੇ ਕੀਤਾ ਜਾਂਦਾ ਹੈ, ਸਰਵੀਲੈਂਸ ਕੀਤਾ ਜਾਂਦਾ ਹੈ। ਸੋ ਜਿਹੜਾ ਪ੍ਰੋਗਰਾਮ ਹੈ 612 ਜ਼ਿਲ੍ਹਿਆਂ ਦੇ ਵਿੱਚ ਪ੍ਰੈਜ਼ੈਂਟਲੀ ਲਾਗੂ ਹੈ। ਸੋ ਤੁਸੀਂ ਦੇਖ ਸਕਦੇ ਹੋ ਕੋਈ ਸਮੋਕਿੰਗ ਕਰ ਰਿਹਾ ਜਾਂ ਕੋਈ ਸਮੋਕਿੰਗ ਕਰਨ ਵਾਲੇ ਇਨਸਾਨ ਦੇ ਕੋਲ ਬੈਠਾ, ਦੋਨਾਂ ਨੂੰ ਆਲਮੋਸਟ ਇਕੁਅਲ ਹੀ ਅਸਰ ਪੈਂਦਾ। ਸਪੈਸ਼ਲੀ ਪ੍ਰੈਗਨੈਂਟ ਲੇਡੀਜ਼ ਨੂੰ, ਬੱਚਿਆਂ ਨੂੰ ਤਾਂ ਬਿਲਕੁਲ ਹੀ ਸਮੋਕ ਕਰਨ ਵਾਲੇ ਦੇ ਕੋਲ ਨਹੀਂ ਬੈਠਣਾ ਚਾਹੀਦਾ। NTPC ਇਜ਼ ਇੰਪਲੀਮੈਂਟਡ ਥਰੂ ਅ 3-tier ਸਟਰਕਚਰ। ਸੋ ਜਿਹੜੀ ਇਹ ਪ੍ਰੋਗਰਾਮ ਹੈ ਇਹਨੂੰ 3 ਲੈਵਲ ਦੇ ਉੱਤੇ ਅਲੱਗ-ਅਲੱਗ ਬਾਡੀਜ਼ ਕੰਮ ਕਰਵਾ ਰਹੀਆਂ ਨੇ। ਨੈਸ਼ਨਲ ਲੈਵਲ ਦੇ ਉੱਤੇ ਨੈਸ਼ਨਲ ਟੋਬੈਕੋ ਕੰਟਰੋਲ ਸੈੱਲ ਹੈ, ਸਟੇਟ ਲੈਵਲ 'ਤੇ ਸਟੇਟ ਦਾ ਹੈ, ਜ਼ਿਲ੍ਹਾ ਪੱਧਰ 'ਤੇ ਹੈ ਡਿਸਟ੍ਰਿਕਟ ਟੋਬੈਕੋ ਸੈੱਲ। ਸੋ ਜ਼ਿਲ੍ਹਾ ਪੱਧਰ ਦੇ ਉੱਤੇ ਇੱਕ ਹੋਰ ਟੋਬੈਕੋ ਸੈਸੇਸ਼ਨ ਸਰਵਿਸਿਜ਼ ਵੀ ਦਿੱਤੀਆਂ ਜਾਂਦੀਆਂ ਨੇ। ਸੋ ਜਿੱਥੇ ਰੋਕਿਆ ਜਾਂਦਾ, ਜੇ ਕੋਈ ਚਾਹੁੰਦਾ ਕਿ ਮੈਂ ਤੰਬਾਕੂ ਛੱਡਣਾ ਤਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਸੋ ਇਸ ਪਿਰਾਮਿਡ ਦੇ ਵਿੱਚ ਵੀ ਇਹੀ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ। ਸੋ ਬੈਨੀਫਿਟ ਕੀ ਨੇ, ਫਾਇਦੇ ਕੀ ਨੇ ਤੰਬਾਕੂ ਨੂੰ ਛੱਡਣ ਦੇ। ਜੇ ਕੋਈ ਟੋਬੈਕੋ ਛੱਡਦਾ 8 ਘੰਟਿਆਂ ਦੇ ਅੰਦਰ ਅੰਦਰ ਉਹਦਾ ਆਕਸੀਜਨ ਲੈਵਲ ਨਾਰਮਲ ਹੋ ਜਾਂਦਾ ਹੈ। 24 ਘੰਟਿਆਂ ਦੇ ਵਿੱਚ ਹਾਰਟ ਅਟੈਕ ਦਾ ਰਿਸਕ ਹੈ ਜਿਹੜਾ ਘੱਟ ਜਾਂਦਾ ਹੈ। 72 ਘੰਟਿਆਂ 'ਚ ਲੰਗਸ ਦਾ ਫੰਕਸ਼ਨ ਇੰਪਰੂਵ ਹੋ ਜਾਂਦਾ ਹੈ। 1 ਤੋਂ 9 ਮਹੀਨਿਆਂ ਦੇ ਵਿੱਚ ਛੱਡਣ ਤੋਂ ਬਾਅਦ ਜੇ ਕਿਸੇ ਨੂੰ ਕਾਫਿੰਗ ਹੁੰਦੀ ਹੈ, ਬ੍ਰੈਥ ਸ਼ਾਰਟਨੈਸ ਹੈ, ਸਾਹ ਲੈਣ 'ਚ ਦਿੱਕਤ, ਉਹ ਵੀ ਘੱਟ ਜਾਂਦੀ ਹੈ। 12 ਮਹੀਨਿਆਂ ਦੇ ਵਿੱਚ ਤੰਬਾਕੂ ਯੂਜ਼ਰ ਦੇ ਮੁਕਾਬਲੇ ਅੱਧਾ ਰਿਸਕ ਹੋ ਜਾਂਦਾ ਹੈ ਹਾਰਟ ਡਿਸੀਜ਼ ਦਾ। 5 ਸਾਲਾਂ ਦੇ ਵਿੱਚ ਸਟ੍ਰੋਕ ਰਿਸਕ, ਜਿਵੇਂ ਕੋਈ ਹਾਰਟ ਅਟੈਕ ਵਗੈਰਾ ਹੋਣਾ, ਉਹਦੇ ਚਾਂਸਿਸ ਘੱਟ ਜਾਂਦੇ ਨੇ। ਲੰਗ ਕੈਂਸਰ ਦੇ ਚਾਂਸ ਘੱਟ ਜਾਂਦੇ ਨੇ। 10 ਸਾਲਾਂ, ਜੇ ਕੋਈ ਪਿਛਲੇ 15 ਸਾਲਾਂ ਤੋਂ ਹੈ ਜਿਹਨੇ ਕਦੇ ਕੀਤੀ ਨਹੀਂ ਸਮੋਕ, ਤਾਂ ਉਹਨਾਂ ਨੂੰ ਹਾਰਟ ਡਿਸੀਜ਼ ਨਾਰਮਲ ਜਿਹੜਾ ਸਮੋਕ ਕਰਦਾ ਉਹਦੇ ਅਕੋਰਡਿੰਗ ਸਿਮਿਲਰ ਹੀ ਹੁੰਦੀ ਹੈ। ਜੇ ਕਿਸੇ ਨੇ ਛੱਡੀ ਹੈ ਤੇ ਜੇ ਕਿਸੇ ਨੇ ਕਦੇ ਨਹੀਂ ਕੀਤੀ ਤਾਂ 15 ਸਾਲਾਂ ਦੇ ਅੰਦਰ ਛੱਡਣ ਤੋਂ ਬਾਅਦ ਨਾਰਮਲ ਇਨਸਾਨ ਜਿਹਨੇ ਕਦੇ ਸਮੋਕ ਨਹੀਂ ਕੀਤੀ, ਹਾਰਟ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਲੈਵਲ ਹੈ, ਸਿਚੁਏਸ਼ਨ ਹੈ, ਉਹ ਸਿਮਿਲਰ ਹੋ ਜਾਂਦੀ ਹੈ। ਸੋ ਮੰਨ ਲਓ ਕਿ ਜੇ ਕੋਈ 15 ਸਾਲਾਂ ਤੋਂ ਸਮੋਕ ਨਹੀਂ ਕਰ ਰਿਹਾ, ਦੈਟ ਮੀਨਸ ਕਿ ਨਾਰਮਲ ਹਿਊਮਨ ਬੀਇੰਗ ਜਿਹਨੇ ਕਦੇ ਸਮੋਕ ਨਹੀਂ ਕੀਤੀ ਉਹਦੇ ਬਰਾਬਰ ਹੀ ਹੈਲਦੀ ਹੈ। ਨੈਸ਼ਨਲ ਓਰਲ ਹੈਲਥ ਮਿਸ਼ਨ, ਸੋ ਓਰਲ ਡੈਂਟਲ ਡਿਸੀਜ਼ ਨੂੰ ਲੈ ਕੇ ਪ੍ਰੋਗਰਾਮ ਲਿਆਂਦਾ ਗਿਆ ਸੀਗਾ 2014-15 ਦੇ ਵਿੱਚ। ਸੋ ਹੈਲਦੀ ਡਾਈਟ, ਓਰਲ ਹਾਈਜੀਨ ਇੰਪਰੂਵਮੈਂਟ, ਇਹ ਬੇਸਿਕ ਜਿਹੀ ਚੀਜ਼ਾਂ ਨੇ, ਕੋਈ ਜ਼ਿਆਦਾ ਟੈਕਨੀਕਲ ਨਹੀਂ ਹੈ। ਨੈਸ਼ਨਲ ਹੈਲਥ ਮਿਸ਼ਨ ਕੰਪੋਨੈਂਟਸ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ ਸਟੇਟਸ ਨੂੰ ਕਿ ਡੈਂਟਲ ਕੇਅਰ ਯੂਨਿਟਸ ਤਿਆਰ ਕਰਨ ਹਰ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਾਂ ਉਸ ਤੋਂ ਛੋਟੇ ਲੈਵਲ ਦੇ ਉੱਤੇ। ਸੋ ਇੱਥੇ ਮੈਨ ਪਾਵਰ ਸਪੋਰਟ ਕੌਣ ਦਿੰਦਾ ਇਸ ਸਕੀਮ ਨੂੰ ਚਲਾਉਣ ਦੇ ਲਈ? ਡੈਂਟਿਸਟ, ਡੈਂਟਲ ਹਾਈਜੀਨਿਸਟ ਤੇ ਉਹਨਾਂ ਦੇ ਅਸਿਸਟੈਂਟ। ਡੈਂਟਲ ਚੇਅਰ ਪ੍ਰੋਵਾਈਡ ਕਰਵਾਈ ਜਾਂਦੀ ਹੈ ਸਰਕਾਰ ਦੇ ਦੁਆਰਾ। ਡੈਂਟਲ ਪ੍ਰੋਸੀਜਰਸ ਦੇ ਲਈ ਕੀ ਕੰਜ਼ਿਊਮੇਬਲ ਹੈ ਉਹ ਸਾਰੀਆਂ ਚੀਜ਼ਾਂ। ਦੈਨ ਸੈਂਟਰਲ ਲੈਵਲ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਨੇ, ਜਿਵੇਂ IEC ਮਟੀਰੀਅਲ, ਪੋਸਟਰ, TV, ਟ੍ਰੇਨਿੰਗ ਮੋਡਿਊਲ, ਲੋਕਾਂ 'ਚ ਟ੍ਰੇਨਿੰਗ ਦੇਣੀ, ਜਾਗਰੂਕਤਾ ਪੈਦਾ ਕਰਨੀ। ਸਟੇਟ ਤੇ ਡਿਸਟ੍ਰਿਕਟ ਲੈਵਲ ਦੇ ਟ੍ਰੇਨਰ ਨੇ ਜਿਹੜੇ ਉਹਨਾਂ ਨੂੰ ਵਰਕਸ਼ਾਪ ਵਗੈਰਾ ਦੇਣੀ ਕਿ ਉਹਨਾਂ ਨੇ ਓਰਲ ਹੈਲਥ ਨੂੰ ਲੈ ਕੇ ਕਿਵੇਂ ਆਪਣੀ ਜਿਹੜੀ ਕੇਅਰ ਹੈ, ਸਰਵਿਸ ਹੈ, ਉਹ ਲੋਕਾਂ ਤੱਕ ਦੇਣੀ ਹੈ। ਤੇ ਇਹਦੀ ਇੱਕ ਹੈਲਪਲਾਈਨ ਵੀ ਹੈ। ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ ਲਾਂਚ ਕੀਤੀ ਸੀ ਇੱਕ ਹੈਲਪਲਾਈਨ ਓਰਲ ਹੈਲਥ ਪ੍ਰੋਗਰਾਮ ਦੇ ਲਈ 20 ਮਾਰਚ 2017 ਨੂੰ, ਜਿਸ ਦਿਨ ਵਰਲਡ ਓਰਲ ਹੈਲਥ ਡੇ ਹੁੰਦਾ। ਸੋ ਦਿਸ ਇਜ਼ ਅਗੇਨ ਇੰਪੋਰਟੈਂਟ ਸਟਾਰਟਿੰਗ ਕੁਐਸਚਨ। ਸੋ ਇਹ ਟੋਲ ਫ੍ਰੀ ਨੰਬਰ ਹੈ, ਕਿਸੇ ਵੀ ਇੰਡੀਵਿਜੂਅਲ ਨੂੰ ਲੱਗ ਰਿਹਾ ਕਿ ਓਰਲ ਹੈਲਥ ਕੰਸਰਨ ਨੇ ਤਾਂ ਇਸ ਨੰਬਰ ਉੱਤੇ ਡਾਇਲ ਕਰਕੇ ਸੇਵਾ ਲੈ ਸਕਦੇ ਨੇ। ਜਿੱਥੇ ਵੀ ਨੇ ਉੱਥੋਂ ਦੀ ਲੋਕਲ ਅਥਾਰਟੀ ਉਹਨਾਂ ਨੂੰ ਕੰਟੈਕਟ ਕਰ ਲੂਗੀ। ਸੋ ਦੈਨ ਨੈਸ਼ਨਲ ਪ੍ਰੋਗਰਾਮ ਔਨ ਕਲਾਈਮੇਟ ਚੇਂਜ ਹਿਊਮਨ ਹੈਲਥ। ਸੋ ਸਿੰਪਲ ਹੈ ਕਿ ਲੋਕਾਂ ਦੇ ਅੰਦਰ ਜਾਗਰੂਕਤਾ ਪੈਦਾ ਕਰਨੀ ਕਿ ਕਲਾਈਮੇਟ ਚੇਂਜ ਨੂੰ ਲੈ ਕੇ ਜ਼ਿਆਦਾ ਪੋਲਿਊਸ਼ਨ ਨਾ ਕਰੋ, ਦਿੱਕਤਾਂ ਆਉਂਦੀਆਂ ਨੇ। ਸੋ ਇਹ ਸਕੀਮਸ ਤੁਸੀਂ ਇੱਕ ਵਾਰੀ ਰੀਡ ਕਰ ਲੈਣੀਆਂ ਨੇ, ਕੁਝ ਬਹੁਤ ਜ਼ਿਆਦਾ ਡਿਟੇਲ 'ਚ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਨਾਓ ਕਮਸ ਦੀ ਇੰਪੋਰਟੈਂਟ ਸਕੀਮ ਜਿਹੜੀ ਆਪਾਂ ਡਿਟੇਲ 'ਚ ਕਰਨੀ ਹੈ, ਆਯੁਸ਼ਮਾਨ ਭਾਰਤ ਯੋਜਨਾ 2018 'ਚ ਲਾਂਚ ਹੋਈ ਸੀ ਟੂ ਐਡਰੈਸ ਹੈਲਥ ਇਸ਼ੂਜ਼ ਐਟ ਆਲ ਲੈਵਲ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ।
ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ, ਜਿਹਦਾ ਪਹਿਲਾ ਨਾਮ ਸੀ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ, ਇਹ ਦੇ ਅੰਡਰ ਆਉਂਦੀ ਹੈ, ਤੇ ਦੂਜੇ ਦੇ ਅੰਦਰ ਆਉਂਦੇ ਨੇ ਹੈਲਥ ਤੇ ਵੈਲਨੈਸ ਸੈਂਟਰ। ਸੋ ਇੱਕ ਇੰਟੀਗ੍ਰੇਟਡ ਅਪਰੋਚ ਹੈ ਜਿਹੜੀ ਕਿ ਹਰ ਲੈਵਲ ਉੱਤੇ ਕੰਮ ਕਰਦੀ ਹੈ। ਸੋ ਓਵਰ 50 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਹੁਣ ਤੱਕ ਇਸ ਸਕੀਮ ਦਾ ਫਾਇਦਾ ਹੋ ਚੁੱਕਿਆ। ਜਿਹੜਾ NSSO ਦਾ ਨੈਸ਼ਨਲ ਸੈਂਪਲ ਸਰਵੇ ਆਫਿਸ ਦਾ 71st ਰਾਊਂਡ ਸੀ, ਉਹਨਾਂ ਨੇ ਰਿਵੀਲ ਕੀਤਾ ਕੁਝ ਨੰਬਰਸ ਇਸ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਦੇਸ਼ ਦੇ। ਸੋ ਅਬਾਊਟ 86% ਜਿਹੜੇ ਰੂਰਲ ਹਾਊਸਹੋਲਡ ਨੇ ਤੇ 82% ਅਰਬਨ, ਉਹਨਾਂ ਕੋਲ ਹਜੇ ਵੀ ਹੈਲਥ ਕੇਅਰ ਇੰਸ਼ੋਰੈਂਸ ਨਹੀਂ ਹੈ। 17% ਦੇਸ਼ ਦੀ ਪੋਪੂਲੇਸ਼ਨ ਸਪੈਂਡ ਕਰਦੀ ਹੈ ਆਪਣੇ ਘਰ ਦੇ ਬਜਟ ਦਾ 1/10 ਆਪਣੀ ਹੈਲਥ ਸਰਵਿਸਿਜ਼ ਉੱਤੇ, ਕਿਉਂਕਿ ਬਹੁਤ ਜ਼ਿਆਦਾ ਦੇਸ਼ ਦੇ ਅੰਦਰ ਹੈਲਥ ਸਰਵਿਸਿਜ਼ ਮਹਿੰਗੀਆਂ ਨੇ। ਅਨਐਕਸਪੈਕਟਡ ਸੀਰੀਅਸ ਹੈਲਥ ਕੇਅਰ ਪ੍ਰੋਗਰਾਮ ਆਫਟਨ ਲੀਡ ਫੈਮਲੀਜ਼ ਟੂ, ਕਈ ਪਰਿਵਾਰਾਂ ਨੂੰ ਹੈਲਥ ਕੇਅਰ ਪ੍ਰੋਗਰਾਮ ਦੇ ਪ੍ਰੋਬਲਮਸ ਕਰਕੇ ਕਰਜ਼ੇ ਵਿੱਚ ਵੀ ਜਾਣਾ ਪੈਂਦਾ ਹੈ। ਓਵਰ 19%, 24% ਅਰਬਨ ਤੇ ਰੂਰਲ ਹਾਊਸਹੋਲਡ ਰਿਸਪੈਕਟਿਵਲੀ। ਸੋ 19% ਉਰੇ ਅਰਬਨ ਦੀ ਗੱਲ ਹੋ ਰਹੀ ਹੈ, 24 ਰੂਰਲ ਦੀ। ਬੋਰੋਇੰਗਸ ਦੇ ਥਰੂ ਕਿਸੇ ਤੋਂ ਉਧਾਰ ਲੈ ਕੇ ਆਪਣੀ ਹੈਲਥ ਕੇਅਰ ਫਾਈਨੈਂਸ਼ੀਅਲ ਨੀਡਸ ਨੂੰ ਪੂਰਾ ਕਰਦੇ ਨੇ। ਸੋ ਇਹ ਬਹੁਤ ਹੀ ਵੱਡਾ ਕੰਸਰਨ ਸੀ ਸਰਕਾਰ ਦੇ ਲਈ। ਸੋ ਇਸੇ ਲਈ ਨੈਸ਼ਨਲ ਹੈਲਥ ਪਾਲਿਸੀ ਲਿਆਂਦੀ। ਉਸ ਤੋਂ ਬਾਅਦ ਆਯੁਸ਼ਮਾਨ ਭਾਰਤ ਪ੍ਰੋਗਰਾਮ ਆਇਆ, ਜਿਹੜਾ ਕਿ 2 ਆਪਣੇ ਸਬਮਿਸ਼ਨਸ PMJ ਤੇ HWCs ਦੇ ਅੰਡਰ ਮਿਲ ਕੇ ਇੰਸ਼ੋਰੈਂਸ ਦਿੰਦੇ ਆ ਲੋਕਾਂ ਨੂੰ, ਗਰੀਬ ਲੋਕਾਂ ਨੂੰ 5 ਲੱਖ ਰੁਪਏ ਦੀ ਪਰ ਐਨਮ ਪਰ ਫੈਮਿਲੀ ਇੰਸ਼ੋਰੈਂਸ ਕਵਰੇਜ ਹੈਲਥ ਕੇਅਰ। ਸੋ ਲਾਰਜੈਸਟ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਗਵਰਨਮੈਂਟ ਫੰਡਡ ਹੈਲਥ ਇੰਸ਼ੋਰੈਂਸ ਸਕੀਮ ਹੈ। ਸੋ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਪੇਪਰ ਦੇ ਲਈ। ਫੈਮਿਲੀ ਸਾਈਜ਼ ਉੱਤੇ ਕੋਈ ਲਿਮਿਟ ਨਹੀਂ ਹੈ, ਕਿੰਨੀ ਵੀ ਫੈਮਿਲੀ ਸਾਈਜ਼ ਹੈ ਏਜ ਹੈ, ਤੁਹਾਨੂੰ ਇਹ ਬੈਨੀਫਿਟ ਮਿਲੂਗਾ। ਸੋ ਐਲੀਜੀਬਿਲਿਟੀ ਕੁਝ ਕੈਟਾਗਰੀਜ਼ ਨੇ ਅਰਬਨ ਤੇ ਰੂਰਲ ਏਰੀਆਜ਼ ਦੇ ਲਈ। ਫੈਮਲੀਜ਼ ਜਿਨ੍ਹਾਂ ਦੇ ਕੋਲ ਸਿਰਫ ਇੱਕ ਘਰ ਹੈ, ਕਮਰਾ ਹੈ, ਕੱਚੀ ਛੱਤ ਹੈ। ਫੈਮਲੀਜ਼ ਜਿੱਥੇ ਕੋਈ ਐਡਲਟ ਮੈਂਬਰ ਨਹੀਂ ਹੈ 16 ਤੋਂ 59 ਤੱਕ। ਹਾਊਸਹੋਲਡ ਹੈਡਡ ਬਾय ਫੀਮੇਲਸ, ਜਿੱਥੇ ਕੋਈ ਮੇਲ ਐਡਲਟ ਮੈਂਬਰ ਨਹੀਂ ਹੈ। ਫੈਮਲੀਜ਼ ਵਿਦ ਡਿਸੇਬਲਡ ਮੈਂਬਰ, ਨੋ ਐਡਲਟ ਏਬਲ, ਜਿੱਥੇ ਕੋਈ ਕਮਾਉਣ ਵਾਲਾ ਨਹੀਂ ਹੈ ਬੇਸਿਕਲੀ। SC ST ਘਰ, ਲੈਂਡਲੈਸ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ, ਕੈਜੂਅਲ ਲੇਬਰ ਨੇ। ਰੂਰਲ ਏਰੀਆ ਫੈਮਲੀਜ਼ ਕਿਸੇ ਕੋਲ ਵੀ ਜੇ ਬਿਨਾਂ ਛੱਤ ਤੋਂ ਘਰ ਹੈ, ਡੈਸਟੀਚਿਊਟ ਨੇ, ਕੋਈ ਸੰਭਾਲਣ ਵਾਲਾ ਨਹੀਂ ਹੈ, ਕਿਸੇ ਹੋਰ ਦੇ ਪੈਸੇ ਉੱਤੇ ਜੀ ਰਹੇ ਨੇ, ਮੈਨੂਅਲ ਸਕੈਵੈਂਜਿੰਗ ਕਰ ਰਹੇ ਨੇ, ਪ੍ਰਿਮਿਟਿਵ ਟ੍ਰਾਈਬਲ ਗਰੁੱਪ ਹੈ, ਲੀਗਲੀ ਰਿਲੀਜ਼ਡ ਬੌਂਡਡ ਲੇਬਰ, ਕਿਤੇ ਬੰਦੂਆ ਮਜ਼ਦੂਰੀ ਕਰਦੇ ਸੀ। ਅਰਬਨ ਏਰੀਆਜ਼ ਦੇ ਵਿੱਚ 7 ਆਕੂਪੇਸ਼ਨਲ ਕੈਟਾਗਰੀਜ਼ ਨੇ ਡਾਇਰੈਕਟਲੀ ਜਿਹੜੇ ਸਕੀਮ ਦੇ ਲਈ ਐਲੀਜੀਬਲ ਨੇ। ਕੋਈ ਭੀਖ ਮੰਗਣ ਵਾਲੇ ਨੇ, ਰੈਗ ਪਿਕਰ ਨੇ, ਡੋਮੈਸਟਿਕ ਵਰਕਰ ਨੇ, ਸਟਰੀਟ ਵੈਂਡਰ ਹੋ ਗਏ, ਕੰਸਟਰਕਸ਼ਨ ਵਰਕਰ, ਪੇਂਟਰ, ਸਵੀਪਰ। ਸੋ ਇਹ ਸਾਰੇ ਤੁਸੀਂ ਇੱਕ ਵਾਰੀ ਕੈਟਾਗਰੀ ਪੜ੍ਹ ਸਕਦੇ ਹੋ। ਇਹ ਸਾਰੇ ਡਾਇਰੈਕਟਲੀ ਐਲੀਜੀਬਲ ਨੇ ਇਸ ਸਕੀਮ ਦੇ ਅੰਦਰ। ਸੋ ਯੂਨੀਵਰਸਲ ਹੈਲਥ ਕਵਰੇਜ ਮਿਲ ਰਹੀ ਹੈ, ਮੈਡੀਕਲ ਐਕਸਪੈਂਡੀਚਰ ਪਰਿਵਾਰਾਂ ਨੂੰ ਮਿਲਦਾ ਹੈ ਜਿਹੜੇ ਆਪਣੀ ਜੇਬ ਚੋਂ ਖਰਚਾ ਨਹੀਂ ਕਰ ਸਕਦੇ। ਸੋ HWCs ਜਿਹੜੇ ਸੈਂਟਰ ਨੇ, ਅਲੱਗ-ਅਲੱਗ ਇਹ ਬੱਚਿਆਂ ਨੂੰ ਮੈਟਰਨਲ ਹੈਲਥ ਸਰਵਿਸਿਜ਼ ਦੇ ਲਈ, ਨਾਨ ਕਮਿਊਨੀਕੇਬਲ ਡਿਸੀਜ਼ਜ਼ ਦੇ ਲਈ, ਡਾਇਗਨੋਸਟਿਕ ਸਰਵਿਸਿਜ਼, ਫ੍ਰੀ ਐਸੈਂਸ਼ੀਅਲ ਡਰੱਗਸ। ਸੋ ਆਯੁਸ਼ਮਾਨ ਸਕੀਮ ਦੇ ਅੰਦਰ ਤੁਹਾਨੂੰ 5 ਲੱਖ ਦਾ PMJ ਸਕੀਮ ਦੇ ਅੰਦਰ ਇੰਸ਼ੋਰੈਂਸ ਤਾਂ ਮਿਲੂਗੀ ਹੀ ਮਿਲੂਗੀ। ਨਾਲ ਜਿਹੜੇ HWCs ਕੰਮ ਕਰਦੇ ਨੇ ਇਹ ਤੁਹਾਨੂੰ ਹੋਰ ਮੈਡੀਸਿਨਸ ਵਗੈਰਾ, ਹੋਰ ਡਾਇਗਨੋਸਟਿਕ ਟੈਸਟ ਵਗੈਰਾ ਵੀ ਤੁਹਾਡੇ ਫ੍ਰੀ 'ਚ ਕਰਦੇ ਨੇ। ਸੋ ਇਹ ਸਰਵਿਸਿਜ਼ ਨੇ ਜਿਹੜੀਆਂ ਉੱਪਰ ਲਿਸਟ ਦਿੱਤੀ ਹੋਈ ਹੈ, ਤੁਸੀਂ ਪੜ੍ਹ ਸਕਦੇ ਹੋ। ਸੋ ਨੈਕਸਟ ਆ ਗਈ PMSSY, ਪ੍ਰਧਾਨ ਮੰਤਰੀ ਸਵਾਸਥਯ ਸੁਰੱਖਿਆ ਯੋਜਨਾ 2003, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਇਹਦੇ ਅੰਦਰ ਏਮਸ ਲਾਈਕ ਇੰਸਟੀਚਿਊਟ ਖੋਲ੍ਹਣ ਦੀ ਗੱਲ ਕੀਤੀ ਗਈ। ਇਹੋ ਜਿਹੇ ਸਰਕਾਰੀ ਮੈਡੀਕਲ ਕਾਲਜਿਸ ਜਿੱਥੇ ਹਸਪੀਟਲਸ ਖੋਲ੍ਹੇ ਜਾ ਸਕਣ ਸੈਂਟਰ ਤੇ ਸਟੇਟ ਲੈਵਲ ਦੇ ਉੱਤੇ, ਸੋ ਲੋਕਾਂ ਨੂੰ ਉਹਦਾ ਬੈਨੀਫਿਟ ਹੋ ਸਕੇ। ਲੇਬਰ ਰੂਮ ਕੁਆਲਿਟੀ ਇੰਪਰੂਵ ਇਨੀਸ਼ੀਏਟਿਵ, ਲਕਸ਼ਯ ਪ੍ਰੋਗਰਾਮ, ਇਹ ਵੀ ਮੈਂ ਤੁਹਾਨੂੰ ਕੱਲ੍ਹ ਵਾਲੇ ਲੈਕਚਰ 'ਚ ਕਰਵਾਇਆ ਸੀ। ਨੈਸ਼ਨਲ ਹੈਲਥ ਮਿਸ਼ਨ, ਸੋ ਇਹ ਆਲਰੇਡੀ ਆਪਾਂ ਰਿਪੀਟ ਹੋ ਗਿਆ ਕਰ ਚੁੱਕੇ ਹਾਂ। NHM, ਸੋ 15 ਸਾਲਾਂ ਦੇ ਵਿੱਚ NHM ਨੇ ਬਹੁਤ ਵਧੀਆ ਕੰਮ ਕੀਤਾ ਹੈ, ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਪੂਰਾ ਕੀਤਾ ਹੈ। ਬਹੁਤ ਸਾਰੇ ਐਮਰਜੈਂਸੀ ਰਿਸਪੌਂਸ ਸਰਵਿਸ ਵਹੀਕਲ ਆਪਰੇਸ਼ਨਲ ਨੇ, ਜਿਵੇਂ ਆਪਣੇ ਐਂਬੂਲੈਂਸ ਵਗੈਰਾ ਹੋ ਗਈਆਂ, ਉਹ ਕੰਮ ਕਰਦੇ ਨੇ। ਸੋ ਆਸ਼ਾ ਵਰਕਰਸ ਇਹਦੇ ਅੰਦਰ ਵੋਲੰਟੀਅਰ ਕੰਮ ਕਰਦੇ ਆ। ਸੋ 10 ਲੱਖ ਤੋਂ ਜ਼ਿਆਦਾ ਆਸ਼ਾ ਤੇ ਆਸ਼ਾ ਫੈਸਿਲੀਟੇਟਰਸ NHM ਦੇ ਅੰਦਰ ਕੰਮ ਕਰ ਰਹੇ ਨੇ। ਸੋ ਇੰਨੇ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਸੋ ਇਹਦਾ ਮਕਸਦ ਹੈ ਡਿਜੀਟਲ ਹੈਲਥ ID ਸਾਰੇ ਭਾਰਤ ਦੇ ਨਾਗਰਿਕਾਂ ਨੂੰ ਟੂ ਹੈਲਪ ਹਸਪੀਟਲ, ਇੰਸ਼ੋਰੈਂਸ ਫਰਮ, ਸਿਟੀਜ਼ਨ, ਸੋ ਦੈਟ ਜਿਹੜਾ ਤੁਹਾਡਾ ਰਿਕਾਰਡ ਹੈ, ਜੇ ਕੋਈ ਬੈਨੀਫਿਟ ਲੈਣਾ ਚਾਹ ਰਿਹਾ ਆਯੁਸ਼ਮਾਨ ਭਾਰਤ ਦਾ,
ਤਾਂ ਸਾਰਾ ਦਾ ਸਾਰਾ ਡੇਟਾ ਆਨਲਾਈਨ ਆ ਜਾਏ, ਕਿਸੇ ਨੂੰ ਕੋਈ ਕਾਗਜ਼ ਪੱਤਰ ਵਾਲਾ ਚੱਕਰ ਨਾ ਪਵੇ, ਸਪੈਸ਼ਲੀ ਗਰੀਬ ਲੋਕਾਂ ਨੂੰ। ਸੋ ਇਹ ਪਾਇਲਟ ਪ੍ਰੋਜੈਕਟ ਮਿਸ਼ਨ ਹੈ ਜਿਹਨੂੰ ਪ੍ਰਧਾਨ ਮੰਤਰੀ ਨੇ 15 ਅਗਸਤ 2020 ਇੰਡੀਪੈਂਡੈਂਸ ਡੇ ਨੂੰ ਰੈੱਡ ਫੋਰਟ ਤੋਂ ਲਾਲ ਕਿਲੇ ਤੋਂ ਅਨਾਉਂਸ ਕੀਤਾ ਸੀ। ਸੋ ਪ੍ਰੋਜੈਕਟ ਇਜ਼ ਬੀਇੰਗ ਇੰਪਲੀਮੈਂਟਡ ਇਨ ਪਾਇਲਟ ਫੇਜ਼, ਹਜੇ ਸਿਰਫ ਉਹਨੂੰ 6 ਸਟੇਟਸ ਤੇ ਯੂਟੀਜ਼ ਦੇ ਵਿੱਚ ਹੀ ਲਾਗੂ ਕਰਕੇ ਦੇਖਿਆ। ਸੋ ਉੱਥੇ ਇੱਕ ਹੈਲਥ ਆਈਡੀ ਬਣੂਗੀ ਤੇ ਸਾਰਾ ਕੁਝ ਤੁਹਾਡਾ ਆਨਲਾਈਨ ਰਜਿਸਟਰ ਹੋਊਗਾ। ਸੋ ਇਹਨੂੰ ਆਪਾਂ ਕਹਿ ਰਹੇ ਹਾਂ ਡਿਜੀਟਲ ਮਿਸ਼ਨ। ਦੈਨ PM ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ, ਆਪਾਂ ਨੂੰ ਪਤਾ ਹੈ 5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕ੍ਰਿਟੀਕਲ ਕੇਅਰ ਹਸਪੀਟਲ ਬਲਾਕਸ ਦੇ ਵਿੱਚ ਕ੍ਰਿਟੀਕਲ ਕੇਅਰ ਸਰਵਿਸਿਜ਼, ਸੀਰੀਅਸ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਪਬਲਿਕ ਹੈਲਥ ਲੈਬਸ ਇਹਦੇ ਅੰਦਰ ਮਿਲ ਕੇ ਕੰਮ ਕਰ ਰਹੀਆਂ ਨੇ। ਕੋਈ IT ਇਨੇਬਲਡ ਡਿਸੀਜ਼ ਸਰਵੇਲੈਂਸ ਸਿਸਟਮ ਹੈ, ਕੋਈ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਬਹੁਤ ਟੈਕਨੀਕਲ ਸਰਵੇਲੈਂਸ ਕਰਕੇ ਪਤਾ ਲਗਾਇਆ ਜਾਂਦਾ। ਸੋ ਸਾਰੀਆਂ ਫੈਸਿਲਿਟੀਜ਼ ਲੋਕਾਂ ਨੂੰ ਮਿਲਦੀਆਂ ਨੇ। ਸੋ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਫੇਵਰ ਆਫ ਚਿਲਡਰਨ ਫॉर ਗੈਟਿੰਗ them ਐਡਿਕੁਏਟ ਫੂਡ, ਸੋ ਨਿਊਟ੍ਰੀਸ਼ੀਅਸ ਫੂਡ ਦੀ ਗੱਲ ਕਰਦੇ ਹਾਂ ਆਪਾਂ ਕਿ ਬੱਚਿਆਂ ਨੂੰ ਸਹੀ ਮਿਲੇ, ਵਿਮਨ ਨੂੰ ਸਹੀ ਮਿਲੇ। ਤਾਂ ਉਹਦੇ ਲਈ ਕੁਝ ਸੁਪਰੀਮ ਕੋਰਟ ਦੇ ਇੰਪੋਰਟੈਂਟ ਜਜਮੈਂਟਸ ਨੇ, ਇਹਨਾਂ ਸਿਰਫ ਤੁਸੀਂ ਇੱਕ ਵਾਰੀ ਨਾਮ ਦੇਖ ਲਓ ਸੋ ਦੈਟ ਤੁਹਾਨੂੰ ਉੱਥੇ ਇਹ ਪਤਾ ਹੋਵੇ ਕਿ ਇਹ ਵਿਮਨ ਰਾਈਟਸ ਦੀ ਜਜਮੈਂਟ ਹੈ। ਇਹ ਜਿਹੜਾ ਕੇਸ ਹੈ ਇਹ ਵਿਮਨ ਦੇ ਫੂਡ ਸਿਕਿਉਰਿਟੀ ਨੂੰ ਲੈ ਕੇ ਹੈ। ਸੋ ਇਹ ਸਾਰੇ ਕੇਸਿਸ ਚਿਲਡਰਨ ਦੀ ਫੂਡ ਸਿਕਿਉਰਿਟੀ ਨੂੰ ਲੈ ਕੇ ਨੇ। ਸੋ ਇਹਨਾਂ ਦੇ ਇੱਕ ਵਾਰੀ ਤੁਸੀਂ ਨਾਮ ਦੇਖ ਲੈਣੇ ਨੇ। CESC Limited versus Subhash Chandra Bose, Chameli Singh versus State of UP, Kishan Patnaik and another versus State of Orissa, MK Balakrishna, Olga Tellis, People Unit for Civil Liberty ਤੇ ਸ਼ਾਂਤੀ ਸਤਾਰ ਬਿਲਡਰ ਵਰਸਸ ਨਾਰਾਇਣ ਖਿਮਾਲਲ ਤੋਤਮੇ। ਸੋ ਇਹ ਸਾਰੇ ਸੁਪਰੀਮ ਕੋਰਟ ਦੇ ਲੈਂਡਮਾਰਕ ਡਿਸੀਜਨ ਨੇ ਜਿੱਥੇ ਇਹ ਗੱਲ ਕੀਤੀ ਗਈ ਹੈ ਕਿ ਬੱਚਿਆਂ ਨੂੰ ਨਿਊਟ੍ਰੀਸ਼ੀਅਸ ਐਡਿਕੁਏਟ ਫੂਡ ਮਿਲਣਾ ਉਹਨਾਂ ਦਾ ਰਾਈਟ ਹੈ। So that was all for today's lecture. I hope you like it. Keep supporting. Do like, share, and comment. Share further.